हाँ जी, सत श्री अकाल। मैं कुलदीप ਸਿੰਘ ਸਿੱਧੂ ਤੇ ਆਪਾਂ ਕਲਰਕ ਦੇ ਪੁਰਾਣੇ ਕੁਐਸਚਨ ਡਿਸਕਸ ਕਰ ਰਹੇ ਹਾਂ। P++ ਨੇ ਜਿੰਨੇ ਵੀ ਪੇਪਰ ਲਏ ਨੇ, ਸੋ ਉਹਦਾ ਇਹ ਪਾਰਟ 4 ਹੈ। ਪਹਿਲਾਂ 3 ਪਾਰਟ ਆਪਾਂ ਡਿਸਕਸ ਕਰ ਚੁੱਕੇ ਹਾਂ, ਜਿਹਦੇ ਵਿੱਚ ਆਪਾਂ ਕੰਪਿਊਟਰ ਦੇ ਕੁਐਸਚਨ ਦੇਖੇ ਸੀ। ਸੋ ਇਹਦੇ ਵਿੱਚ ਵੀ ਆਪਾਂ ਦੇਖਾਂਗੇ ਜਿਹੜਾ ਹੁਣੀ ਪੇਪਰ ਹੋਇਆ ਸੀ IT ਦਾ, ਕਲਰਕ IT 22 ਅਕਤੂਬਰ 2022 ਨੂੰ ਇਹ ਪੇਪਰ ਹੋਇਆ ਸੀ। ਸੋ ਇਹਦੇ ਆਪਾਂ ਇੱਕ ਇੱਕ ਕਰਕੇ ਕੁਐਸਚਨ ਦੇਖਦੇ ਹਾਂ। ਚਾਹੇ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ IT ਦਾ ਪੇਪਰ ਹੈ ਉਹ ਬਾਕੀ ਦੇ ਕਲੈਰੀਕਲ ਐਗਜ਼ਾਮ ਦੇ ਨਾਲੋਂ ਥੋੜਾ ਜਿਹਾ ਲੈਵਲ ਅਪ ਹੁੰਦਾ, ਕਿਉਂਕਿ ਇਹਦੇ ਵਿੱਚ ਤਾਂ ਕੰਪਿਊਟਰ ਦਾ ਮੇਨ ਪੋਰਸ਼ਨ ਹੈ ਜਿਹੜਾ ਉਹ ਵੀ ਜ਼ਿਆਦਾ ਆਉਂਦਾ ਹੈਗਾ ਹੀ IT ਦਾ, ਹੈ ਨਾ। ਸੋ ਥੋੜੇ ਜਿਹੇ ਕੁਐਸਚਨ ਜਿੰਨੇ ਕੁ ਆਪਾਂ ਨੂੰ ਲੱਗਦਾ ਸੀ ਵੀ ਆਪਣੇ ਵਾਲੇ ਪੇਪਰ ਦੇ ਨਾਲ ਰਿਲੇਟ ਕਰ ਸਕਦੇ ਆ, ਉਹੀ ਕੁਐਸਚਨ ਮੈਂ ਇਹਦੇ ਵਿੱਚ ਡਿਸਕਸ ਕਰਾਂਗੇ ਆਪਾਂ, ਠੀਕ ਹੈ। ਸੋ ਇਹ ਨਹੀਂ ਹੈ ਸਾਰਾ ਤਾਂ, ਬਾਕੀ ਲੈਂਗੁਏਜ ਦੇ ਕੁਐਸਚਨ ਵੀ ਆਏ ਸੀ, C++ ਦੇ, ਜਾਵਾ ਦੇ, ਸੋ ਉਹ ਤਾਂ ਆਪਾਂ ਨੂੰ ਨਹੀਂ ਆਉਣਗੇ, ਹੈ ਨਾ। ਜਿੰਨੇ ਕੁ ਆਪਾਂ ਨੂੰ ਲੱਗਦੇ ਸੀ ਵੀ ਜਿਹੜੇ ਮੇਨ ਕੁਐਸਚਨ ਬਣਦੇ ਨੇ, ਜਿਹੜੇ ਬਾਕੀ ਪੇਪਰਾਂ ਦੇ ਵਿੱਚ ਆ ਸਕਦੇ ਨੇ, ਸੋ ਉਹੀ ਆਪਾਂ ਡਿਸਕਸ ਕਰਾਂਗੇ, ਠੀਕ ਹੈ। ਥੋੜਾ ਜਿਹਾ ਲੈਵਲ ਅਪ ਹੋਊਗਾ, ਪਰ ਇਹ ਹੈ ਵੀ ਜਿਵੇਂ ਜਿਵੇਂ ਕੰਪੀਟੀਸ਼ਨ ਵੱਧਦਾ ਜਾਂਦਾ, ਤੁਸੀਂ ਇਹ ਦਿਮਾਗ 'ਚ ਕਦੇ ਨਾ ਸੋਚੋ ਵੀ ਅਸੀਂ ਔਖਾ ਕੰਮ ਨਹੀਂ ਕਰਨਾ। ਤਾਂ ਇਹ ਤਾਂ ਵਧੀਆ ਗੱਲ ਹੈ ਵੀ ਮੈਂ ਤੁਹਾਨੂੰ ਜਿਹੜੀਆਂ ਥੋੜੇ ਜਿਹੇ ਅਪ ਲੈਵਲ ਦੀਆਂ ਚੀਜ਼ਾਂ ਨੇ ਆਪਣੇ ਸਿਲੇਬਸ ਤੋਂ ਥੋੜਾ ਜਿਹਾ ਹੋਊਗਾ ਜ਼ਿਆਦਾ, 19-21 ਦਾ ਫਰਕ ਹੈ। ਸੋ ਇਹ ਚੀਜ਼ਾਂ ਤੁਹਾਨੂੰ ਸਮਝ ਆ ਜਾਣਗੀਆਂ ਡਿਟੇਲ ਦੇ ਵਿੱਚ। ਇੱਕ ਵਾਰੀ ਪੜ੍ਹੋਗੇ, 2 ਵਾਰੀ ਪੜ੍ਹੋਗੇ, ਫਿਰ ਤੁਹਾਨੂੰ ਵਧੀਆ ਲੱਗੂਗਾ ਇਹ, ਠੀਕ ਹੈ। ਸੋ ਕਰਦੇ ਹਾਂ ਸਟਾਰਟ ਆਪਾਂ। ਪਹਿਲਾ ਕੁਐਸਚਨ ਹੈਗਾ, ਵਿਚ ਆਫ ਦੀ ਫੋਲੋਇੰਗ ਐਡਰੈਸ ਇਜ਼ ਜਨਰੇਟਡ ਬਾਈ CPU। ਕਹਿੰਦਾ CPU ਦੁਆਰਾ ਕਿਹੜਾ ਐਡਰੈਸ ਜਨਰੇਟ ਕੀਤਾ ਜਾਂਦਾ, ਕੀ ਲੌਜੀਕਲ ਐਡਰੈਸ, ਫਿਜ਼ੀਕਲ ਐਡਰੈਸ, ਐਕਚੁਅਲ ਐਡਰੈਸ ਤੇ ਸਿੰਪਲ ਐਡਰੈਸ, ਠੀਕ ਹੈ। ਤਾਂ ਪਹਿਲਾਂ ਆਪਾਂ ਸਮਝ ਲੈਂਦੇ ਹਾਂ। CPU ਹੁੰਦਾ ਜਿਹੜਾ ਉਹ ਲੌਜੀਕਲ ਐਡਰੈਸ ਜਨਰੇਟ ਕਰਦਾ, ਜਿਵੇਂ ਇਹਨੇ 346 ਜਨਰੇਟ ਕੀਤਾ। ਫਿਰ ਹੁੰਦਾ ਮੈਮਰੀ ਮੈਨੇਜਮੈਂਟ ਯੂਨਿਟ, ਜਾਂ ਇੱਥੇ ਰੀਲੋਕੇਸ਼ਨ ਰਜਿਸਟਰ ਹੁੰਦਾ, ਹੈ ਨਾ। ਤਾਂ ਇਹਦੇ ਵਿੱਚ ਇਹਨੂੰ ਜੋੜ ਲੈਂਦਾ, ਜਿਵੇਂ ਇਹ 14,000 ਹੈ, 14,000 ਦੇ ਵਿੱਚ ਇਹਨੂੰ ਐਡ ਕੀਤਾ 14,346। ਹਰ ਵਾਰੀ ਐਡ ਨਹੀਂ ਕੀਤਾ ਜਾਂਦਾ। ਜਿਹੜਾ ਇਹ ਰੀਲੋਕੇਸ਼ਨ ਰਜਿਸਟਰ ਹੁੰਦਾ ਜਾਂ ਮੈਮਰੀ ਮੈਨੇਜਮੈਂਟ ਯੂਨਿਟ ਹੁੰਦਾ, ਇਹਨੂੰ ਰੇਂਜ ਪਤਾ ਹੁੰਦੀ ਹੈ। ਮੰਨ ਲਓ ਇਹ ਮੇਨ ਮੈਮਰੀ ਹੈ, ਰੈਮ ਵੀ ਬੋਲ ਸਕਦੇ ਹਾਂ ਆਪਾਂ ਇਹਨੂੰ, ਤੇ ਮੇਨ ਮੈਮਰੀ ਵੀ ਬੋਲ ਸਕਦੇ ਹਾਂ। ਕੁਛ ਏਰੀਆ ਰਿਜ਼ਰਵ ਕੀਤਾ ਹੁੰਦਾ ਆਪਰੇਟਿੰਗ ਸਿਸਟਮ ਵਾਸਤੇ, ਜਿੱਥੇ ਵਿੰਡੋ ਦੀਆਂ ਫਾਈਲਾਂ ਆਉਂਦੀਆਂ ਨੇ। ਤੁਹਾਨੂੰ ਯਾਦ ਹੋਊਗਾ ਹਾਰਡ ਡਿਸਕ ਦੇ ਵਿੱਚ ਵਿੰਡੋ ਨੂੰ ਆਪਾਂ ਇੰਸਟਾਲ ਕਰਦੇ ਹਾਂ, ਹੈ ਨਾ। ਇਹ ਗੱਲ ਮੈਂ ਪਹਿਲਾਂ ਬਾਕੀ ਦੀਆਂ ਵੀਡੀਓ 'ਚ ਵੀ ਕਰਵਾਈ ਹੋਈ ਹੈ। ਹਾਰਡ ਡਿਸਕ ਦੇ ਵਿੱਚ ਆਪਣੇ ਕੋਲੇ ਵਿੰਡੋ ਇੰਸਟਾਲ ਪਈ ਹੁੰਦੀ ਹੈ। ਜਦੋਂ ਹੀ ਆਪਾਂ ਕੰਪਿਊਟਰ ਤੇ ਪਾਵਰ ਬਟਨ ਪ੍ਰੈਸ ਕਰਦੇ ਹਾਂ, ਇੱਥੋਂ ਆਪਰੇਟਿੰਗ ਸਿਸਟਮ ਲੋਡ ਹੋ ਕੇ ਕਾਹਦੇ 'ਚ ਆ ਜਾਂਦਾ ਹੈ, ਰੈਮ ਦੇ ਵਿੱਚ। ਤੇ ਇਹਨੂੰ ਲੋਡ ਕਰਾਉਣ ਲਈ ਜਿਹੜਾ ਸੌਫਟਵੇਅਰ ਵਰਤਿਆ ਜਾਂਦਾ ਉਹ ਕਿਹੜਾ ਹੁੰਦਾ, ਬੂਟ ਲੋਡਰ। ਇਹ ਚੀਜ਼ਾਂ ਆਪਾਂ ਬਹੁਤ ਵਾਰੀ ਡਿਸਕਸ ਕੀਤੀਆਂ ਨੇ ਕਿ ਸੈਕੰਡਰੀ ਸਟੋਰੇਜ ਦੇ ਵਿੱਚੋਂ ਜਾਂ ਹਾਰਡ ਡਿਸਕ ਦੇ ਵਿੱਚੋਂ ਆਪਰੇਟਿੰਗ ਸਿਸਟਮ ਨੂੰ ਲੋਡ ਕਰਾਉਣ ਦੇ ਲਈ ਜਿਹੜਾ ਸੌਫਟਵੇਅਰ ਵਰਤਿਆ ਜਾਂਦਾ ਉਹ ਬੂਟ ਲੋਡਰ ਹੁੰਦਾ ਹੈ। ਤੇ ਇਹ ਬੂਟ ਲੋਡਰ ਸਟੋਰ ਕਿੱਥੇ ਪਿਆ ਹੁੰਦਾ, ਇਹ ਰੋਮ ਦੇ ਵਿੱਚ ਸਟੋਰ ਪਿਆ ਹੁੰਦਾ, ਠੀਕ ਹੈ। ਹੁਣ ਇੱਥੇ ਆਪਰੇਟਿੰਗ ਸਿਸਟਮ ਆਊਗਾ, ਇਹ ਵਾਲਾ ਰੈਮ ਦਾ ਜਿਹੜਾ ਏਰੀਆ ਸੀ ਇਹ ਰਿਜ਼ਰਵ ਹੋ ਗਿਆ ਵੀ ਇਹਨੂੰ ਯੂਜ਼ਰ ਐਕਸੈਸ ਨਹੀਂ ਕਰ ਸਕਦਾ, ਤਾਂ ਉਹ ਰਿਸਟ੍ਰਿਕਸ਼ਨ ਹੈ। ਤਾਂ ਇੱਕ ਸਿਕਿਉਰਿਟੀ ਗਾਰਡ, ਜਿਵੇਂ ਆਪਾਂ ਕੋਈ ਏਰੀਆ ਰਿਸਟ੍ਰਿਕਟ ਕੀਤਾ ਹੁੰਦਾ ਕਿਸੇ ਵੀ ਯੂਨੀਵਰਸਿਟੀ, ਕਾਲਜ ਜਾਂ ਕਿਸੇ ਕੰਪਨੀ ਦੇ ਵਿੱਚ, ਉਧਰ ਨਹੀਂ ਜਾਣ ਦਿੰਦੇ, ਹੈ ਨਾ। ਤਾਂ ਜਿਵੇਂ ਆਪਾਂ ਯੂਨੀਵਰਸਿਟੀ ਜਾਂਦੇ ਹਾਂ, ਜਿੱਥੇ ਡਾਕੂਮੈਂਟ ਪ੍ਰਿੰਟ ਹੁੰਦੇ ਨੇ, ਲੈਬ ਦੇ ਵਿੱਚ ਨਹੀਂ ਜਾਣ ਦਿੰਦੇ ਆਪਾਂ ਨੂੰ। ਤਾਂ ਇਹ ਜਿਹੜਾ ਮੈਮਰੀ ਮੈਨੇਜਮੈਂਟ ਯੂਨਿਟ ਹੈ, ਇਹ ਐਜ਼ ਏ ਸਿਕਿਉਰਿਟੀ ਗਾਰਡ ਹੀ ਕੰਮ ਕਰਦਾ, ਤਾਂ ਹੀ ਇਹ ਐਡਰੈਸ ਨੂੰ ਰੀਲੋਕੇਟ ਕਰ ਦਿੰਦਾ। ਜਿਹੜਾ ਆਹ ਐਡਰੈਸ ਸੀ ਲੌਜੀਕਲ ਐਡਰੈਸ, ਇਹਨੂੰ ਪਤਾ ਹੁੰਦਾ ਵੀ ਰੇਂਜ ਇੱਥੋਂ ਲੈ ਕੇ ਇੱਥੋਂ ਤੱਕ ਯੂਜ਼ਰ ਦਾ ਏਰੀਆ, ਇਹਨੂੰ ਯੂਜ਼ਰ ਐਡਰੈਸ ਸਪੇਸ ਵੀ ਬੋਲਿਆ ਜਾਂਦਾ, ਯੂਜ਼ਰ ਐਡਰੈਸ ਸਪੇਸ। ਤੇ ਜਿਹੜਾ ਸਿਸਟਮ ਐਡਰੈਸ ਸਪੇਸ ਹੁੰਦਾ ਉਹਦੇ ਵਿੱਚ ਇਹ ਅਲਾਉ ਨਹੀਂ ਕਰਦਾ, ਕਿਉਂਕਿ ਉੱਥੇ ਤਾਂ ਸਿਸਟਮ ਨੇ ਕੰਮ ਕਰਨਾ, ਆਪਰੇਟਿੰਗ ਸਿਸਟਮ ਨੇ। ਤਾਂ ਇਹ ਰੀਲੋਕੇਟ ਕਰ ਦਿੰਦਾ, ਜਿਹੜਾ ਐਡਰੈਸ ਹੁੰਦਾ ਉਹਨੂੰ ਰੀਲੋਕੇਟ ਕਰ ਦਿੰਦਾ। ਤੇ ਜਿਹੜਾ ਅਸਲ 'ਚ ਐਡਰੈਸ ਮਿਲਦਾ ਮੈਮਰੀ ਦਾ, ਇਹਨੂੰ ਫਿਜ਼ੀਕਲ ਐਡਰੈਸ ਬੋਲਦੇ ਆ। ਕਿਉਂਕਿ ਜਿਹੜੀ ਰੈਮ ਹੈ ਇਹਨੂੰ ਬੋਲਿਆ ਹੀ ਫਿਜ਼ੀਕਲ ਮੈਮਰੀ ਜਾਂਦਾ। ਮੈਂ ਪਹਿਲਾਂ ਵੀ ਬਹੁਤ ਵਾਰੀ ਦੱਸਿਆ, ਓਨਲੀ ਰੈਮ ਇਜ਼ ਨੋਨ ਐਜ਼ ਫਿਜ਼ੀਕਲ ਮੈਮਰੀ, ਆਲ ਅਦਰ ਮੈਮਰੀਜ਼ ਆਰ ਨੋਨ ਐਜ਼ ਲੌਜੀਕਲ ਮੈਮਰੀ। ਤਾਂ CPU ਲੌਜੀਕਲ ਐਡਰੈਸ ਜਨਰੇਟ ਕਰਦਾ, ਤੇ ਇਹ ਲੌਜੀਕਲ ਐਡਰੈਸ ਨੂੰ MMU ਕੀ ਕਰ ਦਿੰਦਾ, ਰੀਲੋਕੇਟ ਕਰਕੇ ਫਿਜ਼ੀਕਲ ਐਡਰੈਸ ਜਨਰੇਟ ਹੋ ਜਾਂਦਾ। ਘੈਂਟ ਆ ਨਾ ਕੰਮ। ਤਾਂ ਥੋੜਾ ਜਿਹਾ 1-2 ਚੀਜ਼ਾਂ ਹੋਰ ਮੈਂ ਦੱਸ ਦਿੰਦਾ। ਲੌਜੀਕਲ ਐਡਰੈਸ ਹੈ ਜਿਹੜਾ ਯੂਜ਼ਡ ਐਜ਼ ਰੈਫਰੈਂਸ ਟੂ ਐਕਸੈਸ ਦੀ ਫਿਜ਼ੀਕਲ ਮੈਮਰੀ। ਫਿਜ਼ੀਕਲ ਮੈਮਰੀ ਨੂੰ ਐਕਸੈਸ ਕਰਨ ਦੇ ਲਈ ਰੈਫਰੈਂਸ ਇਹਦੇ ਤੋਂ ਮਿਲਦਾ। ਤੇ ਜਿਹੜਾ ਫਿਜ਼ੀਕਲ ਐਡਰੈਸ ਹੈ, ਫਿਜ਼ੀਕਲ ਲੋਕੇਸ਼ਨ ਇਨ ਦਾ ਮੈਮਰੀ ਯੂਨਿਟ, ਯਾਨੀ ਕਿ ਮੇਨ ਮੈਮਰੀ ਦੇ ਵਿੱਚ ਫਿਜ਼ੀਕਲ ਲੋਕੇਸ਼ਨ ਨੂੰ ਰਿਪਰੈਜ਼ੈਂਟ ਕਰਦਾ, ਹੈ ਨਾ। ਲੌਜੀਕਲ ਐਡਰੈਸ ਨੂੰ ਯੂਜ਼ਰ ਦੇਖ ਸਕਦਾ ਹੈ, ਫਿਜ਼ੀਕਲ ਐਡਰੈਸ ਨੂੰ ਯੂਜ਼ਰ ਡਾਇਰੈਕਟਲੀ ਨਹੀਂ ਦੇਖ ਸਕਦਾ। ਵੈਸੇ ਬਹੁਤ ਸਾਰੇ ਤਰੀਕੇ ਹੁੰਦੇ ਨੇ, ਪਰ ਡਾਇਰੈਕਟਲੀ ਨਹੀਂ ਦੇਖ ਸਕਦਾ। ਤੇ ਲੌਜੀਕਲ ਐਡਰੈਸ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ, CPU ਜਨਰੇਟ ਕਰਦਾ ਹੈ, ਤੇ ਫਿਜ਼ੀਕਲ ਐਡਰੈਸ ਨੂੰ ਮੈਮਰੀ ਮੈਨੇਜਮੈਂਟ ਯੂਨਿਟ ਜਨਰੇਟ ਕਰਦਾ ਹੈ। ਤੇ ਲੌਜੀਕਲ ਐਡਰੈਸ ਇਜ਼ ਆਲਸੋ ਨੋਨ ਐਜ਼ ਵਰਚੁਅਲ ਐਡਰੈਸ। ਤਾਂ ਗੱਲ ਯਾਦ ਰਹੂਗੀ, ਸਕਰੀਨਸ਼ਾਟ ਲੈ ਸਕਦੇ ਹੋ। ਤੇ ਫਿਰ ਇਹਦਾ ਕਿਹੜਾ ਆਨਸਰ ਹੋ ਗਿਆ, ਇਹ ਆਨਸਰ ਹੋ ਗਿਆ ਲੌਜੀਕਲ ਐਡਰੈਸ। ਕਲੀਅਰ ਹੈ ਜੀ। ਅਗਲਾ ਕੁਐਸਚਨ, ਇਨ ਵਿਚ ਆਫ ਦੀ ਫੋਲੋਇੰਗ ਕੰਪਿਊਟਰ ਜਨਰੇਸ਼ਨ ਵੈਕਿਊਮ ਟਿਊਬਸ ਵਰ ਯੂਜ਼ਡ।
ਕਹਿੰਦਾ ਵੈਕਿਊਮ ਟਿਊਬ ਕਿਹੜੀ ਜਨਰੇਸ਼ਨ ਦੇ ਵਿੱਚ ਯੂਜ਼ ਹੋਊਗਾ ਸੀ। ਵੈਸੇ ਤਾਂ ਆਪਾਂ ਨੂੰ ਪਤਾ ਹੀ, ਆਪਾਂ ਫਿਰ ਵੀ ਦੇਖ ਲੈਂਦੇ ਆ। ਪਹਿਲੀ ਜਨਰੇਸ਼ਨ ਦੇ ਵਿੱਚ ਵੈਕਿਊਮ ਟਿਊਬ ਹੋਈਆਂ ਸੀ, ਫਿਰ ਟਰਾਂਜਿਸਟਰ, ਫਿਰ ਆਈਸੀ, ਫਿਰ VLSI ਮਾਈਕਰੋ ਪ੍ਰੋਸੈਸਰ। ਕੱਲਾ ਮਾਈਕਰੋ ਪ੍ਰੋਸੈਸਰ ਕਹਿ ਦੇ ਤਾਂ ਵੀ ਚੌਥੀ ਜਨਰੇਸ਼ਨ ਦੇ ਵਿੱਚ VLSI ਦੀ ਐਬਰੀਵੇਸ਼ਨ ਪੁੱਛ ਸਕਦਾ ਹੈ, ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ। ਤੇ ULSI ਮਾਈਕਰੋ ਪ੍ਰੋਸੈਸਰ ਕਹਿ ਸਕਦਾ ਹੈ, ਤੇ ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ ਜਾਂ AI ਕਹਿ ਸਕਦਾ। ਤਾਂ ਫਿਰ ਪੰਜਵੀਂ ਜਨਰੇਸ਼ਨ। ਤਾਂ ਵੈਕਿਊਮ ਟਿਊਬ ਕਿਹੜੀ ਜਨਰੇਸ਼ਨ ਦੇ ਵਿੱਚ ਹੈ? ਫਰਸਟ ਜਨਰੇਸ਼ਨ ਦੇ ਵਿੱਚ। ਠੀਕ ਹੈ। ਅਗਲਾ ਕੁਐਸਚਨ, ਇਹਦਾ ਕੁਐਸਚਨ ਬਹੁਤ ਪੁੱਛਿਆ ਜਾਂਦਾ ਯਾਰ, ਹਰੇਕ ਪੇਪਰ ਦੇ ਵਿੱਚ ਹੀ ਆਉਂਦਾ ਇਹ। ਕਹਿੰਦਾ ਵਿਚ ਉਹਦੀ ਫੋਲੋਇੰਗ ਸਮੋਲੈਸਟ ਯੂਨਿਟ ਆਫ ਡੇਟਾ ਇਨ ਕੰਪਿਊਟਰ। ਕੰਪਿਊਟਰ ਦੇ ਵਿੱਚ ਕਹਿੰਦਾ ਕਿਹੜਾ ਸਮੋਲੈਸਟ ਯੂਨਿਟ ਹੁੰਦਾ ਹੈ? ਬਿਟ, ਕਿਲੋਬਾਈਟ, ਨਿਬਲ ਤੇ ਬਾਈਟ। ਠੀਕ ਹੈ। ਤਾਂ ਆਨਸਰ ਤਾਂ ਇਹਦਾ ਬਿਟ ਹੈ। ਤਾਂ ਇੱਕ ਨਾਲ ਲੱਗਦੀ ਹੋਰ ਗੱਲ ਦੱਸਦੇ ਆ, ਬਿਟ ਨੂੰ ਰਿਪਰੈਜ਼ੈਂਟ ਕਰਦੇ ਆ ਸਮੋਲ b ਦੇ ਨਾਲ, ਤੇ KB ਤਾਂ ਕਿਲੋਬਾਈਟ ਹੀ ਹੁੰਦਾ ਹੈ। ਠੀਕ ਹੈ। ਨਿਬਲ ਐਜ਼ ਏ ਨਿਬਲ ਹੀ ਆਊਗਾ। ਬਾਈਟ ਨੂੰ ਰਿਪਰੈਜ਼ੈਂਟ ਕਰਾਂਗੇ ਕੈਪੀਟਲ B ਦੇ ਨਾਲ। ਤਾਂ ਆਪਸ਼ਨਾਂ ਇਹ ਵੀ ਹੋ ਸਕਦੀਆਂ ਸੀ, ਜੇ ਆਪਾਂ ਇਹ ਆਪਸ਼ਨਾਂ ਬਣਾਈਏ ਤਾਂ ਇੱਥੋਂ ਅੰਡਰਸਟੂਡ ਹੈ ਕਿ ਸਮੋਲ b ਜਿਹੜਾ ਹੈ ਉਹ ਬਿਟ ਨੂੰ ਰਿਪਰੈਜ਼ੈਂਟ ਕਰਦਾ, ਤਾਂ ਵੀ ਆਨਸਰ ਇਹ ਹੋ ਜਾਣਾ ਸੀ। ਠੀਕ ਹੈ। ਇੱਕ ਗੱਲ ਹੋਰ ਦੱਸ ਦਿੰਦੇ ਨਾਲ ਲੱਗਦੀ, ਕਿਲੋ ਇਹ ਹੈਗਾ ਕਿਲੋਬਾਈਟ। ਇੱਥੇ ਕਈ ਵਾਰੀ ਸਟੂਡੈਂਟ ਕਨਫਿਊਜ਼ ਹੋ ਜਾਂਦਾ, ਇੱਥੇ ਕੁਐਸਚਨ ਗਲਤ ਹੋ ਜਾਂਦਾ ਹੈ। ਪਿੱਛੇ ਜੇ ਲਾਇਬ੍ਰੇਰੀ ਦਾ ਪੇਪਰ ਹੋਇਆ ਸੀ, ਉਹਦੇ 'ਚ ਪੁੱਛ ਲਿਆ ਸੀ ਉਹਨੇ, ਹੈ ਨਾ, ਗਲਤ ਹੋ ਗਿਆ ਸੀ। ਇਹ ਹੈਗਾ ਕਿਲੋਬਿਟ, ਗੱਲ ਯਾਦ ਰੱਖਣੀ ਹੈ। ਠੀਕ ਹੈ। ਕਿਲੋਬਾਈਟ ਤੇ ਕਿਲੋਬਿਟ। ਇਹ ਆ ਜਾਊਗਾ 1024 ਬਾਈਟ ਦੇ, ਤੇ ਇਹ ਆ ਜਾਊਗਾ 1024 ਬਿਟ ਦੇ, ਸਮੋਲ b ਆ ਜਾਊਗਾ। ਠੀਕ ਹੈ। ਕਲੀਅਰ ਹੋ ਗਈ ਨਾ, ਗੱਲ ਯਾਦ ਰੱਖਣੀ ਹੈ। ਇਹ ਆਨਸਰ ਇਹਦਾ। ਅਗਲਾ ਕੁਐਸਚਨ, ਵਿਚ ਉਹਦੀ ਫੋਲੋਇੰਗ ਸਰਵਿਸ ਅਲਾਉਜ਼ ਏ ਯੂਜ਼ਰ ਟੂ ਲੌਗ ਇਨ ਟੂ ਅਨਦਰ ਕੰਪਿਊਟਰ ਸਮਵੇਅਰ ਔਨ ਦੀ ਇੰਟਰਨੈਟ। ਦੇਖੋ ਬਹੁਤ ਵਧੀਆ ਇਹ ਟੈਕਨੀਕ ਹੈ, ਤੁਸੀਂ ਵੀ ਕਰ ਸਕਦੇ ਹੋ ਕਿ ਆਪਾਂ ਬੈਠੇ ਕਿਤੇ ਹੋਰ ਆ ਤੇ ਡੇਟਾ ਚਾਹੀਦਾ। ਮੰਨ ਲਓ ਤੁਸੀਂ, ਤੁਹਾਡਾ ਇੱਕ ਕੰਪਿਊਟਰ ਘਰੇ ਆ ਤੇ ਤੁਸੀਂ ਕਿਤੇ ਜੌਬ ਤੇ ਹੋ, ਮੰਨ ਲਓ ਤੁਸੀਂ ਚੰਡੀਗੜ੍ਹ ਜੌਬ ਕਰਦੇ ਹੋ ਜਾਂ ਲੁਧਿਆਣੇ ਜੌਬ ਕਰਦੇ ਹੋ, ਤੇ ਤੁਸੀਂ ਚਾਹੁੰਦੇ ਹੋ ਯਾਰ ਉਹਦੇ 'ਚ ਆਪਾਂ ਨੂੰ ਡੇਟਾ ਚਾਹੀਦਾ। ਤਾਂ ਹੁਣ ਜੇ ਕੋਈ ਘਰੇ ਡਾਕੂਮੈਂਟ ਪਿਆ ਹੋਵੇ ਤਾਂ ਘਰ ਦੇ ਆਪਾਂ ਨੂੰ ਕੀ ਕਰਦੇ ਨੇ, ਸਕੈਨ ਕਰਕੇ ਭੇਜ ਦਿੰਦੇ ਨੇ। ਪਰ ਕੰਪਿਊਟਰ ਦੇ ਵਿੱਚੋਂ ਤਾਂ ਨਹੀਂ ਭੇਜਿਆ ਜਾ ਸਕਦਾ। ਮੇਲ ਕੀਤੀ ਜਾ ਸਕਦੀ ਹੈ, ਨੋ ਡਾਊਟ, ਪਰ ਘਰਦਿਆਂ ਨੂੰ ਇਹ ਨਹੀਂ ਪਤਾ ਵੀ ਯਾਰ ਕਿੱਥੋਂ ਕਿਵੇਂ ਮੇਲ ਕਰਨਾ ਹੈ। ਤਾਂ ਤੁਸੀਂ ਪਿੰਡ 'ਚੋਂ ਕਹੋਗੇ ਵੀ ਕਿਸੇ ਬੰਦੇ ਨੂੰ ਸੱਦ ਕੇ ਲਿਆਓ ਯਾਰ, ਉਹ ਸਾਡਾ ਕੰਪਿਊਟਰ ਔਨ ਕਰੇ ਤੇ ਉੱਥੇ ਜਿਹੜਾ ਜਿਵੇਂ ਮੈਂ ਕਹੂੰਗਾ ਉਹ ਕੰਮ ਕਰਦੇ। ਤਾਂ ਉਹ ਕੀ ਕਰੂਗਾ, ਇੱਕ ਹੁੰਦਾ ਹੈਗਾ ਰਿਮੋਟ ਡੈਸਕਟਾਪ। ਰਿਮੋਟ ਡੈਸਕਟਾਪ ਦੇ ਲਈ ਸੌਫਟਵੇਅਰ ਆਉਂਦਾ ਟੀਮ ਵਿਊਅਰ, ਟੀਮ ਵਿਊਅਰ। ਉਹ ਤੁਹਾਡੇ ਕੰਪਿਊਟਰ ਤੇ ਘਰੇ ਵਾਲੇ ਤੇ ਟੀਮ ਵਿਊਅਰ ਨੂੰ ਔਨ ਕਰ ਦੂਗਾ ਤੇ ਉਹਦੀ ਫੋਟੋ ਖਿੱਚ ਕੇ ਤੁਹਾਨੂੰ ਭੇਜ ਦੂਗਾ, ਯੂਜ਼ਰ ID ਤੇ ਪਾਸਵਰਡ। ਤੇ ਜਦੋਂ ਹੀ ਤੁਸੀਂ ਆਪਣੇ ਕੰਪਿਊਟਰ ਤੋਂ ਟੀਮ ਵਿਊਅਰ ਨੂੰ ਔਨ ਕਰੋਗੇ, ਉੱਥੇ ਉਹ ਬੰਦੇ ਦੀ, ਤੁਹਾਡੇ ਘਰੇ ਵਾਲੇ ਕੰਪਿਊਟਰ ਦੀ ID ਤੇ ਯੂਜ਼ਰ ID ਤੇ ਪਾਸਵਰਡ ਭਰੋਗੇ ਤਾਂ ਤੁਸੀਂ ਸਾਰਾ ਕੰਪਿਊਟਰ ਐਕਸੈਸ ਕਰ ਸਕਦੇ ਹੋ। ਜਿਹੜਾ ਵੀ ਡੇਟਾ ਪਿਆ ਉਹ ਤੁਸੀਂ ਆਪਦੇ ਹਿਸਾਬ ਨਾਲ ਉੱਥੇ ਬੈਠੇ ਹੀ ਪ੍ਰਿੰਟ ਕੱਢ ਸਕਦੇ ਹੋ। ਮਤਲਬ ਕੋਈ ਵੀ ਕੰਮ ਤੁਸੀਂ ਕਰ ਸਕਦੇ ਹੋ। ਇਸੇ ਨੂੰ ਹੀ ਬੋਲਦੇ ਆ ਲੌਗਇਨ ਕਰਨਾ ਕਿਸੇ ਹੋਰ ਲੋਕੇਸ਼ਨ ਤੇ। ਤਾਂ ਇਹ ਕਾਹਦੇ ਦੁਆਰਾ ਹੁੰਦਾ? ਤਾਂ ਈਮੇਲ ਦੁਆਰਾ ਨਹੀਂ ਹੁੰਦਾ, ਯੂਜ਼ਰਨੈਟ ਵੀ ਨਹੀਂ ਹੁੰਦਾ, FTP ਵੀ ਨਹੀਂ, ਟੈਲਨੈਟ ਹੁੰਦਾ। ਤਾਂ ਇਹ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਤਾਂ ਰਿਮੋਟ ਡੈਸਕਟਾਪ ਹੁੰਦਾ ਜਿਹਨੂੰ RDP ਵੀ ਕਿਹਾ ਜਾਂਦਾ ਹੈ ਨਾ, ਇੱਕ ਹੁੰਦਾ ਟੈਲਨੈਟ। ਟੈਲਨੈਟ ਨੂੰ ਟਰਮੀਨਲ ਨੈਟਵਰਕ ਵੀ ਬੋਲਦੇ ਨੇ, ਟੈਲੀਕਮਿਊਨੀਕੇਸ਼ਨ ਨੈਟਵਰਕ ਵੀ ਬੋਲਿਆ ਜਾਂਦਾ ਹੈ ਨਾ। ਤਾਂ ਇਹ ਜਿਹੜਾ ਰਿਮੋਟ ਡੈਸਕਟਾਪ ਹੈ ਇਹ ਤਾਂ ਆਪਾਂ ਨੂੰ GUI ਮੋਡ 'ਚ ਪ੍ਰੋਵਾਈਡ ਕਰਦਾ, ਗ੍ਰਾਫਿਕਲ ਯੂਜ਼ਰ ਇੰਟਰਫੇਸ ਹੈ ਨਾ। ਅਸੀਂ ਦੇਖ ਕੇ ਕਲਿੱਕ ਕਰ ਸਕਦੇ ਹਾਂ, ਆਈਕਨ ਤੇ ਕਲਿੱਕ ਕਰ ਸਕਦੇ ਹਾਂ। ਬਟ ਜਿਹੜਾ ਟੈਲਨੈਟ ਹੈ ਇਹਦੇ ਵਿੱਚ ਕਮਾਂਡ ਲਾਈਨ, ਪ੍ਰੋਗਰਾਮਿੰਗ ਦੁਆਰਾ, ਕੋਡਿੰਗ ਦੁਆਰਾ। ਠੀਕ ਹੈ। ਤੇ ਇਹ ਗੱਲਾਂ ਯਾਦ ਰੱਖਣੀਆਂ ਨੇ ਦੋਨੇ। ਤੇ ਰਿਮੋਟ ਡੈਸਕਟਾਪ ਦੇ ਲਈ ਸਭ ਤੋਂ ਜ਼ਿਆਦਾ ਜਿਹੜਾ ਵਰਤਿਆ ਜਾਂਦਾ ਟੀਮ ਵਿਊਅਰ, ਐਨੀ ਡੈਸਕ, ਯੂਹੂ, ਅਸਿਸਟ, ਰਿਮੋਟ PC, VNC, ਰਿਮੋਟ ਡੈਸਕਟਾਪ ਹੈ ਨਾ। ਸੋ ਇਵੇਂ ਦੇ ਸੌਫਟਵੇਅਰ ਨੇ ਕਿਹੜੇ ਵਰਤੇ ਜਾਂਦੇ ਨੇ। ਤੇ ਟੈਲਨੈਟ ਸੀ ਜਿਹੜਾ, ਇਹਦੇ ਵਿੱਚ ਸਿਕਿਉਰਿਟੀ ਨਹੀਂ ਸੀ, ਤਾਂ ਕਰਕੇ ਉਹਨੂੰ ਰਿਪਲੇਸ ਕਰਕੇ ਅੱਜ ਕੱਲ੍ਹ ਵਰਤਿਆ ਜਾਂਦਾ SSH, ਯਾਨੀ ਕਿ ਸਿਕਿਉਰ ਸ਼ੈਲ। ਠੀਕ ਹੈ। ਨੇ ਰਿਪਲੇਸ ਕਰਤਾ ਟੈਲਨੈਟ ਨੂੰ। ਕਲੀਅਰ ਹੋ ਗਈ ਗੱਲ? ਸਕਰੀਨਸ਼ਾਟ ਲੈਣਾ ਤਾਂ ਲੈ ਸਕਦੇ ਹੋ। ਫਿਰ ਇਹਦਾ ਆਨਸਰ ਕੀ ਹੈ? C ਆਨਸਰ। ਦੇਖੋ ਘੈਂਟ ਹੈ ਨਾ ਕੰਮ। ਬੇਸ਼ੱਕ ਉਹੀ ਡਰੀ ਜਾਈਏ ਆਪਾਂ ਵੀ ਔਖਾ ਜੇ ਹੋ ਸਕਦਾ ਉਹਨੇ ਇਹੀ ਕਾਪੀ ਕਰਤਾ ਹੈ ਨਾ। ਤਾਂ ਫਿਰ ਜੇ ਤੁਸੀਂ ਪੜ੍ਹਿਆ ਧਿਆਨ ਦੇ ਨਾਲ, ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਆਪਦੇ ਦਿਮਾਗ ਦੀਆਂ ਐਨਕਾਂ ਲਾ ਦਈਏ ਆਪਾਂ। ਇੱਕ ਤਾਂ ਅੱਖਾਂ ਤੇ ਐਨਕਾਂ ਲੱਗਦੀਆਂ ਨੇ, ਇੱਕ ਦਿਮਾਗ 'ਚ ਵੀ ਐਨਕਾਂ ਹੁੰਦੀਆਂ ਨੇ। ਤੇ ਕਈ ਵਾਰੀ ਅਸੀਂ ਜ਼ਿਆਦਾਤਰ ਅੱਜ ਕੱਲ੍ਹ ਕੀ ਹੋ ਰਿਹਾ ਕੰਮ, ਜਿਹੜੇ ਬੰਦੇ ਐਨਕਾਂ ਲਾਉਂਦੇ ਨੇ ਉਹ ਪਛਤਾਉਂਦੇ ਬਹੁਤ ਆ। ਕਿਸੇ ਵੀ ਕੰਮ ਦੇ ਵਿੱਚ ਐਨਕਾਂ ਨਹੀਂ ਲਾਉਣੀਆਂ ਚਾਹੀਦੀਆਂ, ਕਿਸੇ 'ਚ ਨਹੀਂ ਲਾਉਣੀਆਂ ਚਾਹੀਦੀਆਂ। ਤੁਸੀਂ ਜੇ ਉਸ ਨੂੰ ਦਿਮਾਗ ਨੂੰ ਅਸੀਂ ਕਮਾਂਡ ਅਸੀਂ ਆਪ ਦਿੰਦੇ ਹਾਂ, ਜੇ ਮੈਂ ਮੰਨ ਲਓ ਐਨਕਾਂ ਹੀ ਲਾ ਲਾਂ ਵੀ ਤਾਂ ਇਹ ਤਾਂ ਔਖਾ ਯਾਰ, ਫਿਰ ਉਹ ਬਾਕੀ ਔਖਾ ਲੱਗੂਗਾ ਹੈ ਨਾ। ਤੇ ਜੇ ਅਸੀਂ ਐਂ ਮੰਨ ਲਈਏ ਵੀ ਕੋਈ ਚੱਕਰ ਹੀ ਨਹੀਂ, ਫੱਟੇ ਚੱਕ ਦਾਂਗੇ, ਕੁੱਤੀਆਂ ਕਰਨਾ ਚੜਾ ਦਾਂਗੇ ਹੈ ਨਾ, ਫਿਰ ਉਹ ਚੀਜ਼ ਠੀਕ ਲੱਗਦੀ ਹੈ, ਸੌਖੀ ਲੱਗਦੀ ਹੈ। ਤਾਂ ਤੁਸੀਂ ਜਿਵੇਂ ਕੰਪੀਟੀਸ਼ਨ ਹੈ, ਜਿੱਥੇ ਚੀਜ਼ ਸੌਖੀ ਹੈ ਉੱਥੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੁੰਦਾ ਹੈ। ਜਿਵੇਂ ਮੰਨ ਲਓ ਕੰਪਿਊਟਰ ਕਹਿ ਦਈਏ ਆਪਾਂ, ਕੰਪਿਊਟਰ ਬਹੁਤ ਸੌਖਾ ਹੈ ਤਾਂ ਇਹ ਸਾਰੇ ਬੰਦਿਆਂ ਨੂੰ ਸੌਖਾ ਹੈ, ਤਾਂ ਇੱਥੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ। ਜਿੱਥੇ 1000 ਬੰਦਾ ਖੜਾ, ਤੁਹਾਡੇ ਮਤਲਬ ਲੱਖ ਬੰਦਾ ਲਾ ਲਓ, ਲੱਖ ਬੰਦੇ, ਇੱਕ ਪੋਸਟ ਨਿਕਲੀ ਹੈ ਕਿਤੇ ਕਾਲਜ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ 1 ਲੱਖ ਬੰਦਾ
ਚਲਿਆ ਗਿਆ, ਉੱਥੇ ਕੰਪੀਟੀਸ਼ਨ ਬਹੁਤ ਹੋ ਗਿਆ, ਤਾਂ ਉੱਥੇ ਤੁਹਾਡੇ ਪ੍ਰੋਬੇਬਿਲਿਟੀ ਕਿੰਨੀ ਹੋ ਗਈ 1/1 ਲੱਖ 1 ਲੱਖ। ਤਾਂ ਗੱਲ ਗਲਤ ਹੋ ਗਈ ਨਾ। ਜੇ ਤੁਸੀਂ ਮੈਥ ਤੇ ਆ ਜਾਓ, ਵੈਸੇ ਤਾਂ ਕੰਪਿਊਟਰ ਦੇ ਵਿੱਚ ਵੀ ਜ਼ਿਆਦਾ ਬੰਦਿਆਂ ਨੂੰ ਸੌਖਾ ਨਹੀਂ ਲੱਗਦਾ, ਪਰ ਮੇਰਾ ਸਬਜੈਕਟ ਹੈ, ਮੈਂ ਤਾਂ ਕਹੂੰਗਾ ਵੀ ਸੌਖਾ ਹੈ ਨਾ। ਜੇ ਤੁਸੀਂ ਮੈਥ ਜਾਂ ਇੰਗਲਿਸ਼ ਦੇ ਵਿੱਚ ਆ ਜਾਓ, ਉੱਥੇ 70 ਤੋਂ 80% ਬੰਦੇ ਤਾਂ ਇਸ ਚੀਜ਼ ਦੇ ਦਿਮਾਗ 'ਚ ਐਨਕਾਂ ਲਾ ਕੇ ਰੱਖਦੇ ਆ ਵੀ ਮੈਥ ਤਾਂ ਯਾਰ ਔਖਾ ਹੈ, ਜੇ ਮਜਬੂਰੀ 'ਚ ਕਰਨਾ ਪਊਗਾ, ਜ਼ੋਰ ਜੂਰ ਜਿਹਾ ਲਾ ਕੇ ਦੇਖਦੇ ਆ, ਪਰ ਅੰਦਰੋਂ ਐਨਕਾਂ ਚੜੀਆਂ ਹੁੰਦੀਆਂ ਦਿਮਾਗ ਦੇ ਵਿੱਚ। ਤਾਂ ਉੱਥੇ ਮੈਨੂੰ ਇਹ ਲੱਗਦਾ ਵੀ ਕੰਪੀਟੀਸ਼ਨ ਘਟ ਗਿਆ, ਕਿਉਂਕਿ ਲੱਖ ਬੰਦੇ ਥਾਂ ਤੇ ਉੱਥੇ 20,000 ਬੰਦਾ ਹੋਊਗਾ ਜਿਹੜਾ ਕਹੂਗਾ ਵੀ ਮੈਥ ਨਾਲ ਟੱਕਰ ਲਵਾਂਗੇ। ਕਿੱਥੇ ਯਾਰ 1 ਲੱਖ ਬੰਦੇ ਨਾਲ ਕੰਪੀਟ ਕਰਨਾ, ਕਿੱਥੇ 20,000 ਬੰਦੇ ਨਾਲ ਕੰਪੀਟ ਕਰਨਾ, ਦੇਖੋ ਕਿੰਨਾ ਫਰਕ ਪੈ ਗਿਆ, ਪ੍ਰੋਬੇਬਿਲਿਟੀ ਵੱਧ ਗਈ ਤੁਹਾਡੀ ਸਕਸੈਸ ਹੋਣ ਦੀ। ਤਾਂ ਜਿਹੜੀ ਚੀਜ਼ ਔਖੀ ਲੱਗਦੀ ਹੈ ਉਹਨੂੰ ਕਦੇ ਨਾ ਛੱਡੋ, ਉੱਥੇ ਤੁਸੀਂ ਪੇਪਰ 'ਚ ਵੀ ਨਾ ਛੱਡ ਕੇ ਆਓ। ਇੰਗਲਿਸ਼ ਤੇ ਮੈਥ ਨਾਲ ਮੱਥਾ ਲਾਓ, ਚੀਜ਼ਾਂ ਆਉਣਗੀਆਂ, ਬਾਣੀ ਪਾ ਲਾਂਗੇ ਆਪਾਂ ਇਹਨਾਂ ਨੂੰ। ਮੈਨੂੰ ਵੀ ਕੁਛ ਨਹੀਂ ਆਉਂਦਾ ਸੀ, ਠੀਕ ਹੈ, ਪਿੰਡਾਂ ਤੋਂ ਹੀ ਬਿਲੋਂਗ ਕਰਦੇ ਆਪਾਂ ਤੁਹਾਡੇ ਵਾਂਗੂ ਹੀ ਕੰਪਿਊਟਰ, ਤੇ ਜਦੋਂ ਲਗਾਤਾਰ ਚੀਜ਼ਾਂ ਕਰੀਆਂ ਆਉਣ ਲੱਗ ਗਈਆਂ। ਮੈਥ ਮੂਥ ਮੈਨੂੰ ਕਿੱਥੇ ਆਉਂਦਾ ਸੀ ਯਾਰ, ਹੁਣ ਵੱਟ ਕੱਢ ਦੇਈਦੇ ਹੈ ਨਾ। ਕਿਉਂ? ਕਿਉਂਕਿ ਐਨਕਾਂ ਲਾਤੀਆਂ। ਤੁਸੀਂ ਵੀ ਐਨਕਾਂ ਲਾ ਕੇ ਕੰਮ ਕਰਨਾ ਆਪਾਂ। ਮੈਂ ਤੁਹਾਡਾ ਭਰਾ ਤੁਹਾਡੇ ਨਾਲ ਖੜਾ ਹੈ, ਮੈਥ ਵੀ ਕਰਾਵਾਂਗੇ ਸ਼ੁਰੂ, ਕੋਈ ਗੱਲ ਨਹੀਂ, ਹਜੇ ਥੋੜ੍ਹਾ ਜਿਹਾ ਕੰਮ ਬਿਜ਼ੀ ਚੱਲ ਰਿਹਾ ਸ਼ਡਿਊਲ, ਤੇ ਚੀਜ਼ਾਂ ਕਰਾਂਗੇ ਆਪਾਂ ਹੌਲੀ ਹੌਲੀ, ਠੀਕ ਹੈ। ਸੋ 5ਵਾਂ ਕੁਐਸਚਨ ਹੈ ਜਿਵੇਂ ਦੀ ਲੈਂਥ ਆਫ IPv6 ਐਡਰੈਸਿਸ। ਕਹਿੰਦਾ IPv6 ਐਡਰੈਸ ਦੀ ਲੈਂਥ ਕਿੰਨੀ ਹੁੰਦੀ ਹੈ? 32 ਬਿਟ 64 128 256। ਤਾਂ ਇਹ ਮੈਂ ਕਰਵਾਇਆ ਵੀ ਹੋਇਆ। IP ਐਡਰੈਸ ਨੂੰ ਲੌਜੀਕਲ ਐਡਰੈਸ ਵੀ ਕਹਿੰਦੇ ਆ, ਦੋ ਤਰ੍ਹਾਂ ਦਾ ਹੁੰਦਾ, IPv4 ਤੇ IPv6 ਦੇ ਦੋ ਹੀ ਵਰਜਨ ਨੇ। ਕਈ ਵਾਰ ਇੱਕ ਪੇਪਰ 'ਚ ਉਹਨੇ ਐਂ ਵੀ ਪੁੱਛ ਲਿਆ ਵੀ ਇਹ ਹੇਠ ਲਿਖਿਆ 'ਚੋਂ ਕਿਹੜਾ IP ਐਡਰੈਸ ਦਾ ਵਰਜਨ ਨਹੀਂ ਹੈ, ਉਹਨੇ 1 2 ਵੀ ਪਾਤਾ ਵਿੱਚ। IPv1 2 3 ਹੈ ਹੀ ਨਹੀਂ, ਇਹ ਸਿਰਫ ਦੋ ਹੀ ਵਰਜਨ ਹੈ, IPv4 ਤੇ 6। ਜਿਹੜਾ 4 ਹੈ 32 ਬਿਟ ਦਾ, ਇਹਨੂੰ ਡਿਵਾਈਡ ਬਾਈ 8 ਕਰਾਂਗੇ ਤਾਂ 4 ਬਾਈਟ ਹੋ ਗਿਆ। ਤੇ ਜਿਹੜਾ IPv6 ਹੈ 128 ਬਿਟ ਦਾ, ਡਿਵਾਈਡ ਬਾਈ 8 ਕਰਾਂਗੇ ਤਾਂ ਕਿੰਨਾ ਆਜੂ 16 ਬਾਈਟ ਦਾ। ਫਿਰ ਆਨਸਰ ਕਿੰਨਾ ਹੋ ਗਿਆ? 16 ਨਹੀਂ ਹੋਊਗਾ ਇੱਥੇ ਆਨਸਰ, ਕਈ ਵਾਰੀ ਇੱਥੇ 16 ਵੀ ਪਾ ਸਕਦਾ। ਦੇਖੋ ਇੱਥੇ ਇੱਕ ਹੋਰ ਆਪਸ਼ਨ ਪਾ ਦਈਏ ਆਪਾਂ, 16 ਬਿਟਸ, ਤਾਂ ਫਿਰ 16 ਨਹੀਂ 16 ਬਾਈਟਸ ਹੈ। ਜੇ F ਇੱਕ ਆਪਸ਼ਨ ਹੋਰ ਪਾ ਦਈਏ 16 ਬਾਈਟ, ਫਿਰ ਦੋ ਆਨਸਰ ਹੋ ਗਏ, 128 ਬਿਟਸ ਜਾਂ 16 ਬਾਈਟਸ। ਤਾਂ ਇਹਦੀ ਇਹ ਗੱਲ ਯਾਦ ਰੱਖਣੀ ਹੈ। ਤਾਂ ਸੀ ਆਨਸਰ 128 ਬਿਟਸ, ਠੀਕ ਹੈ। ਆ ਵੀ ਵਧੀਆ ਕੁਐਸਚਨ ਹੈ। ਕਹਿੰਦਾ ਵਿਚ ਆਫ ਦੀ ਫੋਲੋਇੰਗ IP ਐਡਰੈਸ ਬਿਲੋਂਗ ਕਲਾਸ ਏ। ਕਹਿੰਦਾ ਕਿਹੜੇ A ਕਲਾਸ ਨੂੰ ਬਿਲੋਂਗ ਕਰਦੇ ਨੇ। ਤਾਂ ਇਹ ਹੁਣ ਕਈ ਹੋਰ ਪੇਪਰਾਂ ਦੇ ਵਿੱਚ ਵੀ ਪੁੱਛਿਆ ਜਾ ਚੁੱਕਿਆ। ਹੁਣ ਜਿਵੇਂ ਇਹ ਕਹੋ ਵੀ ਸਟੂਡੈਂਟ ਜਿਵੇਂ ਜਿਵੇਂ ਇੰਟੈਲੀਜੈਂਟ ਹੁੰਦੇ ਜਾਂਦੇ ਨੇ, ਉਵੇਂ ਉਹਨੂੰ ਕੀ ਹੈ ਹੋਰ ਸਿਲੇਬਸ ਪਾਉਣਾ ਪੈ ਜਾਂਦਾ। ਤਾਂ ਇਹ ਵੀ ਚੀਜ਼ਾਂ ਪਾਉਣ ਲੱਗ ਗਿਆ ਹੁਣ। ਉਹ ਤਾਂ ਇਹਨੂੰ ਆਪਾਂ ਛੱਡਣਾ ਥੋੜ੍ਹੀ ਹੈ, ਜੇ ਆਪਾਂ ਨੂੰ ਪੁੱਛ ਹੀ ਲਿਆ ਉਹਨੇ। ਤਾਂ IP ਦੀਆਂ ਕਲਾਸਾਂ ਬਣੀਆਂ ਹੁੰਦੀਆਂ ਨੇ, ਜਿਹੜੇ IP ਐਡਰੈਸ ਨੇ ਇਹਨਾਂ ਨੂੰ ਅੱਗੇ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੁੰਦਾ। A ਕਲਾਸ, B ਕਲਾਸ, C ਕਲਾਸ, D ਕਲਾਸ ਤੇ E ਕਲਾਸ। 5 ਕਲਾਸਾਂ ਬਣੀਆਂ ਹੁੰਦੀਆਂ। ਪਹਿਲੇ ਦੇ ਵਿੱਚ ਹੁੰਦੇ ਨੇ, ਪਹਿਲਾਂ ਯਾਰ ਮੈਂ ਤੁਹਾਨੂੰ IP ਐਡਰੈਸ ਦੱਸ ਦਿਆਂ ਥੋੜਾ ਜਿਹਾ, ਕੋਈ ਗੱਲ ਨਹੀਂ, ਚੱਲ ਵੀਡੀਓ ਲੰਬੀ ਹੋ ਜੂ। ਪਹਿਲਾਂ ਮੈਂ ਡਿਟੇਲ 'ਚ ਹੀ ਜਾਣਾ ਚਾਹੁੰਦਾ ਵੀ IP ਐਡਰੈਸ ਹੁੰਦਾ ਕੀ ਹੈ, ਕਿਵੇਂ ਬਣਦਾ ਹੈ, ਕੀ ਕਹਾਣੀ ਹੈ। ਪਹਿਲਾਂ ਆਪਾਂ ਉਹ ਡਿਸਕਸ ਕਰਦੇ ਹਾਂ, ਇਹਦੇ ਬਾਅਦ 'ਚ ਆਉਂਦੇ ਹਾਂ, ਠੀਕ ਹੈ। ਸੋ ਹੁਣ ਨੋਟ ਕਰੀ ਜਾਓ ਨਾਲ ਨਾਲ। IP ਐਡਰੈਸ IPv4 ਆਪਾਂ ਨੂੰ ਪਤਾ ਹੁੰਦਾ 32 ਬਿਟ ਦਾ ਹੁੰਦਾ। IPv4 32 ਬਿਟ ਦਾ, ਤੇ ਕਿੰਨੀਆਂ ਬਾਈਟਸ ਨੇ? 4 ਬਾਈਟਸ ਦਾ 32 ਬਿਟ ਦਾ। ਹੁਣ ਇਹਦੇ ਆਕਟੈਟ ਬਣਦੇ ਨੇ 4, ਪਹਿਲਾ ਡਾਟ, ਦੂਸਰਾ ਆਕਟੈਟ ਡਾਟ, ਤੀਸਰਾ ਆਕਟੈਟ ਤੇ ਡਾਟ, ਠੀਕ ਹੈ। ਹੁਣ 1 ਬਾਈਟ ਆ ਹੋ ਗਈ, 1 ਬਾਈਟ ਆ ਹੋ ਗਈ, 1 ਬਾਈਟ ਆ ਹੋ ਗਿਆ, ਤੇ 1 ਬਾਈਟ ਇਹ ਗੱਲ ਹੋ ਗਈ। ਤਾਂ ਹੀ 4 ਬਾਈਟ ਬਣੀਆਂ, 1 2 3 4, ਚਾਹੇ ਕਹਿ ਲਓ 8 ਬਿਟ, 16 ਬਿਟ, 24 ਬਿਟ ਤੇ 32 ਬਿਟ, ਐਂ ਕਰਕੇ ਹੋ ਗਈਆਂ, ਹਨਾ। ਤਾਂ ਜੇ ਆਪਾਂ ਗੱਲ ਕਰੀਏ, ਜੇ ਬਾਈਨਰੀ ਦੀਆਂ 2 ਬਿਟ ਨੇ ਮੇਰੇ ਕੋਲੇ, ਤਾਂ ਦੋਨੇ 0 0 ਹੋ ਸਕਦੀਆਂ, 1 0 ਹੋ ਸਕਦੀ ਹੈ, 1 1 1 1 0 ਹੋ ਸਕਦੀ ਹੈ, ਦੋਨੇ 1 ਹੋ ਸਕਦੀਆਂ ਨੇ। ਜੇ ਇਹਨੂੰ ਆਪਾਂ ਬਾਈਨਰੀ 'ਚ ਕਨਵਰਟ ਕਰੀਏ 1 2 4 8, ਇੱਥੇ ਤਾਂ ਕੁਝ ਵੀ ਨਹੀਂ ਹੈਗਾ, ਇੱਥੇ ਹੈ 2 ਵਾਲੀ ਵੀ 0 ਹੈ, 1 ਵਾਲੀ ਵੀ 0 ਹੈ। ਤਾਂ ਇਹ ਡੈਸੀਮਲ ਇਕੁਇਵਲੈਂਟ ਇਹਦਾ ਕਿੰਨਾ ਹੋ ਗਿਆ? 0 ਹੋ ਗਿਆ, ਹਨਾ। ਤੇ ਇਹਦਾ ਡੈਸੀਮਲ ਇਕੁਇਵਲੈਂਟ 2 ਵਾਲਾ 0 ਕੱਟਿਆ ਗਿਆ, 1 ਵਾਲਾ 1 ਆ ਤਾਂ 1 ਬਣ ਗਿਆ। ਇਹਦਾ ਕਿੰਨਾ ਹੋ ਗਿਆ? 2 ਹੋ ਗਿਆ। ਤੇ ਇਹਦਾ ਕਿੰਨਾ ਹੋ ਗਿਆ? 3 ਹੋ ਗਿਆ। ਤਾਂ ਜੇ ਆਪਾਂ ਗੱਲ ਕਰੀਏ 2 ਬਿਟ ਦੇ ਨਾਲ, ਬਾਈਨਰੀ ਦੀਆਂ 2 ਬਿਟ ਨੇ, ਇੱਕ ਆ ਬਿਟ ਹੈ, ਇੱਕ ਆ ਬਿਟ ਹੈ, ਜਾਂ ਤਾਂ ਦੋਨੇ 0 ਹੋ ਸਕਦੀਆਂ ਨੇ, ਜਾਂ 0 1 ਜਾਂ 1 0 ਜਾਂ 1 1, ਠੀਕ ਹੈ। ਸੋ ਬਾਈਨਰੀ ਦੀਆਂ 2 ਬਿਟ ਦੇ ਨਾਲ ਟੋਟਲ ਕਿੰਨੇ ਨੰਬਰ ਰਿਪਰੈਜ਼ੈਂਟ ਕੀਤੇ ਆਪਾਂ? 1 2 3 4। ਟੋਟਲ ਆਪਾਂ ਇਹ ਲਿਖ ਸਕਦੇ ਹਾਂ 2 ਬਿਟਸ ਦੇ ਨਾਲ ਕਿੰਨੇ ਨੰਬਰ ਰਿਪਰੈਜ਼ੈਂਟ ਕੀਤੇ ਆਪਾਂ? 4। ਰੇਂਜ ਕੀ ਸੀਗੀ? 0 ਤੋਂ ਲੈ ਕੇ 3 ਤੱਕ, ਠੀਕ ਹੈ, ਇਹ ਰੇਂਜ ਸੀਗੀ। ਤੇ ਇਹ ਕਿੰਨੇ ਬਣਦੇ ਸੀ? ਕੰਬੀਨੇਸ਼ਨਸ ਜਾਂ ਕਹਿ ਸਕਦੇ ਆਪਾਂ ਕਿੰਨੇ ਨੰਬਰ ਰਿਪਰੈਜ਼ੈਂਟ ਕੀਤੇ।
ਹੁਣ ਮੰਨ ਲਓ ਤੁਹਾਡੇ ਕੋਲੇ ਕਲਾਸ ਦੇ ਵਿੱਚ 4 ਸਟੂਡੈਂਟ ਸੀਗੇ ਤਾਂ ਮੈਂ ਤੁਹਾਨੂੰ ਪੁੱਛਣਾ ਬਾਈਨਰੀ ਦੀਆਂ ਕਿੰਨੀਆਂ ਬਿਟ ਚਾਹੀਦੀਆਂ, ਤੁਸੀਂ ਬੜੇ ਆਰਾਮ ਨਾਲ ਦੱਸ ਦੋਗੇ ਵੀ 2 ਬਿਟ ਬਾਈਨਰੀ ਦੀਆਂ ਲਓ, 4 ਰੋਲ ਨੰਬਰਾਂ ਨੂੰ ਆਪਾਂ ਰਿਪਰੈਜ਼ੈਂਟ ਕਰ ਸਕਦੇ ਹਾਂ। ਪਹਿਲੇ ਬੱਚੇ ਦਾ ਰੋਲ ਨੰਬਰ 00, ਦੂਜੇ ਦਾ 01, ਤੀਜੇ ਦਾ 10, ਤੀਜੇ ਦਾ 11, 4 ਬੱਚੇ ਹੋ ਗਏ ਨਾ। ਤਾਂ ਡੈਸੀਮਲ ਦੇ ਵਿੱਚ ਇਹਦੀ ਵੈਲਿਊ ਕਿੰਨੀ ਸੀ? ਡੈਸੀਮਲ ਦੇ ਵਿੱਚ 0 ਹੈ, ਇਹ 1 ਹੈ, ਇਹ 2 ਹੈ, ਇਹ 3 ਆ। ਤਾਂ ਰੇਂਜ ਕਿੰਨੀ ਹੋਗੀ? ਟੋਟਲ 4 ਨੇ, ਰੇਂਜ 0 ਤੋਂ 3 ਕਿਉਂ ਹੋਗੀ? ਕਿਉਂਕਿ 0 ਤੋਂ ਸ਼ੁਰੂ ਹੋ ਰਿਹਾ, ਇੱਕ ਘਟ ਕੇ ਜਾਊਗੀ, ਹੈ ਨਾ। ਸੋ ਜੇ ਹੁਣ ਮੈਂ ਥੋੜਾ ਜਿਹਾ ਹੋਰ ਦੱਸਦਾ, ਜੇ ਆਪਾਂ ਬਾਈਨਰੀ ਦੀਆਂ 3 ਬਿਟ ਲੈ ਲੈਂਦੇ ਹਾਂ, 3 ਬਿਟ ਨੇ ਆਪਣੇ ਕੋਲੇ, ਤਾਂ ਉਹਦੇ ਲਈ ਆਹ ਕੰਬੀਨੇਸ਼ਨ ਬਣਦੇ ਨੇ। 0001 ਹੋ ਸਕਦਾ ਹੈ, 010 ਹੋ ਸਕਦਾ ਹੈ ਨਾ, 011 ਹੋ ਸਕਦਾ ਹੈ, ਫਿਰ 100, 101, 110 ਤੇ ਸਾਰੇ 1 ਹੋ ਸਕਦੇ ਨੇ। ਦੇਖੋ ਇੱਥੇ ਵੀ ਆਪਾਂ ਉਹੀ ਲਾਵਾਂਗੇ 1 2 4 8। ਇਹ ਮੈਂ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਵੀ ਕਰਾਇਆ ਹੋਇਆ, ਨਾਲ ਨਾਲ ਬਹੁਤ ਸਾਰੇ ਕੰਮ ਕਰ ਰਹੇ ਹਾਂ ਆਪਾਂ ਇੱਥੇ। ਇਹ ਘੱਟੋ ਘੱਟ 15-20 ਕੁਐਸਚਨ ਸੋਲਵ ਹੋ ਜਾਣਗੇ। ਤੁਹਾਨੂੰ ਇਹ ਤਾਂ ਹੋ ਸਕਦਾ ਕਿਸੇ ਬੰਦੇ ਨੂੰ ਇਹ ਲੱਗਦਾ ਵੀ ਸਮਾਂ ਖਰਾਬ ਕਰ ਰਿਹਾ, ਲੋੜ ਨਹੀਂ ਸੀ, ਪਰ ਨਹੀਂ, ਲੋੜ ਹੈਗੀ ਇਹਨਾਂ ਚੀਜ਼ਾਂ ਦੀ। ਕਿਤੇ ਕੁਝ ਵੀ ਪੁੱਛਿਆ ਜਾ ਸਕਦਾ, ਡਰ ਕੱਢਣਗੀਆਂ ਇਹ ਚੀਜ਼ਾਂ। ਤੁਹਾਨੂੰ ਲੱਗੂਗਾ ਵੀ ਹਾਂ ਯਾਰ ਉਹ ਹਨੇਰੇ 'ਚ ਫਿਰਦੇ ਸੀ, ਗੱਲ ਕੁਝ ਵੀ ਨਹੀਂ ਹੈ। ਜਦੋਂ ਤੁਸੀਂ ਮੈਥ ਕਰ ਸਕਦੇ ਹੋ ਤਾਂ ਇਹ ਤਾਂ ਗੱਲ ਕੁਝ ਵੀ ਨਹੀਂ। ਤਾਂ ਇਹ ਬਾਈਨਰੀ, ਇਹ ਆਪਾਂ ਕਰ ਰਹੇ ਹਾਂ ਬਾਈਨਰੀ ਨੂੰ ਡੈਸੀਮਲ ਦੇ ਵਿੱਚ। ਆ ਬਾਈਨਰੀ ਹੈ ਡੈਸੀਮਲ 'ਚ ਕਰਨਾ, ਤਾਂ ਸਾਰੇ 0 ਨੇ। ਦੇਖੋ 4, ਇਹ ਅੱਗੇ ਅੱਗੇ ਵੱਧਦਾ ਜਾਂਦਾ, 16 32 ਹੈ ਨਾ, ਇਹ ਮੈਂ ਕਰਾ ਚੁੱਕਿਆ। ਤਾਂ ਹੁਣ ਆਪਾਂ ਇੱਥੋਂ ਹੀ ਰਵਾਂਗੇ 4 2 1, ਤਿੰਨੋਂ 0 ਨੇ, ਤਾਂ ਇਹਦਾ ਇਕੁਇਵਲੈਂਟ ਕਿੰਨਾ ਆ ਜਾਊਗਾ? 0। ਪਹਿਲੇ ਦਾ 0 ਆ ਗਿਆ, ਦੂਜੇ ਦਾ ਆ ਪਹਿਲੇ 1 ਦੀ ਜਗ੍ਹਾ ਤੇ 1 ਹੈ ਤਾਂ ਬਾਕੀ 0 ਨੇ, ਤਾਂ ਇਹਨੂੰ ਕਰਾਂਗੇ 0 + 0 + 1 ਤਾਂ 1 ਬਣ ਗਿਆ। ਇਹ 2 ਵਾਲੀ ਜਗ੍ਹਾ ਤੇ 1 ਹੈ ਤਾਂ ਕਿੰਨਾ ਹੋ ਗਿਆ? 2 ਹੋ ਗਿਆ। ਇੱਥੇ 2 ਵਾਲੀ ਜਗ੍ਹਾ ਤੇ ਵੀ 1 ਹੈ ਤੇ 1 ਵਾਲੀ ਜਗ੍ਹਾ ਤੇ ਵੀ, ਜਿੱਥੇ ਜਿੱਥੇ 1 ਹੁੰਦਾ ਉਹਨਾਂ ਨੂੰ ਜੋੜ ਲਾਂਗੇ। 2 ਤੇ 1 ਕਿੰਨਾ ਹੋ ਗਿਆ? 3। ਇੱਥੇ 2 ਤੇ 1 ਵਾਲੇ 0 ਨੇ, 4 ਵਾਲਾ 1 ਹੈ ਤਾਂ ਇੱਥੇ ਕਿੰਨਾ ਹੋ ਗਿਆ? 4। ਆ ਕਿੰਨਾ ਹੋ ਗਿਆ? 4 ਤੇ 1 5। ਬਣ ਗਈ ਗੱਲ? ਹੁਣ ਤੁਹਾਨੂੰ ਸਮਝ ਆਉਣ ਲੱਗ ਗਿਆ, ਪਤਾ ਲੱਗ ਗਿਆ ਮੈਨੂੰ, ਠੀਕ ਹੈ। 4 ਤੇ 2 6, ਅੱਖਾਂ ਦਿਸ ਗਈਆਂ ਮੈਨੂੰ ਤੁਹਾਡੀਆਂ, ਖੁਸ਼ੀ ਦੀ ਲਹਿਰ ਦੌੜ ਗਈ ਨਾ ਵੀ ਬਣ ਗਈ ਗੱਲ। 4 ਤੇ 2 6 ਤੇ 1 7, ਕਿਉਂਕਿ ਸਾਰੇ ਬਣਨੇ, ਇਹ 7 ਹੋ ਗਏ। ਤਾਂ ਹੁਣ ਆਪਾਂ ਕਹਿ ਸਕਦੇ ਹਾਂ ਕਿ ਬਾਈਨਰੀ ਦੀਆਂ 3 ਬਿਟਸ ਦੇ ਨਾਲ ਕਿੰਨੇ ਕੰਬੀਨੇਸ਼ਨ ਬਣਦੇ ਨੇ? ਗਿਣ ਕੇ ਦੇਖ ਲਈਏ। 1 2 3 4 5 6 7 8। 3 ਬਿਟਸ ਦੇ ਨਾਲ 8 ਕੰਬੀਨੇਸ਼ਨ ਬਣਦੇ ਨੇ। ਰੇਂਜ ਕਿੰਨੀ ਹੋ ਗਈ ਮਿੱਤਰੋ? 0 ਤੋਂ ਲੈ ਕੇ 7 ਤੱਕ। ਤੇ ਇਹਦਾ ਜਰਨਲਾਈਜ਼ ਫਾਰਮੂਲਾ ਬਣਾ ਦਈਏ ਆਪਾਂ। 8 ਨੂੰ ਕੀ ਲਿਖ ਸਕਦੇ ਹਾਂ ਆਪਾਂ? 2 ਦੀ ਪਾਵਰ 3 ਲਿਖ ਸਕਦੇ ਹਾਂ ਨਾ। ਤਾਂ ਗੱਲ ਬਣ ਗਈ। 4 ਬਿਟਸ ਦੇ ਨਾਲ ਕਿੰਨੇ ਕੰਬੀਨੇਸ਼ਨ ਬਣਨਗੇ? 2 ਦੀ ਪਾਵਰ 4 ਕਰ ਦਿਓ, ਕਿੰਨੇ ਆ ਜਾਣਗੇ? 2 ਦੀ ਪਾਵਰ 4 16। ਰੇਂਜ ਕਿੰਨੀ ਹੋ ਜਾਊਗੀ? 0 ਤੋਂ ਲੈ ਕੇ 15 ਤੱਕ। ਬਣ ਗਈ ਨਾ ਗੱਲ। 5 ਬਿਟਸ ਦੇ ਨਾਲ ਕਿੰਨੇ ਕੰਬੀਨੇਸ਼ਨ ਬਣਨਗੇ? 2 ਦੀ ਪਾਵਰ 5, 2 ਦੀ ਪਾਵਰ 5 ਹੁੰਦਾ 32। ਰੇਂਜ ਕਿੰਨੀ ਹੋ ਜਾਊਗੀ? 0 ਤੋਂ 31 ਤੱਕ। ਕਿਉਂ 31 ਤੱਕ? ਕਿਉਂਕਿ 0 ਤੋਂ ਸ਼ੁਰੂ ਕਰਦੇ ਹਾਂ। ਉਵੇਂ 6 ਬਿਟਸ ਦੇ ਨਾਲ, 7 ਬਿਟਸ ਦੇ ਨਾਲ, 8 ਬਿਟਸ ਦੇ ਨਾਲ ਦੇਖਦੇ ਹਾਂ। 8 ਬਿਟਸ ਦੇ ਨਾਲ ਕਿੰਨੇ ਕੰਬੀਨੇਸ਼ਨ ਬਣਨਗੇ? 2 ਦੀ ਪਾਵਰ 8 ਤੇ 2 ਦੀ ਪਾਵਰ 8 ਕਿੰਨਾ ਹੁੰਦਾ? 256। ਤੇ ਰੇਂਜ ਕਿੰਨੀ ਹੋਗੀ? 0 ਤੋਂ ਲੈ ਕੇ 255 ਤੱਕ। ਕਲੀਅਰ ਹੋਈ ਗੱਲ? ਆਹ ਗੱਲ ਨੂੰ ਮੈਂ ਦੁਬਾਰੇ ਫੇਰ ਦੱਸ ਦਿੰਦਾ ਇੱਕ ਵਾਰੀ, ਜੇ ਨਹੀਂ ਸਮਝ ਲੱਗੀ ਤਾਂ ਦੁਬਾਰੇ ਫਿਰ ਧਿਆਨ ਦਿਓ। 8 ਬਿਟਸ ਦੇ ਨਾਲ, 8 ਬਿਟਸ ਦੇ ਨਾਲ ਕਿੰਨੇ ਕੰਬੀਨੇਸ਼ਨ ਬਣਨਗੇ? 2 ਦੀ ਪਾਵਰ 8 ਕਿੰਨਾ ਆ ਜਾਂਦਾ ਹੁੰਦਾ? 256। ਰੇਂਜ ਕਿੰਨੀ ਹੋ ਜਾਊਗੀ? 0 ਤੋਂ ਲੈ ਕੇ 255 ਤੱਕ। ਆਹ ਗੱਲ ਆਪਾਂ ਯਾਦ ਰੱਖਣੀ ਹੈ ਬਸ। ਇੱਕ ਸਮਝ ਤਾਂ ਤੁਹਾਨੂੰ ਆ ਗਈ। ਹੁਣ ਆਪਾਂ ਬਾਈਨਰੀ ਦੀਆਂ ਕਿਹਾ ਸੀਗੀਆਂ ਕਿੰਨੀਆਂ ਬਿਟ ਨੇ? 32 ਬਿਟ ਨੇ। ਤੇ ਬਾਈਟ ਕਿੰਨੀਆਂ ਨੇ? 4 ਨੇ। ਤਾਂ ਹੁਣ ਆਪਾਂ ਨੂੰ ਪਤਾ ਵੀ ਆਹ 8 ਬਿਟਸ ਨੇ, ਆ ਵੀ 8 ਬਿਟਸ ਨੇ, ਨੈਕਸਟ ਵਾਲੀਆਂ ਵੀ 8 ਬਿਟਸ ਨੇ, ਤੇ ਇਹ ਵਾਲੀਆਂ ਵੀ 8 ਬਿਟਸ ਨੇ, ਹਨਾ। ਤੇ ਹੁਣੀ ਆਪਾਂ ਗੱਲ ਸਿੱਖੀ ਹੈ ਵੀ 8 ਬਿਟ ਦੇ ਨਾਲ ਟੋਟਲ ਕਿੰਨੇ ਕੰਬੀਨੇਸ਼ਨ ਬਣਾ ਸਕਦੇ ਹਾਂ? 256। ਰੇਂਜ ਕਿੰਨੀ ਆ ਜਾਊਗੀ? 255। ਤਾਂ ਇੱਥੇ ਹੀ ਆਪਾਂ ਬਣਾ ਲੈਂਦੇ ਹਾਂ। ਇੱਕ ਮਿੰਟ ਟੇਢੀ ਵੱਜਦੀ ਲਾਈਨ, ਠੀਕ ਹੈ। ਰੰਗ ਜਿਹਾ ਬਦਲ ਗਏ, ਰੰਗ ਬਦਲ ਲੈਂਦੇ ਹਾਂ, ਥੋੜਾ ਜਿਹਾ ਰੰਗਲ ਮੰਗਲ ਹੋ ਜਾਊਗਾ ਕੰਮ। ਹਾਂ, ਹੁਣ ਆਪਾਂ ਬਣਾਉਣੇ ਆ ਕੰਬੀਨੇਸ਼ਨ, ਨੰਬਰ ਆਫ ਕੰਬੀਨੇਸ਼ਨ। 2 ਦੀ ਪਾਵਰ 8 ਕਿੰਨਾ ਹੁੰਦਾ? 256। 256 ਕੰਬੀਨੇਸ਼ਨ ਬਣਦੇ ਨੇ। ਇੱਥੇ ਵੀ 256 ਕੰਬੀਨੇਸ਼ਨ ਬਣਨਗੇ, ਇੱਥੇ ਵੀ 256 ਤੇ ਇੱਥੇ ਵੀ 256। ਸਾਰਿਆਂ 'ਚ ਅੱਡੋ ਅੱਡ ਲਾਈਨ ਖਿੱਚਣੀ ਹੈ, ਲਾਈਨ ਖਿੱਚ ਲੈਣੇ ਆ। ਤੁਸੀਂ ਬਣਾ ਲਓ, ਨਾਲ ਨਾਲ ਲਿਖੀ ਚਲੋ ਐਂ, ਕਿਉਂਕਿ ਇਹ ਉੱਡ ਜੂਗਾ ਫਿਰ, ਕਿਉਂਕਿ ਆਪਾਂ ਵਾਈਟ ਸਕਰੀਨ ਕੀਤੀ ਹੋਈ ਨਾ, W ਦੱਬ ਕੇ ਉੱਡ ਜੂਗਾ। ਨਾਲ ਨਾਲ ਕਾਪੀ ਤੇ ਬਣਾ ਲਓ। ਤਾਂ ਹੁਣ ਅੱਗੇ ਆਪਾਂ ਲਿਖਦੇ ਹਾਂ ਰੇਂਜ ਕਿੰਨੀ ਹੋਊਗੀ? ਰੇਂਜ 0 ਤੋਂ ਲੈ ਕੇ 255 ਤੱਕ। ਇਹਦੀ ਵੀ 0 ਤੋਂ ਲੈ ਕੇ 255 ਤੱਕ।
ਅਗਲੇ ਦੀ ਵੀ 0 ਤੋਂ ਲੈ ਕੇ 255 ਤੱਕ, ਅਗਲੇ ਦੀ ਵੀ 200 0 ਤੋਂ ਲੈ ਕੇ 255 ਤੱਕ। ਲਓ ਵੀ ਮਿੱਤਰੋ ਕੰਮ ਹੋ ਗਿਆ ਆਪਣਾ। ਆਪਾਂ ਇਹੀ ਚੀਜ਼ ਦੇਖਣੀ ਸੀ ਵੀ ਰੇਂਜ ਕਿਵੇਂ ਚੱਲਦੀ ਹੈ। ਤਾਂ ਹੁਣ ਇੱਥੋਂ ਆਈਪੀ ਐਡਰੈਸ ਬਣਾਵਾਂਗੇ। ਤਾਂ ਹੁਣ ਮੈਂ ਤੁਸੀਂ ਸਕਰੀਨਸ਼ਾਟ ਲਓ ਇਹਦਾ, ਜੇ ਸਕਰੀਨਸ਼ਾਟ ਲੈਣਾ ਫਿਰ ਮੈਂ ਤੁਹਾਨੂੰ ਅੱਗੇ ਦੱਸੂਗਾ। ਚਲ ਮੈਂ ਇੱਧਰ ਹੀ ਬਣਾ ਦੇਣਾ। ਹੁਣ ਮੈਂ ਤੁਹਾਨੂੰ ਪੁੱਛਦਾ ਕਿ ਦੱਸੋ ਇਹ ਵੈਲਿਡ ਆਈਪੀ ਐਡਰੈਸ ਹੈਗਾ 168.4.3। ਕੀ ਇਹ ਵੈਲਿਡ ਆਈਪੀ ਐਡਰੈਸ ਹੈਗਾ? ਇਹ ਵੈਲਿਡ ਆਈਪੀ ਐਡਰੈਸ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਕਿਉਂਕਿ ਆਈਪੀ ਐਡਰੈਸ ਦੇ ਵਿੱਚ ਕਿੰਨੇ ਆਕਟੈਟ ਹੁੰਦੇ ਨੇ? ਪਹਿਲਾ, ਦੂਜਾ, ਤੀਜਾ ਤੇ ਚੌਥਾ। 4 ਆਕਟੈਟ ਹੋਣੇ ਕੰਪਲਸਰੀ ਨੇ। ਇਹ 3 ਆਕਟੈਟ ਨੇ, ਇਸ ਕਰਕੇ ਇਹ ਆਈਪੀ ਐਡਰੈਸ ਨਹੀਂ ਹੈ ਕੰਪਿਊਟਰ ਦਾ ਕਿਸੇ ਦਾ ਵੀ। ਠੀਕ ਹੈ। ਦੂਜਾ ਜੇ ਆਪਾਂ ਹੋਰ ਲੈ ਲਈਏ 164.5.3.256। ਤੁਸੀਂ ਕਹੋਗੇ ਇਹ ਹੈਗਾ ਆਈਪੀ ਐਡਰੈਸ। ਧਿਆਨ ਨਾਲ ਸੋਚੋ। ਪਹਿਲਾਂ ਆਕਟੈਟ ਗਿਣਾਂਗੇ। 1 ਆਕਟੈਟ, 2 ਆਕਟੈਟ, 3 ਆਕਟੈਟ, 4 ਆਕਟੈਟ 4 ਹੈਗੇ ਨੇ। ਬਟ ਇੱਥੇ ਰੇਂਜ ਕਿੰਨੀ ਕੁ ਅਲਾਉਡ ਹੈ? 0 ਤੋਂ ਲੈ ਕੇ 255 ਤੱਕ ਹੀ ਅੱਖਰ ਅਲਾਉਡ ਹੈ। ਬੇਸ਼ੱਕ ਗਿਣਤੀ ਦੇ ਵਿੱਚ 256 ਐਡਰੈਸ ਨੇ। ਜਿਵੇਂ ਆਪਾਂ 3 ਬਿੱਟ ਦੇ ਨਾਲ ਦੇਖਿਆ ਸੀ, ਗਿਣਤੀ ਐਡਰੈਸਿਸ ਦੀ ਕਿੰਨੀ ਸੀ? 8 ਸੀਗੀ। ਪਰ ਨੰਬਰ ਜਿਹੜੇ ਅਲਾਉਡ ਸੀ 0 ਤੋਂ ਲੈ ਕੇ 7 ਤੱਕ ਅਲਾਉਡ ਸੀ, ਹੈਨਾ। ਤਾਂ ਉਵੇਂ ਹੀ ਬੇਸ਼ੱਕ ਜਦੋਂ ਗਿਣਤੀ ਕਰਾਂਗੇ 0 ਤੋਂ ਲੈ ਕੇ 255 ਤੱਕ, ਗਿਣਤੀ ਕਰਕੇ ਉਹ 256 ਬਣ ਜਾਣਗੇ, ਕਿਉਂਕਿ 0 ਵੀ ਵਿੱਚ ਇਨਕਲੂਡ ਕਰ ਲਿਆ। ਜੇ 1 ਤੋਂ 255 ਤੱਕ ਲਾਵਾਂਗੇ 255 ਬਣ ਜਾਣਗੇ। ਜੇ 0 ਵੀ ਵਿੱਚ ਇਨਕਲੂਡ ਕਰ ਲਾਂਗੇ ਤਾਂ ਟੋਟਲ ਕਿੰਨੇ ਐਡਰੈਸ ਬਣ ਜਾਣਗੇ? 256 ਬਣ ਜਾਣਗੇ। ਬਟ ਰੇਂਜ ਉਹਦੀ 0 ਤੋਂ 255 ਹੀ ਜਾਊਗੀ। ਤਾਂ ਫਿਰ ਇਹ ਵੀ ਵੈਲਿਡ ਆਈਪੀ ਐਡਰੈਸ ਨਹੀਂ ਹੈਗਾ, ਕਿਉਂਕਿ ਰੇਂਜ ਇਹਦੀ ਐਕਸੀਡ ਕਰ ਗਈ 255 ਤੋਂ। ਰੰਗ ਜਿਹਾ ਬਦਲ ਗਿਆ ਨਾ, ਇੱਕੋ ਹੀ ਕਿਚਮਿਚ ਜਿਹਾ ਹੋਣ ਲੱਗ ਗਿਆ। ਇਹ ਕਿਹੜਾ ਲੈ ਲਈਏ ਹੁਣ? ਆਹ ਵਾਲਾ ਆਹ ਦੇਖ ਲੈਂਦੇ ਹਾਂ। ਤੇ ਜੇ ਮੈਂ ਹੋਰ ਲਿਖਾਂ 172.16.4.6, ਦਿਸ ਇਜ਼ ਏ ਵੈਲਿਡ ਆਈਪੀ ਐਡਰੈਸ। ਇਹ ਵੈਲਿਡ ਆਈਪੀ ਐਡਰੈਸ ਹੈ। ਆ ਦੇਖੋ 172.16, 4 ਆਕਟੈਟ ਹੈ ਤੇ ਰੇਂਜ ਵੀ ਵਿੱਚ ਲਾਈ ਕਰਦੀ ਹੈ। ਜੇ ਮੈਂ ਹੋਰ ਬਣਾਵਾਂ 170-16-4-6, ਤੁਹਾਨੂੰ ਠੀਕ ਲੱਗੂਗਾ, ਹੈ ਨਾ। ਬਟ ਇਹਦੇ ਵਿੱਚ ਡਾਟ ਹੀ ਆਊਗਾ, ਇਸ ਕਰਕੇ ਇਹ ਵੀ ਵੈਲਿਡ ਆਈਪੀ ਐਡਰੈਸ ਨਹੀਂ ਹੈ। ਡਾਟਡ ਡੈਸੀਮਲ ਨੋਟੇਸ਼ਨ ਫੋਲੋ ਕਰਦਾ IPv4। ਕਿਹੜੀ ਨੋਟੇਸ਼ਨ ਫੋਲੋ ਕਰਦਾ? ਡਾਟਡ ਡੈਸੀਮਲ ਨੋਟੇਸ਼ਨ। ਇਹ ਯਾਦ ਰੱਖਣੀ ਹੈ ਗੱਲ, ਠੀਕ ਆ। ਸੋ ਇਹ ਵੀ ਗਲਤ ਹੈ, ਜਿਹੜਾ ਠੀਕ ਨਹੀਂ ਹੈ ਗੱਲ। ਅਗਲਾ ਆਪਾਂ ਦੇਖਦੇ ਹਾਂ 5ਵਾਂ। ਜਾਨੀ ਕਿ ਮੈਂ ਗੱਲ ਨਿਮੇੜਦਾ ਯਾਰ, ਕੱਲਾ ਡਾਟ ਆਊਗਾ, ਹੋਰ ਕੁਝ ਨਹੀਂ ਆਉਂਦਾ ਤੇ 4 ਆਕਟੈਟ ਆਣਗੇ। ਜੇ ਮੈਂ ਲਿਖ ਦਿਆਂ 0.0.0.0, ਇਜ਼ ਇਟ ਵੈਲਿਡ ਆਈਪੀ ਐਡਰੈਸ? ਯੈਸ, ਦਿਸ ਇਜ਼ ਵੈਲਿਡ ਆਈਪੀ ਐਡਰੈਸ। ਇਹ ਸਹੀ ਆਈਪੀ ਐਡਰੈਸ ਹੈ। ਇਹ ਵੀ ਹੋ ਸਕਦੇ ਨੇ। ਇਹ ਵੈਸੇ ਡਿਫਾਲਟ ਰੂਟਿੰਗ ਦੇ ਲਈ ਯੂਜ਼ ਹੁੰਦਾ, ਮੈਂ ਅੱਗੇ ਦੱਸੂਗਾ। ਤੇ ਅੱਗੇ 6ਵਾਂ ਜੇ ਆਪਾਂ ਲਿਖ ਦਈਏ 255.0.0.0, ਦਿਸ ਇਜ਼ ਆਲਸੋ ਵੈਲਿਡ ਆਈਪੀ ਐਡਰੈਸ। ਜੇ ਮੈਂ ਲਿਖ ਦਿਆਂ 256.256.256.256, ਦਿਸ ਇਜ਼ ਨਾਟ ਵੈਲਿਡ ਆਈਪੀ ਐਡਰੈਸ। ਕਿਉਂਕਿ ਰੇਂਜ ਜਿਹੜੀ ਹੈ 0 ਤੋਂ 255 ਹੀ ਲਾਊਡ ਹੈ। ਤਾਂ ਜੇ ਆਪਾਂ ਇੱਕ ਹੋਰ ਲੈ ਲਈਏ, ਵੈਸੇ ਤਾਂ ਮੇਰੀ ਫੋਟੋ ਵਿੱਚ ਆਉਣ ਲੱਗੀ, ਹੁਣ ਤੁਹਾਨੂੰ ਸ਼ਾਇਦ ਨਾ ਦਿਖਦਾ ਹੋਵੇ, ਪਰ ਮੈਂ ਫਿਰ ਵੀ ਦੱਸ ਦੇਣਾ 255.255.255, 4 ਵਾਰੀ 255। ਹਾਂ, ਇਹ ਵੈਲਿਡ ਆਈਪੀ ਐਡਰੈਸ ਹੈ। ਤਾਂ ਗੱਲ ਕਲੀਅਰ ਹੋ ਗਈ। ਇਹ ਤਾਂ ਆਪਾਂ ਗੱਲ ਕਰ ਲਈ ਵੀ ਆਈਪੀ ਐਡਰੈਸ ਹੁੰਦੇ ਕੀ ਹੈ, ਕਿਵੇਂ ਇਹਨਾਂ ਦੀ ਰੇਂਜ ਬਣਦੀ ਹੈ। ਜੇ ਕਹੋ ਤਾਂ ਮੈਂ ਹੋਰ ਵੀ ਕੁਝ ਕਰਾ ਦਿੰਦਾ, ਥੋੜਾ ਜਿਹਾ ਹੋਰ ਦੱਸ ਦੇਣਾ। ਜਿਵੇਂ ਲੋੜ ਆਪਾਂ ਨੂੰ ਉਸ ਚੀਜ਼ ਦੀ, ਜਿਵੇਂ ਆਪਾਂ ਕਹਿਤਾ ਵੀ 32 ਬਿਟਸ ਹੁੰਦੀਆਂ ਨੇ, 32 ਬਿਟਸ ਆਈਪੀ ਐਡਰੈਸ ਦੇ ਵਿੱਚ, ਹਨਾ। ਟੋਟਲ ਕਿੰਨੇ ਆਈਪੀ ਐਡਰੈਸ ਹੋ ਸਕਦੇ ਨੇ? ਤਾਂ ਟੋਟਲ ਹੋਣਗੇ, ਜੇ ਆਪਾਂ ਕਹਿ ਦਈਏ ਵੀ 2 ਬਿਟਸ ਨੇ, 2 ਬਿਟਸ ਦੇ ਨਾਲ ਟੋਟਲ ਕਿੰਨੇ ਕੰਬੀਨੇਸ਼ਨ ਬਣਦੇ ਨੇ? ਆਪਾਂ 2 ਦੀ ਪਾਵਰ 2 ਕਰ ਲਿਆ ਸੀ ਨਾ, 4। ਰੇਂਜ ਕੀ ਸੀ? 0 ਤੋਂ ਲੈ ਕੇ 3 ਤੱਕ। ਤੇ ਜਿਹਦੇ 8 ਬਿਟਸ ਦੇ ਨਾਲ ਟੋਟਲ ਕਿੰਨੇ ਨੰਬਰ ਬਣਦੇ ਸੀ? 2 ਦੀ ਪਾਵਰ 8, 256 ਬਣਦੇ ਸੀ। ਰੇਂਜ ਸੀਗੀ 255 ਤੱਕ। ਹੁਣ 32 ਬਿਟ ਦੇ ਨਾਲ ਕਿੰਨੇ ਨੰਬਰ ਬਣਨਗੇ? ਦੇਖੋ 2 ਦੀ ਪਾਵਰ 32, ਇਹ ਤਾਂ ਆਪਾਂ ਨੂੰ ਵੈਲਿਊ ਆਉਂਦੀ ਨਹੀਂ, ਪਰ ਆਪਾਂ ਨੂੰ ਆਹ ਗੱਲ ਯਾਦ ਰੱਖਿਓ, 1000 ਹੁੰਦਾ ਜਿਹੜਾ ਉਹ ਨੀਅਰ ਅਬਾਊਟ ਹੁੰਦਾ 1024 ਦੇ, ਹਨਾ। ਤਾਂ 1000 ਨੂੰ ਆਪਾਂ ਲਿਖ ਸਕਦੇ ਹਾਂ 10 ਦੀ ਪਾਵਰ 3, ਤੇ ਜਿਹੜਾ ਹੁੰਦਾ 1024 ਇਹਨੂੰ ਆਪਾਂ 2 ਦੀ ਪਾਵਰ 10 ਲਿਖ ਸਕਦੇ ਹਾਂ, ਕਿਉਂਕਿ 2 ਦੀ ਪਾਵਰ 8 256 ਹੈ, 2 ਦੀ ਪਾਵਰ 9 ਹੈਗਾ 512, ਤੇ 2 ਦੀ ਪਾਵਰ 10 ਹੈਗਾ 1024। ਤਾਂ 2 ਦੀ ਪਾਵਰ 10 ਹੈਗਾ 1024 ਦੇ। ਤਾਂ ਇਹ ਜਦੋਂ ਆਪਾਂ ਕਿਸੇ ਤੋਂ 1024 ਰੁਪਏ ਲੈਣੇ, ਹੁਣ ਬੰਦਾ ਕਹਿੰਦਾ 1000 ਹੀ ਦੇ ਦੇ ਬਹੁਤ ਹੈ, ਹਨਾ। ਤਾਂ ਡਾਟਾ ਨੂੰ ਸੇਵ ਕਰਨ ਦੇ ਲਈ ਕੰਪਿਊਟਰ 'ਚ 1024 ਵਰਤਦੇ ਆ। ਜੇ ਡੇਟਾ ਨੂੰ ਟਰਾਂਸਮਿਟ ਕਰਨਾ ਫਿਰ 1000 ਮੰਨਾਂਗੇ। ਤਾਂ ਕਰਕੇ ਇਹਨੂੰ ਨੀਅਰ ਅਬਾਊਟ ਲੈਂਦੇ ਆ। ਇਕੁਅਲ ਟੂ ਨਹੀਂ ਲਿਖਿਆ ਮੈਂ,
ਅਪਰੋਚ ਟੂ ਲਿਖਿਆ ਵੀ ਇਹ 1000 ਤੇ 1024 ਅਪਰੋਚ ਕਰਦੇ ਨੇ, ਤਾਂ ਆਹ ਵੈਲਿਊ ਨੂੰ ਆਪਾਂ ਲੈ ਸਕਦੇ ਹਾਂ। ਤਾਂ ਹੁਣ ਇੱਥੇ ਜੇ ਮੈਂ ਇਹਨੂੰ ਐਂ ਲਿਖ ਦਿਆਂ 2 ਦੀ ਪਾਵਰ 32 ਨੂੰ 2 ਦੀ ਪਾਵਰ 2 ਗੁਣਾ 2 ਦੀ ਪਾਵਰ 30, ਇਹਦਾ ਮਤਲਬ ਹੀ ਉਹੀ ਹੁੰਦਾ ਹੈ ਜਦੋਂ ਗੁਣਾ ਦੇ ਵਿੱਚ ਬੇਸ ਬਰਾਬਰ ਹੋਣ ਪਾਵਰਜ਼ ਐਡ ਹੋ ਜਾਂਦੀਆਂ ਨੇ। ਇਹ ਵੀ 2 ਦੀ ਪਾਵਰ 32 ਹੀ ਹੈ। ਤਾਂ ਹੁਣ ਮੈਂ ਜੇ 2 ਦੀ ਪਾਵਰ 30 ਕਿਵੇਂ ਬਣੂਗੀ, ਜੇ ਮੈਂ ਇੱਥੇ ਦੀ ਪਾਵਰ 3 ਕਰ ਦਿਆਂ, ਦੇਖੋ 2 ਦੀ ਪਾਵਰ 10 ਦੀ ਪਾਵਰ ਮੈਂ 3 ਕਰ ਦਿਆਂ ਤਾਂ ਇਹ ਕਿੰਨਾ ਬਣ ਜੂ 2 ਦੀ ਪਾਵਰ 30। ਇਹ ਮੈਥ ਦਾ ਰੂਲ ਹੈ, ਜੇ ਰਾਈਟ ਹੈਂਡ ਸਾਈਡ ਤੇ ਕਿਸੇ ਚੀਜ਼ ਨਾਲ ਗੁਣਾ ਕਰਾਂਗੇ ਲੈਫਟ ਹੈਂਡ ਸਾਈਡ ਤੇ ਵੀ ਗੁਣਾ ਹੋਊ, ਜੇ ਡਿਵਾਈਡ ਕਰਾਂਗੇ ਦੋਨੋਂ ਪਾਸੇ ਡਿਵਾਈਡ ਹੋਊ, ਜੇ ਪਾਵਰ ਕਰਾਂਗੇ ਤਾਂ ਇੱਧਰਲੇ ਪਾਸੇ ਵੀ ਕੀ ਹੋ ਜੂਗੀ ਪਾਵਰ ਹੋ ਜੂਗੀ, ਇੱਧਰ ਵੀ ਪਾਵਰ 3 ਕਰਾਂਗੇ ਕਿਉਂਕਿ ਇੱਧਰ ਵੀ 3 ਕੀਤੀ ਹੈ ਨਾ, ਤਾਂ 10 ਦੀ ਪਾਵਰ ਕਿੰਨਾ ਆ ਗਿਆ 9 ਆ ਗਿਆ। ਕਲੀਅਰ ਹੋਈ ਗੱਲ। ਤਾਂ ਮੈਂ ਇੱਥੇ ਵੈਲਿਊ ਪੁੱਟ ਕਰ ਸਕਦਾ 2 ਦੀ ਪਾਵਰ 30 ਦੀ ਵੈਲਿਊ ਮੈਂ ਪੁੱਟ ਕਰ ਦੇਣਾ, 2 ਦੀ ਪਾਵਰ 2 ਨੂੰ ਮੈਂ ਐਜ਼ ਇਟ ਲਿਖ ਲਿਆ, ਜਾਂ 2 ਦੀ ਪਾਵਰ 2 ਨੂੰ ਮੈਂ 4 ਲਿਖ ਲੈਣਾ ਗੁਣਾ 10 ਦੀ ਪਾਵਰ 9 ਐਂ ਹੀ ਲਿਖ ਲੈਣਾ। ਤੇ ਇਹ ਵੀ ਤੁਹਾਨੂੰ ਪਤਾ ਹੋਊਗਾ ਵੀ 1 ਮਿਲੀਅਨ ਕਿਹਦੇ ਬਰਾਬਰ ਹੁੰਦਾ 10 ਲੱਖ ਦੇ ਬਰਾਬਰ ਹੁੰਦਾ। 1 ਲੱਖ ਦੇ ਪਿੱਛੇ 6 ਜ਼ੀਰੋਆਂ, 10 ਦੀ ਪਾਵਰ 6 ਹੁੰਦਾ 1 ਮਿਲੀਅਨ, ਤੇ 1 ਬਿਲੀਅਨ ਹੁੰਦਾ ਹੈਗਾ 10 ਦੀ ਪਾਵਰ 9। ਤਾਂ ਸੰਸਾਰ ਦੀ ਪਾਪੂਲੇਸ਼ਨ ਜਿਵੇਂ ਆਪਾਂ ਨੂੰ ਪਤਾ ਹੈ ਵੀ 8 ਬਿਲੀਅਨ ਦੇ ਬਰਾਬਰ ਹੈ, ਸ਼ਾਇਦ ਨੀਅਰ ਅਬਾਊਟ 8 ਪਤਾ ਨਹੀਂ 9। ਤੇ YouTube ਦੇ ਡਾਊਨਲੋਡ ਜਾ ਕੇ ਦੇਖਿਓ, YouTube ਦੇ ਡਾਊਨਲੋਡ ਹੈਗੇ ਨੇ 10 ਬਿਲੀਅਨ। ਠੀਕ ਹੈ, ਸੋ ਇਹ ਦੁਨੀਆ ਦੀ ਪਾਪੂਲੇਸ਼ਨ ਤੋਂ ਜ਼ਿਆਦਾ ਹੋਏ ਪਏ ਨੇ ਕਿਉਂਕਿ ਡਿਵਾਈਸ ਬਹੁਤ ਜ਼ਿਆਦਾ ਨੇ। ਤਾਂ ਹੁਣ 10 ਦੀ ਪਾਵਰ 9 ਕਿਹਦੇ ਬਰਾਬਰ ਹੈ ਬਿਲੀਅਨ ਦੇ। ਦੇਖੋ ਤਾਂ ਐਡਰੈਸ ਹੈਗੇ ਨੇ 4 ਬਿਲੀਅਨ। ਤਾਂ ਪਾਪੂਲੇਸ਼ਨ ਆਪਾਂ ਨੂੰ ਪਤਾ ਵੀ 8 ਤੋਂ 9 ਬਿਲੀਅਨ, 8 ਪਤਾ ਨਹੀਂ 9 ਮੈਨੂੰ ਐਗਜ਼ੈਕਟ ਨਹੀਂ ਯਾਦ, ਚਲ ਆਪਾਂ 8 ਹੀ ਮੰਨ ਲੈਂਦੇ ਹਾਂ। 8 ਬਿਲੀਅਨ ਪਾਪੂਲੇਸ਼ਨ ਦੇ ਲਈ 4 ਬਿਲੀਅਨ ਐਡਰੈਸ ਕਿਵੇਂ ਆਪਾਂ ਨੂੰ ਇਸ ਚੀਜ਼ ਨਾਲ ਆਪਾਂ ਅਕੋਮੋਡੇਟ ਕਰ ਸਕਦੇ ਹਾਂ। ਵੈਸੇ ਆਈਪੀ ਐਡਰੈਸ ਹੁੰਦਾ ਕੀ ਹੈ, ਆਈਪੀ ਐਡਰੈਸ ਹੁੰਦਾ ਜਿਵੇਂ ਆਪਣੇ ਕੋਲੇ ਮੋਬਾਈਲ ਦਾ ਫੋਨ ਨੰਬਰ ਹੁੰਦਾ ਉਵੇਂ ਹੀ ਕੰਪਿਊਟਰ ਨੂੰ ਯੂਨੀਕਲੀ ਆਇਡੈਂਟੀਫਾਈ ਕਰਦਾ ਪੂਰੀ ਦੁਨੀਆ ਦੇ ਵਿੱਚ, ਉਹ ਹੁੰਦਾ ਆਈਪੀ ਐਡਰੈਸ। ਤਾਂ ਪੂਰੇ 32 ਬਿੱਟ ਦੇ ਨਾਲ ਟੋਟਲ ਸਾਡੇ ਕੋਲੇ ਕਿੰਨੇ ਐਡਰੈਸ ਬਣਦੇ ਨੇ 4 ਬਿਲੀਅਨ। ਆਹ ਚੀਜ਼ ਮੈਨੂੰ ਲੱਗਦਾ ਕਿ ਤੁਹਾਨੂੰ ਸਮਝ ਆ ਗਈ ਹੋਊਗੀ। ਜੇ ਨਹੀਂ ਸਮਝ ਆਈ ਤਾਂ ਵੀਡੀਓ ਨੂੰ ਬੈਕ ਕਰਕੇ ਦੇਖਿਓ, ਬਹੁਤ ਨਜ਼ਾਰੇਦਾਰ ਚੀਜ਼ ਹੈ, ਸਵਾਦ ਲਿਆਉਂਦੇ ਆ, ਬੰਦੇ ਨੂੰ ਚਾਨਣ ਹੋ ਜਾਂਦਾ ਵੀ ਹਾਂ ਚੀਜ਼ਾਂ ਐਂ ਚੱਲਦੀਆਂ ਨੇ ਹਨਾ। ਸੋ ਉੱਤੋਂ ਨਹੀਂ ਦੱਸਦਾ, ਮੈਂ ਤੁਹਾਨੂੰ ਡਿਟੇਲ 'ਚ ਕਰਾਊਂਗਾ। ਤੇ 4 ਬਿਲੀਅਨ ਐਡਰੈਸ ਬਣਦੇ ਨੇ 32 ਬਿੱਟ ਦੇ ਨਾਲ। ਜੇ ਕਈ ਵਾਰੀ ਕੁਐਸਚਨ ਪੁੱਛ ਲਏ ਵੈਸੇ ਤਾਂ ਪੁੱਛੂਗਾ ਨਹੀਂ ਉਹ, ਪਰ ਜੇ ਪੁੱਛ ਵੀ ਲਿਆ 32 ਬਿੱਟ ਦੇ ਨਾਲ ਕਿੰਨੇ ਐਡਰੈਸ ਕੰਬੀਨੇਸ਼ਨ ਬਣਦੇ ਨੇ ਤਾਂ ਬਿਨਾਂ ਸੋਚੇ ਲਾ ਦਿਓ 4 ਬਿਲੀਅਨ। ਮਿਲੀਅਨ ਨਾ ਲਾ ਦਿਓ 4, ਜਾਂ ਟ੍ਰਿਲੀਅਨ ਨਹੀਂ ਲਾਉਣਾ, 4 ਬਿਲੀਅਨ ਯਾਦ ਰੱਖਿਓ। ਪਾਪੂਲੇਸ਼ਨ ਦਾ ਅੱਧਾ, ਪਾਪੂਲੇਸ਼ਨ 8 ਬਿਲੀਅਨ ਹੈ, 4 ਬਿਲੀਅਨ ਐਡਰੈਸ ਹੁੰਦੇ ਨੇ। ਤਾਂ ਫਿਰ ਇਸੇ ਚੀਜ਼ ਨੂੰ ਹੀ ਪੂਰਾ ਕਰਨ ਦੇ ਲਈ IPv6 ਆਇਆ ਸੀ, ਤੁਹਾਨੂੰ ਮੈਂ ਦੱਸ ਚੁੱਕਿਆ। IPv6 ਕਿੰਨੇ ਦਾ 128 ਬਿਟਸ ਦਾ। ਕਹਿੰਦਾ 128 ਬਿੱਟ ਦੇ ਨਾਲ ਅਨਲਿਮਿਟਡ ਨੰਬਰ ਆਫ ਐਡਰੈਸ ਬਣ ਸਕਦੇ ਨੇ। ਠੀਕ ਹੈ, ਜਿਵੇਂ ਪਹਿਲਾਂ ਆਪਣੇ ਮੋਬਾਈਲ ਫੋਨ ਦੇ ਮੈਨੂੰ ਯਾਦ ਆ ਸਾਡਾ ਮੋਬਾਈਲ ਫੋਨ ਸੀਗਾ 33108, 5 ਅੱਖਰ ਸੀ। ਜਦੋਂ ਲੋਕਾਂ ਨੇ ਜ਼ਿਆਦਾ ਫੋਨ ਲਵਾ ਲਏ ਫਿਰ ਉਹਨਾਂ ਨੇ ਕਹਿਤਾ ਵੀ 233 108, ਫਿਰ ਹੋ ਅੱਗੇ ਦੂਏ ਦਾ ਏਜ ਲਾਉਣ ਲੱਗ ਗਏ ਸੀ ਨਾ, ਉਵੇਂ ਹੀ ਅੱਖਰ ਵਧਾਉਣੇ ਪੈ ਜਾਂਦੇ ਆ। ਤਾਂ ਜਿਵੇਂ ਹੁਣ ਆਪਾਂ ਇੱਕ ਲੇਮੈਨ ਹੋਰ ਦੱਸ ਦੇਣਾ ਨਾਲ ਹੀ, ਜੇ ਆਪਣੇ ਕੋਲੇ 3 ਅੱਖਰਾਂ ਦਾ ਪਾਸਵਰਡ ਲਾਉਣਾ ਟੈਚਿੰਗਾਂ ਤੇ ਲੱਗਦਾ ਹੁੰਦਾ ਸੀ, ਛੋਟਾ 00 ਹੋ ਸਕਦਾ, ਸਭ ਤੋਂ ਵੱਡਾ 999 ਹੋ ਸਕਦਾ। ਤਾਂ ਇਹਦੇ ਨਾਲ 1000 ਕਹਿ ਲਓ ਵੀ ਲੌਕ ਹੀ ਬਣਨਗੇ ਤੇ ਸੌਖਾ ਤੋੜਨਾ। ਜੇ ਇੱਕ ਅੱਖਰ ਅਸੀਂ ਹੋਰ ਵਧਾ ਦਈਏ ਇੱਥੋਂ ਲੈ ਕੇ ਇੰਨੇ 10000 ਹੋ ਗਏ ਹਨਾ। ਸੋ ਅੱਖਰ ਵਧਾਉਣ ਦੇ ਨਾਲ ਸਾਨੂੰ ਐਡਰੈਸ ਜ਼ਿਆਦਾ ਮਿਲ ਜਾਂਦੇ ਆ। ਕਈ ਵਾਰੀ ਕੁਐਸਚਨ ਪੁੱਛ ਸਕਦਾ ਮੋਬਾਈਲ ਫੋਨ ਦੇ ਕਿੰਨੇ ਡਿਜਿਟ ਹੁੰਦੇ ਨੇ, 10 ਡਿਜਿਟਸ ਹੁੰਦੇ ਨੇ। +91 ਹੁੰਦਾ ਜਿਹੜਾ ਉਹ ਕੋਡ ਹੁੰਦਾ, ਉਹ ਨਹੀਂ ਵਿੱਚ ਲਿਆ ਜਾਂਦਾ, 10 ਡਿਜਿਟਸ ਹੁੰਦੇ ਨੇ। ਕੁਐਸਚਨ ਪੁੱਛਿਆ ਜਾ ਚੁੱਕਿਆ। ਕਲੀਅਰ ਹੋ ਗਈ ਜੀ ਗੱਲ। ਤੇ ਹੁਣ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ, ਇਹ ਤਾਂ ਹੋਊਗੀ ਐਡਰੈਸਿਸ ਦੀ ਵੀ, ਆਈਪੀ ਐਡਰੈਸ ਕੀ ਹੁੰਦੇ ਨੇ, ਕਿਵੇਂ ਬਣਦੇ ਨੇ, ਕੀ ਬਿੱਟਾਂ ਹੁੰਦੀਆਂ ਨੇ, ਕਿੰਨੇ ਬਿਲੀਅਨ ਦੇ ਐਡਰੈਸ ਨੇ। ਹੁਣ ਇਹ ਜਿਹੜੇ 4 ਬਿਲੀਅਨ ਆਈਪੀ ਐਡਰੈਸ ਨੇ 4 ਬਿਲੀਅਨ, ਇਹਨੂੰ ਵੀ ਅੱਗੇ ਕੈਟਾਗਰੀ ਦੇ ਵਿੱਚ ਡਿਵਾਈਡ ਕੀਤਾ ਗਿਆ। A ਕਲਾਸ, B ਕਲਾਸ, C ਕਲਾਸ, D ਕਲਾਸ ਤੇ E ਕਲਾਸ। ਠੀਕ ਹੈ, ਜਿਹੜੀ A ਕਲਾਸ ਹੈ ਆਪਾਂ ਨੂੰ ਪਤਾ ਆਈਪੀ ਐਡਰੈਸ ਦੇ ਵਿੱਚ 4 ਆਕਟੈਟ ਮੰਨੇ ਸੀ ਆਪਾਂ ਹਨਾ। ਪਹਿਲਾ ਆਕਟੈਟ, ਦੂਜਾ ਆਕਟੈਟ, ਤੀਜਾ ਆਕਟੈਟ, ਚੌਥਾ ਆਕਟੈਟ। ਪਹਿਲੇ ਦੇ ਨਾਲ ਹੀ ਆਪਾਂ ਡੀਲ ਕਰਾਂਗੇ, ਸਿਰਫ ਇੱਥੇ ਪਹਿਲਾ ਅੱਖਰ ਦੇਖਾਂਗੇ, ਪਹਿਲਾ ਡਿਜਿਟ ਦੇਖਾਂਗੇ। ਜੇ ਇਹ ਆਉਂਦਾ ਹੈ 1 ਤੋਂ ਲੈ ਕੇ 126 ਤੱਕ ਹੈ, 1 ਤੋਂ ਲੈ ਕੇ 126 ਤੱਕ ਤਾਂ A ਕਲਾਸ ਹੈ। ਜੇ 128 ਤੋਂ ਲੈ ਕੇ 191 ਤੱਕ ਹੈ ਤਾਂ B ਕਲਾਸ ਹੈ। ਤੇ ਜੇ 192 ਤੋਂ ਲੈ ਕੇ 223 ਤੱਕ ਹੈ ਤਾਂ C ਕਲਾਸ ਹੈ। ਤੇ ਜੇ 224 ਤੋਂ ਲੈ ਕੇ 239 ਤੱਕ ਹੈ ਤਾਂ D ਕਲਾਸ ਹੈ। ਤੇ ਜੇ 240 ਤੋਂ ਲੈ ਕੇ 255 ਆਊਗਾ ਕਿ 256 ਦੱਸੋ, ਤਾਂ 240 ਤੋਂ ਲੈ ਕੇ 255 ਤੱਕ, ਕਿਉਂਕਿ 56 ਦਾ ਇਹਦੇ ਚ ਅੱਖਰ ਹੀ ਨਹੀਂ ਹੁੰਦਾ। ਤਾਂ ਇਹ ਕਲਾਸਾਂ ਨੇ, ਇਸੇ ਤੇ ਕੁਐਸਚਨ ਪੁੱਛਿਆ। ਤਾਂ ਹੁਣ ਤਾਂ ਆਪਾਂ ਮਾਰ ਨਹੀਂ ਖਾਵਾਂਗੇ ਹੈ ਨਾ,
ਦੁਬਾਰੇ ਫਿਰ ਇੱਕ ਵਾਰੀ ਰਿਵਾਈਜ਼ ਕਰ ਲੈਂਦੇ ਆ। ਏ ਕਲਾਸ ਦਾ ਮਤਲਬ ਹੈਗਾ ਜੇ ਪੂਰੇ ਆਈਪੀ ਐਡਰੈਸ ਦਾ ਜੇ ਪਹਿਲਾ ਆਕਟੈਟ ਦੇਖਾਂਗੇ ਆਪਾਂ। ਹੁਣ ਆਈਪੀ ਐਡਰੈਸ ਤਾਂ ਐਂ ਹੋਣਗੇ ਨਾ 198.254.220 ਹੋ ਸਕਦਾ ਨਾ, ਕਿਉਂਕਿ 256 ਤੋਂ ਛੋਟਾ ਲੈਣਾ ਸੀ। ਤਾਂ ਆਹ ਵੀ ਆਈਪੀ ਐਡਰੈਸ ਹੈ। ਨਾ ਤਾਂ ਅਸੀਂ ਆਹ ਆਕਟੈਟ ਦੇਖਾਂਗੇ, ਨਾ ਆਹ ਦੇਖਾਂਗੇ, ਨਾ ਆਹ ਦੇਖਾਂਗੇ, ਸਿਰਫ ਲੈਫਟ ਹੈਂਡ ਸਾਈਡ ਵਾਲਾ ਦੇਖਾਂਗੇ। ਇਹਦੇ ਨਾਲ ਜਿਹੜਾ ਵੀ ਡੈਸੀਮਲ ਨੰਬਰ ਹੋਇਆ ਉਹ ਦੇਖਾਂਗੇ। ਜੇ ਇਹ ਪਹਿਲਾ ਲੈਫਟ ਹੈਂਡ ਸਾਈਡ ਵਾਲਾ ਨੰਬਰ 1 ਤੋਂ ਲੈ ਕੇ 126 ਦੇ ਵਿੱਚ ਆਉਂਦਾ ਹੈ ਤਾਂ ਕਲਾਸ ਏ ਹੈ। ਇਹ ਗੱਲਾਂ ਯਾਦ ਹੋ ਜਾਣਗੀਆਂ, ਮੈਨੂੰ ਵੀ ਤਾਂ ਯਾਦ ਹੀ ਨੇ, ਮੈਂ ਵੀ ਤੁਹਾਡੇ ਵਰਗਾ ਹੀ ਹਾਂ ਯਾਰ। ਤੁਸੀਂ ਐਂ ਨਾ ਸਮਝੋ ਵੀ ਇਹ ਤਾਂ ਪਤਾ ਨਹੀਂ ਕਿਹੜਾ ਕਹੋ ਹੈ। ਆਪਦੇ ਸਬਜੈਕਟ ਹਰ ਬੰਦਾ ਮਾਹਰ ਹੁੰਦਾ, ਤੁਹਾਡੇ ਸਬਜੈਕਟ ਤੁਸੀਂ ਮਾਹਰ ਹੋ, ਪਰ ਅਸੀਂ ਇਹ ਨਹੀਂ ਹੁੰਦਾ ਵੀ ਦੂਜੇ ਸਬਜੈਕਟ 'ਚ ਮਾਹਰ ਨਹੀਂ ਹੋ ਸਕਦੇ। ਹੁਣ ਮੈਂ ਕੰਪਿਊਟਰ ਦਾ ਕਿ ਮੈਨੂੰ ਮੈਥ ਬਹੁਤ ਵਧੀਆ ਆਉਂਦਾ ਯਾਰ, ਮੈਨੂੰ ਹਿਸਟਰੀ ਵੀ ਵਧੀਆ ਆਉਂਦੀ ਹੈ, ਮੈਨੂੰ ਜੋਗਰਾਫੀ ਦਾ ਥੋੜ੍ਹਾ ਬਹੁਤ ਆਉਂਦਾ ਕੰਮ, ਪੰਜਾਬ ਹਿਸਟਰੀ ਮੈਨੂੰ ਬਹੁਤ ਵਧੀਆ ਆਉਂਦੀ, ਮੈਂ ਕਰਾਈ ਵੀ ਹੋਈ ਹੈ। ਜਿਵੇਂ ਮਾਡਰਨ ਹਿਸਟਰੀ ਮੈਂ ਕਰਵਾਈ ਵੀ ਹੋਈ ਹੈ। ਆਪਣਾ ਚੈਨਲ ਹੈ ਬਾਇਨਰੀ ਇੰਸਟਰਕਟਰ, ਟੈਲੀਗ੍ਰਾਮ 'ਤੇ ਮਤਲਬ ਲਿੰਕ ਵੀ ਦਿੱਤਾ ਹੋਇਆ, ਉੱਥੇ ਜਾ ਕੇ ਸੁਣ ਸਕਦੇ ਹੋ ਤੁਸੀਂ, ਹੈ ਨਾ। ਸੋ ਤੁਸੀਂ ਕਰ ਸਕਦੇ ਹੋ, ਇਹੋ ਜਿਹੀ ਗੱਲ ਨਹੀਂ ਹੈ। ਮੈਂ ਇਸ ਚੀਜ਼ ਲਈ ਉਹ ਪਾਈਆਂ ਨੇ ਆਡੀਓ ਵੀ ਬੱਚਿਆਂ ਨੂੰ ਇਹ ਲੱਗੇ, ਇਹ ਮਹਿਸੂਸ ਹੋਵੇ ਵੀ ਅਸੀਂ ਕੁਝ ਵੀ ਕਰ ਸਕਦੇ ਹਾਂ ਜੇ ਤੁਸੀਂ ਸਮਾਂ ਦਿਓਗੇ। ਹੁਣ ਜੰਮੇ ਤਾਂ ਨਹੀਂ ਸਿੱਖੇ ਸਿਖਾਏ ਆਏ ਸੀ, ਹੈ ਨਾ, ਤਾਂ ਡਰਨਾ ਨਹੀਂ, ਕਿਸੇ ਡਰ ਹੀ ਕੱਢਣਾ ਬਸ ਆਪਾਂ ਵੀ ਬੰਦੇ ਐਵੇਂ ਡਰਦੇ ਚੀਜ਼ਾਂ ਤੋਂ। ਤਾਂ ਏ ਕਲਾਸ ਦੀ ਰੇਂਜ ਹੈਗੀ ਹੈ 1 ਤੋਂ ਲੈ ਕੇ 126 ਤੱਕ। ਵੀਡੀਓ ਲੰਬੀ ਹੋ ਰਹੀ ਹੈ, ਚੱਲ ਕੋਈ ਚੱਕਰ ਨਹੀਂ ਹੈਗਾ, ਬਸ ਤੁਹਾਨੂੰ ਸਿੱਖਣ ਨੂੰ ਮਿਲ ਰਿਹਾ ਨਾ, ਸਵਾਦ ਆ ਰਿਹਾ। ਬੀ ਕਲਾਸ ਦੀ ਰੇਂਜ ਹੈ 128 ਤੋਂ ਲੈ ਕੇ 191, ਸੀ ਕਲਾਸ ਦੀ ਰੇਂਜ ਹੈ 192 ਤੋਂ 223, ਤੇ ਡੀ ਕਲਾਸ ਦੀ ਰੇਂਜ ਹੈ 224 ਤੋਂ 239, ਤੇ ਈ ਕਲਾਸ ਦੀ ਰੇਂਜ ਹੈ 240 ਤੋਂ 255। ਠੀਕ ਹੈ। ਸੋ ਇੱਕ ਅੱਜ ਮੈਨੂੰ ਵਧੀਆ ਵੀ ਲੱਗ ਰਿਹਾ ਥੋੜ੍ਹਾ ਜਿਹਾ। ਮੈਂ ਡੇਲੀ 2-3 ਵੀਡੀਓ ਬਣਾਉਂਦਾ ਸੀ, ਮੇਰਾ ਜ਼ੋਰ ਬਹੁਤ ਜ਼ਿਆਦਾ ਲੱਗ ਜਾਂਦਾ ਸੀ, ਇੱਕ ਪੋਲਿਊਸ਼ਨ ਜ਼ਿਆਦਾ ਸੀ ਪਹਿਲਾਂ, ਹੈ ਨਾ, ਉਹਦੇ ਨਾਲ ਗਲਾ ਬੈਠ ਜਾਂਦਾ ਸੀ। ਅੱਜ ਹੁਣ ਮੈਨੂੰ ਐਂ ਜੋਸ਼ ਜਿਹਾ ਆਇਆ ਵਾ, ਐਨਰਜੀ ਜੀ ਵੀ ਠੀਕ ਹੈ, ਤਾਂ ਕਰਕੇ ਫਿਰ ਥੋੜ੍ਹਾ ਜਿਹਾ ਵੀ ਜ਼ਿਆਦਾ ਹੀ ਦੱਸ ਰਿਹਾ, ਮੈਂ ਲੋੜ ਤੋਂ ਜ਼ਿਆਦਾ ਹੀ ਦੱਸ ਰਿਹਾ, ਹੈ ਨਾ। ਪਰ ਮੈਨੂੰ ਐਂ ਵੀ ਯਾਰ ਤੁਹਾਡਾ ਕੁਐਸਚਨ ਨਾ ਮਿਸ ਹੋ ਜੇ, ਹੈ ਨਾ। ਸੋ ਵਧੀਆ ਲੱਗਦਾ ਚੀਜ਼ਾਂ ਨੂੰ ਲੈ ਕੇ। ਹੁਣ ਇੱਥੇ ਇੱਕ ਥੋੜ੍ਹੀ ਜਿਹੀ ਹੋਰ ਰਹਿ ਗਈ ਵੀ ਜ਼ੀਰੋ ਵਾਲਾ ਨਹੀਂ ਆਇਆ ਵਿੱਚ, ਜਿਹੜਾ 0.0.0 ਹੈ, ਇਹ ਡਿਫਾਲਟ ਰੂਟਿੰਗ ਵਾਸਤੇ ਹੈ। ਡਿਫਾਲਟ ਰੂਟਿੰਗ, ਜਿਵੇਂ ਹੁਣ ਆਪਾਂ ਚੌਂਕ 'ਚ ਖੜੇ ਹਾਂ, ਆਪਾਂ ਬੰਦੇ ਨੂੰ ਪੁੱਛੀਏ ਵੀ ਤੂੰ ਕਿੱਥੇ ਜਾਣਾ ਹੈ, ਵੀ ਪੰਜਾਬੀ ਯੂਨੀਵਰਸਿਟੀ ਕਹਿ ਲਓ, ਟੀ ਪੁਆਇੰਟ 'ਤੇ ਖੜੇ ਹਾਂ। ਜੇ ਉਹਨੇ ਕਹਿੰਦਾ ਮੈਂ ਹੋਸਟਲ 'ਚ ਜਾਣਾ, ਹੁਮੀ ਭਾਬਾ, ਆਪਾਂ ਕਹਿੰਦਾ ਇੱਧਰ ਵਗ ਜਾ ਵੀ ਖੱਬੇ। ਜੇ ਆਪਾਂ ਉਹਨੂੰ ਕਹਿੰਦਾ ਉਹਨੇ ਜਾਣਾ ਵੀ ਯੂਕੋ ਬੰਨ ਜਾਣਾ, ਆਪਾਂ ਕਹਿੰਦਾ ਸੱਜੇ। ਤੇ ਜੇ ਉਹ ਬੰਦਾ ਕਹਦੇ ਮੈਨੂੰ ਤਾਂ ਪਤਾ ਨਹੀਂ ਮੈਂ ਕਿੱਧਰ ਜਾਣਾ, ਉਹਨੂੰ ਕਹਿੰਦਾ ਉਹਦੇ ਲਈ ਤੀਜਾ ਰਸਤਾ ਰੱਖਿਆ ਵੀ ਚੱਕ ਵੀ ਇੱਧਰ ਡਿਫਾਲਟ ਵਾਲੀ ਸਾਈਡ। ਤਾਂ ਉਵੇਂ ਹੀ ਇਹ ਹੈ, ਜਿਹੜੇ ਪੈਕਟ ਦਾ ਇਹ ਨਹੀਂ ਪਤਾ ਲੱਗਦਾ ਕਿੱਧਰ ਜਾਣਾ, ਉਹ ਇੱਕ ਡਿਫਾਲਟ ਰੂਟ ਹੁੰਦਾ ਹਰੇਕ ਰਾਊਟਰ 'ਤੇ, ਤਾਂ ਉੱਥੇ ਭੇਜ ਦਿੰਦਾ। ਤੇ 127.0.0 ਵਾਲੀ ਜਾਂ ਪੂਰੀ ਕਲਾਸ ਹੈ, ਇਹ ਲੂਪ ਬੈਕ ਐਡਰੈਸ ਯੂਜ਼ ਹੁੰਦਾ। ਲੂਪ ਬੈਕ ਦਾ ਮਤਲਬ ਹੁੰਦਾ ਆਪਣੇ ਪੋਰਟ ਨੂੰ ਚੈੱਕ ਕਰਦਾ। ਇਹ ਨੈਟਵਰਕ ਦੇ ਵਿੱਚ ਪੈਕਟ ਐਂਟਰ ਨਹੀਂ ਹੁੰਦਾ। ਮੇਰੇ ਕੰਪਿਊਟਰ 'ਤੇ ਮੈਂ ਨੈਟ ਚਲਾਉਣਾ ਚਾਹੁੰਦਾ, ਮੈਂ ਲੂਪ ਬੈਕ ਕਰੂੰਗਾ, ਆਪਦੇ ਪੋਰਟ ਨੂੰ ਚੈੱਕ ਕਰੂੰਗਾ ਵੀ ਮੇਰਾ ਕੀ ਪੋਰਟ ਸਹੀ ਵਰਕ ਕਰ ਰਿਹਾ। ਇਹ ਰਿਜ਼ਰਵ ਹੈ 127 ਵਾਲਾ ਲੂਪ ਬੈਕ ਦੇ ਲਈ। ਸਮਝ ਲੱਗੀ ਗੱਲ। ਸੋ ਸਕਰੀਨਸ਼ਾਟ ਲੈ ਸਕਦੇ ਹੋ, ਬਹੁਤ ਕੰਮ ਦੀਆਂ ਚੀਜ਼ਾਂ ਨੇ, ਇਹ ਕੰਮ ਆਉਣਗੀਆਂ। ਤਾਂ ਇਹਦੇ 'ਚ ਇਹਨੇ ਪੁੱਛਿਆ ਗਾ ਕਲਾਸ ਏ ਦੇ ਨਾਲ। ਕਲਾਸ ਏ ਦੀ ਰੇਂਜ ਆਪਾਂ ਨੂੰ ਪਤਾ, ਲਿਖ ਲੈਣੀ ਆਪਾਂ 1 ਤੋਂ ਲੈ ਕੇ 126 ਤੱਕ ਹੈ। ਕਿਹੜਾ 121 ਵਾਲਾ ਕਲਾਸ ਏ ਦੇ ਵਿੱਚ ਹੈਗਾ, ਆਹ ਏ 'ਚ ਨਹੀਂ ਹੈਗਾ। ਆਹ ਦੋਨੇ ਕਿਹੜੀ ਕਲਾਸ ਦੇ ਵਿੱਚ ਨੇ? ਬੀ ਕਲਾਸ ਦੇ ਨੇ। ਆਹ ਵੀ ਬੀ ਕਲਾਸ ਦਾ, ਕਿਉਂਕਿ ਬੀ ਦੀ ਰੇਂਜ ਕਿੰਨੀ ਹੁੰਦੀ ਹੈ 128 ਤੋਂ ਲੈ ਕੇ 191 ਤੱਕ। 127 ਲੂਪ ਬੈਕ ਹੈ, ਤਾਂ ਕਰਕੇ ਕਿਸੇ ਵੀ ਕਲਾਸ 'ਚ ਕੰਸੀਡਰ ਨਹੀਂ ਲਿਆ ਜਾਂਦਾ। ਕੁਛ ਬੰਦੇ ਹੈਗੇ ਨੇ, ਕੁਛ ਰਾਈਟਰ ਲਿਖਦੇ ਨੇ 0 ਤੋਂ ਲੈ ਕੇ 127 ਤੱਕ, ਉਹ ਵੀ ਠੀਕ ਹੈ ਕੁਛ ਹੱਦ ਤੱਕ, ਬਟ ਐਸ ਸੱਚ ਉਹ ਨਾ ਤਾਂ ਇਹ 00 ਵਾਲਾ ਯੂਜ਼ਰ ਨੂੰ ਅਸਾਈਨ ਹੁੰਦਾ, ਨਾ ਹੀ ਇਹ 127 ਵਾਲਾ ਯੂਜ਼ਰ ਨੂੰ ਅਸਾਈਨ ਹੁੰਦਾ। ਤਾਂ ਕਰਕੇ ਇਹਦਾ ਕਿਸੇ ਵੀ ਕਲਾਸ ਦੇ ਨਾਲ ਕਹਿ ਲਓ ਵੀ ਲਾਗਾ ਦੇਗਾ ਨਹੀਂ ਹੈ, ਤਾਂ ਉਦਾਂ ਹੀ ਵਰਤੇ ਜਾਂਦੇ ਨੇ। ਠੀਕ ਹੈ। ਫਿਰ ਆਨਸਰ ਆਪਾਂ ਕਿਹੜਾ ਕੱਢ ਦਈਏ? ਆਨਸਰ ਆਪਾਂ ਏ ਕੱਢ ਦਿੰਦੇ ਹਾਂ। ਏ ਆਨਸਰ ਹੈ ਨਾ। ਤਾਂ ਉਹੀ ਚੀਜ਼ਾਂ ਨੇ, ਆਹ ਦਿੱਤੀਆਂ ਵੀ ਹੋਈਆਂ ਨੇ। ਮੈਂ ਦੇਖੋ ਏ ਕਲਾਸ ਦਾ ਆਹ ਹੈ, ਬੀ ਦਾ ਆ, ਸੀ ਦਾ ਆਹ ਦੇਖੋ। ਪਿਛਲੇ ਦੇਖਣ ਦੀ ਲੋੜ ਨਹੀਂ, ਪਹਿਲਾਂ ਇੱਕ ਅੱਖਰ ਹੀ ਦੇਖ ਲਓ। 128 ਤੋਂ 91, ਉਹੀ ਚੀਜ਼ਾਂ ਮੈਂ ਤੁਹਾਨੂੰ ਦੱਸ ਚੁੱਕਿਆ। ਠੀਕ ਹੈ। ਆਹ ਸਬਨੈਟ ਮਾਸਕ ਵੀ ਹੁੰਦਾ, ਦੇਖੋ ਏ ਕਲਾਸ ਦੇ ਵਿੱਚ 255, ਬਾਕੀ ਸਾਰੀਆਂ ਜ਼ੀਰੋ ਆਉਂਦੇ। ਤੁਸੀਂ ਆਪਦੇ ਕੰਪਿਊਟਰ ਦੇ ਵਿੱਚ ਵੀ ਚੈੱਕ ਕਰ ਸਕਦੇ ਹੋ। ਤਾਂ ਏ ਕਲਾਸ ਦਾ ਮਾਸਕ ਹੈ, ਆਹ ਬੀ ਕਲਾਸ ਦਾ। ਆਹ ਨੈਟਵਰਕ ਬਿਟਸ ਹੁੰਦੀਆਂ ਨੇ, ਆਹ ਯੂਜ਼ਰ ਦੀਆਂ ਬਿਟ ਹੁੰਦੀਆਂ ਨੇ। ਇੱਥੇ ਯੂਜ਼ਰ ਨੂੰ ਐਡਰੈਸ ਮਿਲਦੇ ਨੇ, ਆਹ ਫਿਕਸਡ ਹੁੰਦੇ ਨੇ 255। ਤੇ ਬੀ ਕਲਾਸ ਦੇ ਵਿੱਚ 2 ਆਕਟੈਟ ਫਿਕਸਡ ਹੁੰਦੇ ਨੇ, ਸੀ ਕਲਾਸ ਦੇ ਵਿੱਚ 3 ਆਕਟੈਟ। ਤੁਸੀਂ ਆਪਦਾ ਕੰਪਿਊਟਰ ਖੋਲੋਗੇ ਨਾ, ਜਦੋਂ ਤੁਸੀਂ ਕਦੇ YouTube ਤੇ ਸਰਚ ਕਰ ਲਿਓ ਵੀ ਹਾਊ ਟੂ ਸੀ ਯੂਅਰ ਓਨ IP ਐਡਰੈਸ, ਤਾਂ ਉੱਥੇ ਤੁਹਾਨੂੰ ਆਹ ਵਾਲਾ ਮਾਸਕ ਦਿਸੂਗਾ ਤੁਹਾਡੇ ਕੰਪਿਊਟਰ ਦੇ ਵਿੱਚ। ਆਪਣੇ ਮੋਸਟਲੀ ਸੀ ਕਲਾਸ ਚੱਲਦੀ ਹੁੰਦੀ ਹੈ। ਤਾਂ ਜਿਹੜੀ ਡੀ ਕਲਾਸ ਹੈ ਮਲਟੀਕਾਸਟਿੰਗ ਦੀ ਰਿਜ਼ਰਵ ਹੈ, ਈ ਕਲਾਸ ਐਕਸਪੈਰੀਮੈਂਟਲ ਦੇ ਲਈ ਹੈ। ਤਾਂ 127 ਵਾਲਾ 0 ਤੋਂ ਲੈ ਕੇ 255 ਤੱਕ ਇਹ
ਕਾਹਦੇ ਲਈ, ਲੂਪ ਬੈਕ ਦੇ ਲਈ, ਟੈਸਟਿੰਗ ਦੇ ਲਈ ਆਪਣੇ ਆਪ ਨੂੰ, ਤੇ ਆਹ ਲਾਸਟ ਵਾਲਾ ਹੈਗਾ ਡਿਫਾਲਟ ਰੂਟਿੰਗ ਦੇ ਲਈ। ਕਲੀਅਰ ਹੋਈ ਗੱਲ? ਸੋ ਫਿਰ ਇਹਦਾ ਆਨਸਰ ਇਹ ਹੈ। ਅਗਲਾ, ਕੈਨ ਵੀ ਯੂਜ਼ ਲੂਪ ਬੈਕ। ਲੂਪ ਬੈਕ ਹੁਣ ਥੋੜੀ ਫਸੂਗਾ ਸਾਡੇ ਮੂਹਰੇ, ਤਾਂ ਬੀ ਆਨਸਰ ਹੈ। ਇਹ ਹੈਗਾ ਡਿਫਾਲਟ ਰੂਟਿੰਗ ਦੇ ਲਈ, ਠੀਕ ਹੈ, ਬੀ ਆਨਸਰ ਹੈ। ਘੈਂਟਾ ਨਾ ਕੰਮ। ਅਗਲਾ ਕੁਐਸਚਨ, ਵਿਚ ਵਨ ਆਫ ਦੀ ਫੋਲੋਇੰਗ ਇਜ਼ ਨੋਟ ਸੈਕੰਡਰੀ ਸਟੋਰੇਜ। ਕਹਿੰਦਾ ਸੈਕੰਡਰੀ ਸਟੋਰੇਜ ਹੇਠ ਲਿਖਿਆਂ ਚੋਂ ਕਿਹੜਾ ਨਹੀਂ ਹੈ? ਮੈਗਨੈਟਿਕ ਡਿਸਕ ਹੈਗਾ, ਮੈਗਨੈਟਿਕ ਟੇਪ ਵੀ ਹੈਗਾ, ਰੈਮ ਨਹੀਂ ਹੈਗਾ। ਆਨਸਰ ਤਾਂ ਹੈਗਾ ਰੈਮ। ਫਿਰ ਵੀ ਇਹ ਮੈਮਰੀ ਹਾਇਰਾਰਕੀ, ਸੌਰੀ ਟਾਈਪਸ ਆਫ ਮੈਮਰੀ ਹੈ, ਇਹ ਪੜ੍ਹ ਲਿਓ ਤੁਸੀਂ। ਬਾਕੀ ਦੀਆਂ ਜਿਵੇਂ ਮੈਰਾਥਨ ਮੈਂ ਕਰਾਈ ਹੋਈ ਹੈ, ਕਲਰਕ ਦੀ ਮੈਰਾਥਨ ਮੈਂ ਬਹੁਤ ਸਮਾਂ ਪਹਿਲਾਂ ਹੀ ਪਾਤੀ, ਕਿਉਂਕਿ 19 ਨੂੰ ਵੀ ਪੇਪਰ ਹੋਇਆਗਾ, ਤੇ ਆਉਣ ਵਾਲੇ ਜਿੰਨੇ ਵੀ ਕਲੈਰੀਕਲ ਦੇ ਨੇ ਉਹਨਾਂ ਦੇ ਲਈ ਉਹੀ 3 ਦੀਆਂ 3 ਮੈਰਾਥਨ ਚੱਲਣਗੀਆਂ ਆਪਣੀਆਂ। ਪਹਿਲੀ ਜਿਹੜੀ ਬੇਸਿਕ ਹੈ, ਦੂਸਰੀ ਵੀ ਬੇਸਿਕ ਹੈ ਫੋਰੈਸਟ ਗਾਰਡ ਵਾਲੀ, ਪਹਿਲੀ ਲਾਇਬ੍ਰੇਰੀਅਨ ਵਾਲੀ, ਤੇ ਤੀਜੀ ਜਿਹੜੀ ਸਪੈਸ਼ਲ ਕਲਰਕ ਦੀ। ਉਹ ਤਿੰਨੋਂ ਮੈਰਾਥਨ ਦੇਖਣੀਆਂ ਨੇ ਆਪਾਂ, ਤੇ ਸਾਰੀਆਂ ਵੀਡੀਓ ਦੇਖਣੀਆਂ ਨੇ ਕਲਰਕ ਦੇ ਪ੍ਰੀਵੀਅਸ ਈਅਰ ਦੀਆਂ। ਜੇ ਸਮਾਂ ਹੋਇਆ ਤਾਂ ਗ੍ਰੈਂਡ ਸੀਰੀਜ਼ ਦੇਖ ਲਿਓ, ਪਲੱਸ ਨਾਲ ਆਫਿਸ ਪ੍ਰੋਡਕਟਿਵਿਟੀ ਟੂਲ ਵਾਲੀ, ਉਹਦਾ ਮੈਂ ਲਿੰਕ ਸਾਰਾ ਇਹਦੇ ਵਿੱਚ ਦੇ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ, ਠੀਕ ਹੈ। ਤਾਂ ਹੋ ਹੀ ਨਹੀਂ ਸਕਦਾ ਤੁਹਾਡਾ ਕੁਐਸਚਨ ਫਸ ਜੇ ਕੋਈ। ਤਾਂ ਟਾਈਪਸ ਆਫ ਮੈਮਰੀ ਹੈ, ਮੈਮਰੀ ਦੋ ਤਰ੍ਹਾਂ ਦੀ ਹੈ, ਇੰਟਰਨਲ ਤੇ ਐਕਸਟਰਨਲ। ਇੰਟਰਨਲ ਦੇ ਵਿੱਚ ਰਜਿਸਟਰ, ਕੈਸ਼ੇ ਤੇ ਮੇਨ ਮੈਮਰੀ ਪ੍ਰਾਇਮਰੀ। ਐਕਸਟਰਨਲ ਦੇ ਵਿੱਚ, ਜਾਂ ਐਕਸਟਰਨਲ ਨੂੰ ਸੈਕੰਡਰੀ ਵੀ ਬੋਲਿਆ ਜਾਂਦਾ ਹੈ, ਇਸੇ ਨੂੰ ਆਕਸਿਲਰੀ ਵੀ ਬੋਲਿਆ ਜਾਂਦਾ ਹੈ, AUXALI, ਆਕਸਿਲਰੀ ਮੈਮਰੀ। ਫਲੈਸ਼ ਮੈਮਰੀ, ਮੈਗਨੈਟਿਕ ਡਿਸਕ, ਆਪਟੀਕਲ ਟੇਪ ਤੇ ਮੈਗਨੈਟਿਕ ਟੇਪ। ਹਾਰਡ ਡਿਸਕ ਵਗੈਰਾ ਇਹਦੇ ਅੰਡਰ ਹੀ ਆਉਂਦੀਆਂ ਨੇ। ਤਾਂ ਮੇਨ ਮੈਮਰੀ ਜਾਂ ਪ੍ਰਾਇਮਰੀ ਦੋ ਤਰ੍ਹਾਂ ਦੀ ਹੈ, ਰੈਮ ਤੇ ਰੋਮ। ਰੈਮ ਫਰਦਰ ਦੋ ਤਰ੍ਹਾਂ ਦੀ ਹੈ, SRAM, DRAM, ਸਟੈਟਿਕ ਰੈਮ ਤੇ ਡਾਇਨਾਮਿਕ ਰੈਮ। ਰੋਮ 4 ਤਰ੍ਹਾਂ ਦੀ ਹੈ, ਰੋਮ 4 ਤਰ੍ਹਾਂ ਦੀ ਹੈ, ਮਾਸਟਰ ਰੋਮ, ਪ੍ਰੋਗਰਾਮੇਬਲ ਰੋਮ, ਇਰੇਜ਼ੇਬਲ ਪ੍ਰੋਗਰਾਮੇਬਲ ਰੋਮ ਤੇ ਇਲੈਕਟ੍ਰੀਕਲੀ ਇਰੇਜ਼ੇਬਲ ਪ੍ਰੋਗਰਾਮੇਬਲ ਰੋਮ, ਠੀਕ ਆ। ਤਾਂ ਫਿਰ C ਆਨਸਰ ਹੈ ਦਾ। ਕਲੀਅਰ ਹੋ ਗਈ ਗੱਲ? ਅੱਗੇ, ਵਾਟ ਇਜ਼ ਦੀ ਪੋਰਟ ਨੰਬਰ ਆਫ POP? POP ਪ੍ਰੋਟੋਕਾਲ ਹੈ ਜਿਹੜੀ ਈਮੇਲ ਦੇ ਵਿੱਚ ਵਰਤੀ ਜਾਂਦੀ ਹੈ। ਈਮੇਲ ਵਾਲਾ ਮੈਂ ਚੈਪਟਰ ਦੀ ਆਲਰੇਡੀ ਵੀਡੀਓ ਅਪਲੋਡ ਕਰ ਚੁੱਕਿਆ, ਉਹ ਤੁਸੀਂ ਦੇਖ ਲਿਓ। ਈਮੇਲ ਦੇ ਵਿੱਚ 3 ਪ੍ਰੋਟੋਕਾਲ ਵਰਤੀਆਂ ਜਾਂਦੀਆਂ ਨੇ, SMTP, POP ਤੇ IMAP। ਇਹ ਮੈਂ ਦੁਬਾਰੇ ਕਿਉਂ ਦੱਸ ਦਿੰਦਾ ਤੁਹਾਨੂੰ, ਚੀਜ਼ਾਂ ਰਿਵੀਜ਼ਨ ਹੋ ਜਾਂਦੀ ਹੈ। ਜੇ ਵਾਰੀ ਚੀਜ਼ਾਂ ਆਪਾਂ ਸੁਣਦੇ ਹਾਂ, ਕਰਦੇ ਹਾਂ, ਫਿਰ ਉਹ ਲੋਹੇ ਤੇ ਲਕੀਰ ਹੋ ਜਾਂਦੀ ਹੈ ਮਨ ਦੇ ਵਿੱਚ। ਤਾਂ ਆਹ ਸਿੰਪਲ ਮੇਲ ਟਰਾਂਸਫਰ ਪ੍ਰੋਟੋਕਾਲ ਟਰਾਂਸਫਰ ਕਰਨ ਦੇ ਲਈ, ਆਹ ਮੇਲ ਨੂੰ ਰਿਸੀਵ ਜਾਂ ਡਾਊਨਲੋਡ ਕਰਨ ਦੇ ਲਈ ਵਰਤੀ ਜਾਂਦੀ ਹੈ। SMTP ਦਾ ਪੋਰਟ ਨੰਬਰ 25 ਹੈ, POP ਦਾ 110 ਤੇ IMAP ਦਾ 143। IMAP ਕਰਦਾ 143, ਤਾਂ POP ਦਾ ਪੁੱਛਿਆ C ਆਨਸਰ ਹੈ, ਠੀਕ ਹੈ। ਮੈਂ ਕਰਾ ਵੀ ਦਿੰਦਾ ਸਾਰੇ। SSH ਦਾ 22 ਹੁੰਦਾ, ਸਿਕਿਉਰ ਸ਼ੈਲ, ਜਿਹੜਾ ਆਪਾਂ ਪੜ੍ਹ ਕੇ ਆਏ ਹਾਂ ਟੈਲਨੈਟ ਦਾ ਜਿਹੜਾ ਸਿਕਿਉਰਡ ਵਰਜਨ ਹੈ, ਸਿਕਿਉਰ ਸੌਕਟ, ਸਿਕਿਉਰ ਸ਼ੈਲ। SMTP 25, POP ਦਾ 110, IMAP ਦਾ 143 143, DNS ਦਾ 53, HTTP ਦਾ 80 ਤੇ HTTPS ਦਾ 443। ਆਹ ਵੀ ਪੁੱਛਿਆ ਗਿਆ ਬਈ, ਪਹਿਲਾਂ ਆ ਵੀ ਪੁੱਛਿਆ ਸੀਗਾ ਇੱਕ ਪੇਪਰ ਦੇ ਵਿੱਚ, ਹੁਣ ਆਹ ਪੁੱਛ ਲਿਆ, ਤੇ ਆ ਵੀ ਯਾਦ ਰੱਖਿਓ, ਠੀਕ ਹੈ। ਪੋਰਟ ਨੰਬਰ ਹੁੰਦੇ ਕੀ ਨੇ ਅੱਗੇ ਦੱਸੂਗਾ। ਵੈਸੇ ਪੋਰਟ ਨੰਬਰ ਇਹ ਦੱਸਦੇ ਨੇ ਵੀ ਕੰਪਿਊਟਰ ਦੇ ਵਿੱਚ ਕਿੰਨੀਆਂ ਸਰਵਿਸਿਜ਼ ਚੱਲ ਰਹੀਆਂ ਨੇ, ਜਿੰਨੀਆਂ ਸਰਵਿਸ ਚੱਲਦੀਆਂ ਨੇ ਹਰ ਇੱਕ ਦਾ ਪੋਰਟ ਹੁੰਦਾ ਇੱਕ। ਕਲੀਅਰ ਹੋਈ ਗੱਲ? ਸੋ ਦੱਸੂਗਾ ਅੱਗੇ, C ਆਨਸਰ ਹੈ। ਵਿਚ ਆਫ ਦੀ ਫੋਲੋਇੰਗ ਲੇਅਰ ਇਜ਼ ਨਾਟ ਪ੍ਰੈਜ਼ੈਂਟ ਇਨ ਦੀ TCP/IP ਮਾਡਲ? TCP/IP ਮਾਡਲ ਦੇ ਵਿੱਚ ਕਹਿੰਦਾ ਹੇਠ ਲਿਖਿਆਂ ਚੋਂ ਕਿਹੜੀ ਲੇਅਰ ਹੈ ਨਹੀਂ, ਬਟ ਇਟ ਇਨਕਲੂਡਡ ਇਨ ਦੀ OSI ਮਾਡਲ? ਤਾਂ ਨੈਟਵਰਕ ਲੇਅਰ, ਸੈਸ਼ਨ ਲੇਅਰ, ਐਪਲੀਕੇਸ਼ਨ ਲੇਅਰ, ਟਰਾਂਸਪੋਰਟ ਲੇਅਰ। ਆਨਸਰ ਤਾਂ ਇਹਦਾ ਹੈਗਾ ਸੈਸ਼ਨ ਲੇਅਰ। ਤੇ ਕਿਉਂ ਹੈਗਾ ਆਪਾਂ ਗੱਲ ਕਰਦੇ ਹਾਂ। ਦੋ ਤਰ੍ਹਾਂ ਦੇ ਮਾਡਲ ਨੇ, OSI ਓਪਨ ਸਿਸਟਮ ਇੰਟਰਕਨੈਕਸ਼ਨ, ਤੇ TCP ਹੁੰਦਾ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕਾਲ ਤੇ ਇੰਟਰਨੈਟ ਪ੍ਰੋਟੋਕਾਲ। ਓਪਨ ਸਿਸਟਮ ਇੰਟਰਕਨੈਕਸ਼ਨ ਹੀ ਹੈ ਸ਼ਾਇਦ, ਮੈਨੂੰ ਭੁੱਲ ਗਿਆ ਵੀ ਇਹੀ ਹੈ ਸ਼ਾਇਦ। ਹਾਂ, ਇਹ ਮਾਡਲ ਨੇ। ਮਾਡਲ ਦਾ ਕੀ ਮੀਨਿੰਗ ਹੈ? ਹੁਣ ਕੋਈ ਵੀ ਟਾਸਕ ਕਰਨਾ ਆਪਾਂ, ਇੰਟਰਨੈਟ ਤੇ ਬਹੁਤ ਕੁਝ ਹੁੰਦਾ, ਫਾਈਲਾਂ, ਇੱਕ ਡੇਟਾ ਹੁੰਦਾ, ਉਹਨੂੰ ਫਿਜ਼ੀਕਲੀ ਫਾਰਮ 'ਚ ਕਨਵਰਟ ਕਰਨਾ ਪੈਂਦਾ ਸਾਨੂੰ, ਡਿਜੀਟਲ ਨੂੰ ਐਨਾਲੌਗ 'ਚ ਕਨਵਰਟ ਕਰਨਾ ਪੈਂਦਾ, ਇਹ ਵੀ ਕੰਮ ਹੈ। ਫਿਰ ਉਹਦੇ ਪੈਕੇਟ ਬਣਾਉਣੇ ਪੈਂਦੇ ਨੇ, ਫਿਰ ਉਹਦੇ ਫਰੇਮ ਬਣਦੇ ਨੇ, ਫਿਰ ਉਹਦੇ ਵਿੱਚ ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਹੁੰਦੀ ਹੈ, ਫਿਰ ਬਹੁਤ ਸਾਰੀਆਂ ਸਰਵਿਸਿਜ਼ ਨੇ, ਕਿੰਨੇ ਹੀ ਕੰਮ ਨੇ। ਉਹ ਕੰਮ ਨੂੰ ਕਾਹਦੇ ਵਿੱਚ ਡਿਵਾਈਡ ਕੀਤਾ ਜਾਂਦਾ? ਪਾਰਟਸ ਦੇ ਵਿੱਚ। ਜਿਵੇਂ ਲੇਮਨ ਐਗਜ਼ਾਮਪਲ ਲੈ ਲੈਂਦੇ ਆਪਾਂ, ਇੱਕ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਕੰਮ ਹੁੰਦੇ ਨੇ, ਕਲੈਰੀਕਲ ਲੈਵਲ ਦੇ ਵੀ ਕੰਮ ਹੈ, ਟੀਚਿੰਗ ਲੈਵਲ ਦੇ ਵੀ ਕੰਮ ਹੈ, ਐਡਮਿਨਿਸਟ੍ਰੇਟਿਵ ਲੈਵਲ ਦੇ ਵੀ ਕੰਮ ਨੇ, ਤੇ ਫਿਰ ਆਪਾਂ ਕਹਿ ਦਈਏ ਵੀ ਜਿਹੜੇ ਸਫਾਈ ਕਰਮਚਾਰੀ ਨੇ ਉਹ ਵੀ ਕੰਮ ਹੈ, ਸਿਕਿਉਰਿਟੀ ਵੀ ਕੰਮ ਹੈ। ਤਾਂ ਜੇ ਸਾਰਿਆਂ ਨੂੰ ਕੋਈ ਉਹਦਾ ਪ੍ਰੋਪਰ ਚੈਨਲ ਆਪਾਂ ਨਾ ਬਣਾਈਏ ਤਾਂ ਫਿਰ ਕੰਮ ਔਖਾ ਹੋ ਜਾਊਗਾ। ਤਾਂ ਜਿਵੇਂ ਆਪਾਂ ਨੂੰ ਪਤਾ ਵੀ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਹੁੰਦਾ, ਇੱਕ ਯੂਨੀਵਰਸਿਟੀ ਦਾ ਚਾਂਸਲਰ ਹੁੰਦਾ, ਜਿਹੜਾ ਸਟੇਟ ਦਾ ਗਵਰਨਰ ਹੁੰਦਾ ਉਹ ਬਾਈ ਡਿਫਾਲਟ ਯੂਨੀਵਰਸਿਟੀ ਦਾ ਚਾਂਸਲਰ ਹੁੰਦਾ। ਸੈਂਟਰਲ ਯੂਨੀਵਰਸਿਟੀ ਦਾ ਚਾਂਸਲਰ ਹੈ ਜਿਹੜਾ, ਉਹ ਕੌਣ ਹੁੰਦਾ? ਪ੍ਰੈਜ਼ੀਡੈਂਟ ਹੁੰਦਾ। ਜਿਵੇਂ ਆਪਣੇ ਕੋਲੇ ਸੈਂਟਰਲ ਯੂਨੀਵਰਸਿਟੀ ਬਠਿੰਡੇ ਆਪਣੀ, ਹੈ ਨਾ, ਕੀ ਉਹਦਾ ਨਾਂ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਉੱਥੇ ਵਿਜ਼ਿਟ ਕਰਦਾ ਪ੍ਰੈਜ਼ੀਡੈਂਟ।
ਤੇ ਜੇ ਮੈਂ ਗਲਤ ਨਾ ਹੋਵਾਂ ਮੈਨੂੰ ਲੱਗਦਾ ਪ੍ਰੈਜ਼ੀਡੈਂਟ ਹੁੰਦਾ ਤੇ ਜਿਹੜੀ ਸਟੇਟ ਯੂਨੀਵਰਸਿਟੀ ਉਹਦਾ ਚਾਂਸਲਰ ਹੁੰਦਾ ਗਵਰਨਰ ਤੇ ਜਿਹੜਾ ਵਾਈਸ ਚਾਂਸਲਰ ਹੁੰਦਾ ਉਹ ਯੂਨੀਵਰਸਿਟੀ ਨੂੰ ਸੰਭਾਲਦਾ। ਵਾਈਸ ਚਾਂਸਲਰ ਥੱਲੇ ਸਾਰਿਆਂ ਦੀ ਫੰਕਸ਼ਨਿੰਗ ਡਿਵਾਈਡ ਕੀਤੀ ਹੋਈ ਹੈ। ਜਿਹੜਾ ਕਲੈਰੀਕਲ ਕੰਮ ਹੈ ਜਿਹੜਾ ਸਟਾਫ ਦਾ ਉਹਨਾਂ ਦਾ ਇੱਕ ਲੱਗਦਾ ਉਹਨਾਂ ਦਾ ਰਜਿਸਟਰਾਰ ਲੱਗਦਾ ਤੇ ਜਿਹੜੇ ਫੈਕਲਟੀ ਹੁੰਦੇ ਨੇ ਉਹਨਾਂ ਦਾ ਡੀਨ ਹੁੰਦਾ। ਡੀਨ ਫੈਕਲਟੀ ਤੁਸੀਂ ਸੁਣਿਆ ਹੋਣਾ, ਡੀਨ ਸਟੂਡੈਂਟ ਵੈਲਫੇਅਰ, ਉਹ ਉਹਨਾਂ ਚੀਜ਼ਾਂ ਨੂੰ ਕੰਟਰੋਲ ਕਰਦੇ ਨੇ। ਫਿਰ ਇੱਕ ਸਫਾਈ ਕਰਮਚਾਰੀ ਨੇ ਉਹਨਾਂ ਦਾ ਹੈੱਡ ਮਾਲੀ, ਜਿਵੇਂ ਮਾਲੀ ਨੇ ਉਹਨਾਂ ਦਾ ਹੈੱਡ ਮਾਲੀ ਸੁਪਰਵਾਈਜ਼ਰ ਹੈ ਨਾ, ਤਾਂ ਉਹ ਕੀ ਕੀਤਾ ਹੋਇਆ ਸਾਰੇ ਫੰਕਸ਼ਨਸ ਨੂੰ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ। ਉਵੇਂ ਕੰਪਿਊਟਰ ਦੇ ਵਿੱਚ ਜਿੰਨੇ ਵੀ ਕੰਮ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਇੱਕ ਲੇਅਰਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਤਾਂ ਉਹ ਲੇਅਰਸ ਦੇ ਨਾਮ ਦਿੱਤੇ ਹੋਏ ਨੇ। ਉਹੀ ਲੇਅਰਸ ਤੇ ਘੁੰਮ ਘੁਮਾ ਕੇ ਆਪਾਂ ਨੂੰ ਕੀ ਪੁੱਛਦਾ, ਕੁਐਸਚਨ ਪੁੱਛਦਾ। ਜਿਵੇਂ ਆਪਾਂ ਗੱਲ ਕਰੀਏ OSI ਲੇਅਰ, OSI ਮਾਡਲ, OSI ਮਾਡਲ ਦੇ ਵਿੱਚ 7ਵੀਂ ਲੇਅਰ ਬੋਲਦੇ ਆ ਇਹਨੂੰ ਆਪਾਂ। 7th ਲੇਅਰ ਹੁੰਦੀ ਹੈ ਐਪਲੀਕੇਸ਼ਨ ਲੇਅਰ, 6ਵੀਂ ਲੇਅਰ ਹੁੰਦੀ ਹੈ ਪ੍ਰੈਜੈਂਟੇਸ਼ਨ ਤੇ 5ਵੀਂ ਲੇਅਰ ਹੁੰਦੀ ਹੈ ਸੈਸ਼ਨ, ਚੌਥੀ ਟਰਾਂਸਪੋਰਟ, ਤੀਜੀ ਨੈਟਵਰਕ, ਦੂਜੀ ਡਾਟਾ ਲੇਅਰ ਤੇ ਪਹਿਲੀ ਫਿਜ਼ੀਕਲ ਲੇਅਰ। ਤੇ ਇੱਥੋਂ ਚੱਲਦਾ 1 2 3 4 5 6। ਤੇ ਯਾਦ ਰੱਖਣਾ ਫਿਜ਼ੀਕਲ ਲੇਅਰ, ਡਾਟਾ ਲਿੰਕ ਲੇਅਰ, ਨੈਟਵਰਕ ਲੇਅਰ, ਟਰਾਂਸਪੋਰਟ ਲੇਅਰ, ਸੈਸ਼ਨ ਲੇਅਰ, ਪ੍ਰੈਜੈਂਟੇਸ਼ਨ ਲੇਅਰ ਤੇ ਐਪਲੀਕੇਸ਼ਨ। ਇਹ ਤਾਂ ਨਹੀਂ ਪੁੱਛਿਆ ਜਾਊਗਾ ਵੀ ਪਹਿਲੀ ਕਿਹੜੀ ਹੈ 7ਵੀਂ ਕਿਹੜੀ ਹੈ, ਇਹਨਾਂ ਦੇ ਨਾਮ ਯਾਦ ਕਰ ਲਿਓ। ਇਹਦੇ ਵਿੱਚ ਤਾਂ OSI ਦੇ ਵਿੱਚ ਤਾਂ ਟੋਟਲ 7 ਲੇਅਰਸ ਨੇ, ਬਟ TCP/IP ਦੇ ਵਿੱਚ ਆਪਣੇ ਕੋਲੇ 4 ਲੇਅਰਸ ਨੇ। ਪਹਿਲੀਆਂ 3 ਨੂੰ ਕੰਬਾਈਨ ਕਰਕੇ, ਪਹਿਲੀਆਂ 3 ਕੰਬਾਈਨ ਕਰਤੀਆਂ ਐਪਲੀਕੇਸ਼ਨ, ਪ੍ਰੈਜੈਂਟੇਸ਼ਨ ਤੇ ਸੈਸ਼ਨ। ਇਹਨਾਂ ਚੋਂ TCP/IP ਵਾਲਿਆਂ ਨੇ ਜਿਹੜੀ ਲੇਅਰ ਦਾ ਨਾਮ ਰੱਖਿਆ ਐਪਲੀਕੇਸ਼ਨ। ਫਿਰ ਥੱਲੇ ਵਾਲੀਆਂ 2 ਕੰਬਾਈਨ ਕਰਕੇ ਡਾਟਾ ਲਿੰਕ, ਠੀਕ ਹੈ, ਡਾਟਾ ਲਿੰਕ ਲੇਅਰ, ਡਾਟਾ ਲੇਅਰ ਜਾਂ ਹੈ ਨਾ। ਤੇ ਤੀਜੀ ਉਹੀ ਰੱਖੀ ਨੈਟਵਰਕ ਲੇਅਰ ਨੂੰ ਨਾਮ ਬਦਲਤਾ ਉਹਨੇ, ਇੰਟਰਨੈਟ ਲੇਅਰ ਕਹਿਤਾ ਤੇ ਸੌਰੀ ਦੂਜੀ, ਤੀਜੀ ਉਹਨੇ ਟਰਾਂਸਪੋਰਟ ਸੇਮ ਰੱਖੀ ਹੈ। ਤਾਂ ਇਹ ਲੇਅਰਸ ਨੇ TCP ਦੀਆਂ, TCP/IP ਦੀਆਂ ਤੇ OSI ਦੀਆਂ, ਆਪਾਂ ਯਾਦ ਰੱਖਣੀਆਂ ਨੇ, ਬਹੁਤ ਇੰਪੋਰਟੈਂਟ ਨੇ। ਹੁਣ ਅੱਜ ਕੱਲ੍ਹ ਇਹਨਾਂ ਦੇ ਵਿੱਚੋਂ ਕੁਐਸਚਨ ਪੁੱਛਿਆ ਜਾਣ ਲੱਗ ਗਿਆ। ਤਾਂ ਸੈਸ਼ਨ ਲੇਅਰ ਹੈ ਨਹੀਂ ਜਿਹੜੀ TCP/IP ਮਾਡਲ 'ਚ, ਇਹੀ ਆਪਾਂ ਨੂੰ ਪੁੱਛ ਰਿਹਾ, ਕਹਿੰਦਾ ਕਿਹੜੀ ਪ੍ਰੈਜ਼ੈਂਟ ਨਹੀਂ ਹੈਗੀ, ਤਾਂ ਸੈਸ਼ਨ ਲੇਅਰ B ਆਨਸਰ ਹੈ। ਠੀਕ ਹੈ, ਅੱਗੇ ਆ ਗਿਆ ਐਡਰੈਸ। ਕਹਿੰਦਾ ਬਟ ਐਡਰੈਸ ਆਇਡੈਂਟੀਫਾਈ ਏ ਪ੍ਰੋਸੈਸ ਔਨ ਏ ਹੋਸਟ। ਮੈਂ ਤੁਹਾਨੂੰ ਹੁਣੀ ਦੱਸ ਕੇ ਗਿਆ, ਇੱਕ ਹੋਸਟ ਦੇ ਵਿੱਚ ਪ੍ਰੋਸੈਸ ਨੂੰ ਆਇਡੈਂਟੀਫਾਈ ਕੌਣ ਕਰਦਾ। ਮੰਨ ਲਓ ਇਹ ਹੋਸਟ ਹੈ, ਹੋਸਟ ਆਪਾਂ ਕੰਪਿਊਟਰ ਨੂੰ ਵੀ ਬੋਲ ਸਕਦੇ ਹਾਂ, ਹੋਸਟ, ਕੰਪਿਊਟਰ ਜਾਂ ਯੂਜ਼ਰ, ਇਹਦਾ ਸਾਰੇ ਨਾਮ ਹੁੰਦੇ ਨੇ। ਹੁਣ ਇੱਥੇ ਫੇਸਬੁੱਕ ਵੀ ਚੱਲ ਰਿਹਾ, ਇੰਸਟਾਗ੍ਰਾਮ ਵੀ ਚੱਲੂਗਾ, ਇੱਥੇ WhatsApp ਵੀ ਚੱਲਦਾ ਆਪਣੇ ਕੋਲੇ, Gmail ਵੀ ਚੱਲਦਾ ਹੈ ਨਾ। ਹੁਣ ਇੱਕ ਮੈਸੇਜ ਆ ਗਿਆ, ਉਹ ਇੱਥੇ ਖੜਾ, ਮੰਨ ਲਓ 143 ਕਰਤਾ ਕਿਸੇ ਨੇ ਕਿਸੇ ਨੂੰ, ਹੈ ਨਾ। ਹੁਣ ਉਹ ਕਿੱਧਰ ਕਰੇ ਜਾ ਕੇ, ਇੰਸਟਾਗ੍ਰਾਮ ਤੇ ਜਾਵੇ, ਫੇਸਬੁੱਕ ਤੇ ਜਾਵੇ ਤੇ Gmail ਤੇ ਜਾਵੇ ਕਿ ਕਿੱਥੇ ਜਾਵੇ ਉਹ। ਤਾਂ ਉਹਦੇ ਲਈ ਫਿਰ ਇਹਦਾ ਨੰਬਰ ਹੋਣਾ ਚਾਹੀਦਾ। ਜਿਵੇਂ ਇਹਦਾ 25 ਲੈ ਲਈਏ ਆਪਾਂ, Gmail ਦਾ 25 ਹੁੰਦਾ ਹੈ ਨਾ, SMTP ਪੌਪ ਉਹਦੇ ਵਿੱਚੋਂ ਅਲੱਗ-ਅਲੱਗ ਹੈ ਨਾ। ਤਾਂ ਉਹ ਪੋਰਟ ਨੰਬਰ ਨੇ। ਪੋਰਟ ਨੰਬਰ ਕੀ ਕਰਦੇ ਨੇ, ਯੂਨੀਕਲੀ ਆਇਡੈਂਟੀਫਾਈ ਕਰਦੇ ਨੇ ਡਿਫਰੈਂਟ ਟਾਈਪਸ ਆਫ ਦੀ ਪ੍ਰੋਸੈਸ ਜਾਂ ਡਿਫਰੈਂਟ ਟਾਈਪਸ ਆਫ ਦੀ ਸਰਵਿਸਿਸ ਰਨਿੰਗ ਇਨਸਾਈਡ ਏ ਕੰਪਿਊਟਰ। ਤਾਂ ਫਿਰ ਇਹ ਕਿਹੜਾ ਐਡਰੈਸ ਹੁੰਦਾ, ਪੋਰਟ ਐਡਰੈਸ ਹੁੰਦਾ। ਆਨਸਰ ਤਾਂ ਇਹਦਾ B ਹੈ, ਪਰ ਮੈਂ ਫਿਰ ਵੀ ਦੱਸ ਦਿੰਦਾ ਕੰਪਿਊਟਰ ਦੇ ਵਿੱਚ 4 ਤਰ੍ਹਾਂ ਦੇ ਐਡਰੈਸ ਹੁੰਦੇ ਨੇ। ਪਹਿਲਾਂ ਵੀ ਮੈਂ ਬਹੁਤ ਵਾਰੀ ਕਰਾਈ ਇਹ ਗੱਲ। ਫਿਜ਼ੀਕਲ ਐਡਰੈਸ, ਲੌਜੀਕਲ ਐਡਰੈਸ, ਪੋਰਟ ਐਡਰੈਸ ਤੇ ਵੈਬ ਸਪੈਸੀਫਿਕ ਐਡਰੈਸ। ਫਿਜ਼ੀਕਲ ਐਡਰੈਸ ਦੇ ਹੋਰ ਵੀ ਨਾਮ ਨੇ, ਜਿਵੇਂ ਇਟ ਇਜ਼ ਆਲਸੋ ਨੋਨ ਐਜ਼ ਹਾਰਡਵੇਅਰ ਐਡਰੈਸ, ਮੈਕ ਐਡਰੈਸ। ਮੈਕ ਹੁੰਦਾ ਮੀਡੀਆ ਐਕਸੈਸ ਕੰਟਰੋਲ, ਯਾਦ ਰੱਖਣਾ, ਮੀਡੀਆ ਐਕਸੈਸ ਕੰਟਰੋਲ। ਠੀਕ ਹੈ, ਇੱਕ ਮੈਕ OS ਵੀ ਹੁੰਦਾ, ਮੈਕ OS, ਇਹ ਹੁੰਦਾ ਮੈਕਿੰਟੋਸ਼, ਇਹ ਐਪਲ ਦਾ ਹੈ ਨਾ। ਸੋ ਮੈਕ ਐਡਰੈਸ, ਇਸੇ ਨੂੰ ਹੀ ਆਪਾਂ NIC ਕਾਰਡ, ਨੈਟਵਰਕ ਇੰਟਰਫੇਸ ਕਾਰਡ ਐਡਰੈਸ ਵੀ ਬੋਲਦੇ ਹਾਂ। ਤੇ ਇਹ 48 ਬਿਟ ਦਾ ਹੁੰਦਾ। 48 ਨੂੰ ਡਿਵਾਈਡ ਕਰਾਂਗੇ ਆਪਾਂ 8 ਦੇ ਨਾਲ 6 ਬਾਈਟ ਦਾ। ਉਵੇਂ ਹੀ ਲੌਜੀਕਲ ਐਡਰੈਸ ਆਲਸੋ ਨੋਨ ਐਜ਼ IP ਐਡਰੈਸ, ਆਪਾਂ ਪੜ੍ਹ ਹੀ ਆਏ ਹਾਂ ਪਹਿਲਾਂ। ਇਹ 2 ਤਰ੍ਹਾਂ ਦੇ ਹੁੰਦੇ ਨੇ, IPv4 ਤੇ 6। 4 ਹੈ ਜਿਹੜਾ 32 ਬਿਟ ਦਾ, ਚੰਗੀ ਤਰ੍ਹਾਂ ਪੜ੍ਹਿਆ ਆਪਾਂ, 4 ਬਾਈਟ ਦਾ, ਜਾਂ 128 ਬਿਟ ਦਾ, 106 ਜਾਂ 116 ਬਾਈਟ ਦਾ। ਪੋਰਟ ਐਡਰੈਸ 16 ਬਿਟ ਦਾ ਜਾਂ 2 ਬਾਈਟ ਦਾ। ਠੀਕ ਹੈ, ਤੇ ਵੈਬ ਸਪੈਸੀਫਿਕ ਐਡਰੈਸ ਦੀਆਂ ਕੋਈ ਬਿਟ ਨਹੀਂ ਹੁੰਦੀਆਂ। ਇਹ ਹੁੰਦਾ ਜਿਵੇਂ www.google.com। ਠੀਕ ਹੈ, ਹੁਣ ਅਗਲਾ ਇੱਕ ਲੈਵਲ ਦਾ ਹੋਰ ਤੁਹਾਨੂੰ ਦੱਸਦਾ ਵੀ ਜਿਵੇਂ ਆਪਾਂ ਲੇਅਰ ਕਰਕੇ ਗਏ ਹਾਂ, ਤਾਂ ਹੁਣ ਇਹ ਵੀ ਪੁੱਛਿਆ ਜਾ ਸਕਦਾ ਕਿਹੜਾ ਐਡਰੈਸ ਕਿਹੜੀ ਲੇਅਰ ਤੇ ਹੁੰਦਾ। ਤਾਂ ਆਪਾਂ ਦੇਖੀਏ ਜਿਹੜਾ ਵੈਬ ਸਪੈਸੀਫਿਕ ਐਡਰੈਸ ਹੈ ਇਸ ਨੂੰ ਡੋਮੇਨ ਐਡਰੈਸ ਵੀ ਬੋਲਦੇ ਹਾਂ। ਤਾਂ ਇਹ ਐਪਲੀਕੇਸ਼ਨ ਲੇਅਰ ਤੇ ਹੁੰਦਾ। ਤਾਂ ਇੱਥੇ ਆਪਾਂ ਕਹਿ ਲਓ ਇਹ ਤਿੰਨੋਂ ਲੇਅਰ ਤੇ ਲਾਈ ਕਰਦਾ, TCP/IP ਦੇ ਐਪਲੀਕੇਸ਼ਨ ਲੇਅਰ ਤੇ ਹੁੰਦਾ। ਤੇ ਟਰਾਂਸਪੋਰਟ ਲੇਅਰ ਤੇ ਹੁੰਦਾ ਪੋਰਟ ਐਡਰੈਸ, ਹੈ ਨਾ। ਤੇ ਨੈਟਵਰਕ ਲੇਅਰ ਤੇ IP ਐਡਰੈਸ ਜਾਂ ਲੌਜੀਕਲ ਐਡਰੈਸ। ਤੇ ਲਾਸਟ ਵਾਲੀਆਂ 2 ਲੇਅਰ ਨੇ ਜਿਹੜੀਆਂ, ਪਹਿਲੀ ਤੇ ਦੂਜੀ, ਉਹਦੇ ਤੇ ਫਿਜ਼ੀਕਲ ਜਾਂ ਮੈਕ ਐਡਰੈਸ।
ਤਾਂ ਇਹ ਵੀ ਬਹੁਤ ਇੰਪੋਰਟੈਂਟ ਹੈ, ਸਕਰੀਨਸ਼ਾਟ ਲੈ ਲਓ, ਵੀ ਕੰਮ ਵਾਲੀ ਚੀਜ਼ ਹੈ। ਵੈਬ ਸਪੈਸੀਫਿਕ ਹੁੰਦਾ ਜਿਹੜਾ ਯੂਜ਼ਰ ਨੂੰ ਦਿਖਦਾ ਹੈਗਾ, ਯੂਜ਼ਰ ਨੂੰ ਐਪਲੀਕੇਸ਼ਨ ਨੇੜੇ ਹੈ। ਕਈ ਵਾਰ ਪੁੱਛਿਆ ਜਾ ਸਕਦਾ ਯੂਜ਼ਰ ਦੇ ਨੇੜੇ ਵਾਲੀ ਲੇਅਰ ਕਿਹੜੀ ਹੈ? ਐਪਲੀਕੇਸ਼ਨ ਯੂਜ਼ਰ ਦੇ ਨੇੜੇ, ਇਹ ਹੈਗੀ ਹੈ ਨੈਟਵਰਕ ਦੇ ਨੇੜੇ, ਜਾਂ ਕਹਿ ਲਓ ਵੀ ਫਿਜ਼ੀਕਲ, ਜਿੱਥੇ ਆਪਾਂ ਤਾਰਾਂ ਤੂਰਾਂ ਦੇ ਭੇਜਦੇ ਹਾਂ ਵਾਇਰਸ ਦੇ ਨੇੜੇ ਹੈ। ਤਾਰਾਂ ਦੇ ਵਿੱਚ ਦੀ ਇੱਥੋਂ ਦੀ ਡੇਟਾ ਬਣਦਾ ਹੌਲੀ ਕਰੰਟ ਦੇ ਵਿੱਚ ਬਦਲ ਜਾਂਦਾ ਹੈ। ਹੁਣ 0-1 ਤਾਂ ਨਹੀਂ ਤਾਰਾਂ ਵਿੱਚ ਦੀ ਭੱਜੇ ਫਿਰਨਗੇ, ਫਿਰ ਤਾਂ ਫਸ ਜਾਣਗੇ। ਤਾਂ ਤਾਰਾਂ ਦੇ ਵਿੱਚ ਦੀ ਤਾਂ ਕਰੰਟ ਹੀ ਜਾਂਦਾ ਨਾ, ਕਰੰਟ ਗਿਆ 0 ਵੋਲਟ 5 ਵੋਲਟ 0 ਵੋਲਟ ਮਾਈਨਸ 5 ਵੋਲਟ ਹੈ ਨਾ। ਉਹ ਵੋਲਟੇਜ ਨੂੰ ਹੀ ਦੇਖੋ ਕਿਵੇਂ ਚੀਜ਼ਾਂ ਹੋ ਰਹੀਆਂ ਨੇ, ਕੰਪਿਊਟਰ ਦੇ ਵਿੱਚ ਰਿਪਰੈਜ਼ੈਂਟ ਹੋ ਜਾਂਦਾ। ਇਹ ਵੱਖੋ ਵੱਖਰੀ ਲੇਅਰ ਤੇ ਫੰਕਸ਼ਨਿੰਗ ਹੈਗੀ ਐਡਰੈਸਿਸ ਦੀ, ਠੀਕ ਹੈ ਜੀ। ਸੋ ਹੁਣ ਆਪਾਂ ਨੂੰ ਪੁੱਛ ਰਿਹਾ ਸੀ, ਇਹ ਮੈਂ ਦੱਸ ਹੀ ਚੁੱਕਿਆ ਵੀ ਸੀ ਆਨਸਰ ਹੈ। ਅਗਲਾ ਕੁਐਸਚਨ, ਦੀ ਬੇਸਿਕ ਵੈਬ ਸਰਵਿਸਿਜ਼ ਪਲੇਟਫਾਰਮ ਇਜ਼ ਏ ਕੰਬੀਨੇਸ਼ਨ ਆਫ। ਕਹਿੰਦਾ ਵੈਬ ਸਰਵਿਸਿਜ਼ ਦਾ ਪਲੇਟਫਾਰਮ ਦੇ ਲਈ ਬੇਸਿਕ ਵੈਬ ਸਰਵਿਸ ਪਲੇਟਫਾਰਮ, ਵੈਬ ਸਰਵਿਸ ਦੇ ਲਈ ਕਿਹੜੀਆਂ ਚਾਹੀਦੀਆਂ ਨੇ? ਵੈਬ ਸਰਵਿਸ ਦੇ ਲਈ ਇੱਕ ਤਾਂ ਆਪਾਂ ਨੂੰ ਕੀ ਕਰਨਾ ਪਊਗਾ, ਵੈਬ ਨੂੰ ਡਿਵੈਲਪ ਕਰਨ ਦੇ ਲਈ। ਇਹ ਮੈਨੂੰ ਲੱਗਦਾ ਸ਼ਾਇਦ ਆਪਾਂ ਪਤਾ ਨਹੀਂ ਕਰ ਲਿਆ ਕਿ ਨਹੀਂ ਚੈਪਟਰ, ਜਿਹਦੇ ਵਿੱਚ ਆਪਾਂ ਗੱਲ ਕੀਤੀ ਸੀ ਲੈਂਗੁਏਜ ਦੀ। ਤਾਂ ਵੈਬਸਾਈਟ ਨੂੰ ਡਿਜ਼ਾਈਨ ਕਰਨ ਦੇ ਲਈ ਕਿਹੜੀ ਲੈਂਗੁਏਜ ਵਰਤੀ ਜਾਂਦੀ ਹੈ? HTML, XML ਵੀ ਵਰਤੀ ਜਾਂਦੀ ਹੈ, HTML ਵੀ ਵਰਤੀ ਜਾਂਦੀ ਹੈ। ਤਾਂ ਇੱਕ ਤਾਂ ਆਨਸਰ ਇਹਨਾਂ 'ਚੋਂ ਹੋ ਗਿਆ। ਇਹਨਾਂ ਦੇ ਵੈਬ ਡਿਵੈਲਪਮੈਂਟ ਦੇ ਲਈ ਆਪਾਂ ਲਿਖ ਲੈਂਦੇ ਹਾਂ, ਵੈਬ ਡਿਵੈਲਪਮੈਂਟ ਦੇ ਲਈ HTML XML ਵਰਤੀ ਜਾਂਦੀ ਹੈ। ਤੇ CSS ਹੁੰਦਾ ਕਾਸਕੇਡਿੰਗ ਸਟਾਈਲ ਸ਼ੀਟ, ਇਹ ਸੁਰਖੀ ਬਿੰਦੀ ਲਾਉਣ ਲਈ, ਉਹਤੇ ਅਟਰੈਕਟਿਵ ਲੁੱਕ ਲਿਆਉਣ ਦੇ ਲਈ, ਬੈਕਗਰਾਊਂਡ ਵਗੈਰਾ ਚੇਂਜ ਕਰਨ ਦੇ ਲਈ। ਤੇ ਜਾਵਾ ਜਿਹੜੀ ਲੈਂਗੁਏਜ ਹੈ ਇਹ ਵੈਬਸਾਈਟਾਂ ਡਿਵੈਲਪ ਕਰਨ ਦੇ ਲਈ ਨਹੀਂ ਵਰਤੀ ਜਾਂਦੀ, ਜਾਵਾ ਸਕ੍ਰਿਪਟ ਦਾ ਵਰਤੀ ਜਾਂਦੀ ਹੈ, ਠੀਕ ਹੈ। ਤਾਂ ਫਿਰ ਆਹ ਵੀ ਆਨਸਰ ਹੋ ਸਕਦਾ ਹੈ, ਇਹ ਵੈਬ ਡਿਵੈਲਪਮੈਂਟ ਲਈ ਹੈ। ਤੇ ਵੈਬ ਨੂੰ ਟਰਾਂਸਫਰ ਕਰਨ ਦੇ ਲਈ HTTP ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕਾਲ। ਤਾਂ ਇਹਦੇ ਨਾਲ ਤਾਂ ਸਿਰਫ ਆਪਾਂ ਡਿਵੈਲਪ ਹੀ ਕਰਾਂਗੇ, ਆਹ ਵੀ ਡਿਵੈਲਪਮੈਂਟ ਦੇ ਲਈ, ਆਹ ਵੀ ਡਿਵੈਲਪਮੈਂਟ ਦੇ ਲਈ, ਭੇਜ ਸਕਦੇ ਨਹੀਂ ਆਪਾਂ ਇੱਕ ਥਾਂ ਤੇ। ਹੁਣ ਇਹਦੇ ਨਾਲ ਭੇਜ ਸਕਦੇ ਹਾਂ, ਬਟ CSS ਸੁਰਖੀ ਬਿੰਦੀ ਲਈ ਹੈ। ਸੁਰਖੀ ਬਿੰਦੀ ਤਾਂ ਫੇਰ ਹੀ ਲਾਵਾਂਗੇ ਜੇ ਮੂੰਹ ਬਣਿਆ ਹੋਊਗਾ, ਮੂੰਹ ਤੋਂ ਬਣਾ ਕੇ ਸੁਰਖੀ ਬਿੰਦੀ ਲਾ ਲਾਂਗੇ। ਤਾਂ ਪਹਿਲਾਂ ਵੈਬਸਾਈਟ ਬਣੂਗੀ ਕਾਹਦੇ ਨਾਲ? XML ਦੇ ਨਾਲ ਬਣੂਗੀ। ਤਾਂ ਬੇਸ਼ੱਕ ਆਪਾਂ ਹੁਣ ਇੱਥੇ ਆਪਸ਼ਨ ਦੇ ਵਿੱਚ HTML ਹੈ ਨਹੀਂ, ਪਰ HTML ਦਾ ਕੰਮ XML ਵੀ ਕਰ ਦੂ। ਤਾਂ ਫਿਰ ਆਨਸਰ ਕੀ ਇਹਦਾ? C ਆਨਸਰ ਹੈ, ਠੀਕ ਹੈ। ਘੈਂਟਾ ਨਾ ਕੰਮ। ਅਗਲਾ, ਦੀ ਹਾਰਟ ਆਫ ਦੀ ਪ੍ਰੋਸੈਸਰ ਵਿੱਚ ਪਰਫਾਰਮ ਮੈਨੀ ਡਿਫਰੈਂਟ ਆਪਰੇਸ਼ਨ। ਪ੍ਰੋਸੈਸਰ ਦਾ ਹਾਰਟ ਕੀ ਹੁੰਦਾ? ਪ੍ਰੋਸੈਸਰ ਦੇ ਆਪਾਂ ਨੂੰ ਪਤਾ 3 ਕੰਪੋਨੈਂਟ ਹੁੰਦੇ ਨੇ, CPU ਵੀ ਬੋਲਦੇ ਇਹਨੂੰ ਆਪਾਂ। ਤੇ 3 ਕੰਪੋਨੈਂਟ ਹੁੰਦੇ ਨੇ, ਇੱਕ ਤਾਂ ਹੁੰਦਾ ਅਰਥਮੈਟਿਕ ਲੌਜਿਕ ਯੂਨਿਟ, ਇੱਕ ਇਹਦਾ ਹੁੰਦਾ ਕੰਟਰੋਲ ਯੂਨਿਟ, ਤੇ ਇੱਕ ਇਹਦਾ ਹੁੰਦਾ ਮੈਮਰੀ ਯੂਨਿਟ, ਠੀਕ ਹੈ। ਤੇ ਇਹਦਾ ਹਾਰਟ ਮੇਨ ਆਪਾਂ ਕਿਹਨੂੰ ਮੰਨਿਆ ਜਾਂਦਾ? ਅਰਥਮੈਟਿਕ ਲੌਜਿਕ ਯੂਨਿਟ ਨੂੰ, ਇਹਨੂੰ ਹਾਰਟ ਮੰਨਿਆ ਜਾਂਦਾ ਹੈ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਅਗਲਾ ਕਹਿੰਦਾ ਵਿਚ ਵਨ ਆਫ ਦੀ ਫੋਲੋਇੰਗ ਗਰੁੱਪਸ ਕੰਟੇਨ ਗ੍ਰਾਫਿਕਲ ਫਾਈਲ ਐਕਸਟੈਂਸ਼ਨ। ਗ੍ਰਾਫਿਕਲ ਫਾਈਲ ਦੀਆਂ ਐਕਸਟੈਂਸ਼ਨਾਂ ਕੀ ਹੁੰਦੀਆਂ ਨੇ? ਜਿਵੇਂ ਵਰਡ ਦੀ ਐਕਸਟੈਂਸ਼ਨ ਆਪਾਂ ਪੜ੍ਹਦੇ ਹਾਂ .docx ਹੁੰਦੀ ਹੈ, ਪਾਵਰ ਪੁਆਇੰਟ ਦੀ ਹੁੰਦੀ ਹੈ .pptx, PDF ਦੀ ਹੁੰਦੀ ਹੈ .pdf ਪੋਰਟੇਬਲ ਡਾਕੂਮੈਂਟ ਫਾਰਮੈਟ, ਨੋਟਪੈਡ ਦੀ ਐਕਸਟੈਂਸ਼ਨ ਹੁੰਦੀ ਹੈ ਭੁੱਲ ਗਿਆ ਸੀ ਮੈਂ .txt, ਠੀਕ ਹੈ। ਉਵੇਂ ਹੀ ਇਮੇਜ ਦੀਆਂ ਕਿਹੜੀਆਂ ਹੁੰਦੀਆਂ? .mp3, ਆਡੀਓ ਦੀ ਹੁੰਦੀ ਹੈ MP4। ਉਵੇਂ ਹੀ ਉਹ ਪੁੱਛਦਾ ਗ੍ਰਾਫਿਕਲ ਫਾਈਲ ਐਕਸਟੈਂਸ਼ਨਾਂ ਕਿਹੜੀਆਂ ਹੁੰਦੀਆਂ ਨੇ? ਜਿਵੇਂ ਗਿਫ ਆਪਾਂ ਨੂੰ ਪਤਾ ਹੈ ਨਾ, ਗਿਫ ਇਹਦੇ ਵਿੱਚ ਦਿੱਤੀ ਹੋਈ ਆਪ ਹੀ ਆ, ਗ੍ਰਾਫਿਕ ਇੰਟਰਚੇਂਜ ਫਾਈਲ ਫਾਰਮੈਟ। ਇਵੇਂ ਹੀ ਹੁੰਦੀਆਂ ਨੇ, ਮੈਂ ਦਿਖਾ ਦੇਣਾ ਤੁਹਾਨੂੰ ਸਾਰੀਆਂ ਫਾਈਲ ਐਕਸਟੈਂਸ਼ਨਾਂ ਬਾਰੇ ਲਿਖਿਆ ਕੀ ਹੁੰਦਾ ਹੈ। ਜਿਵੇਂ BMP ਹੈ, ਬਿਟਮੈਪ, ਇਹ ਇਮੇਜ ਦੇ ਨੇ ਸਾਰੇ ਫਾਈਲ ਫਾਰਮੈਟ। .jpg ਜਾਂ JPEG, .gif, PNG, TIFF, EXIF, HF, BMP, ਆ 2 ਵਾਰੀ ਰਿਪੀਟ ਹੋ ਗਿਆ ਨਾ। ਤੇ EPS, ਇਹ ਸਾਰੇ ਫਾਰਮੈਟ ਨੇ, ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ, ਪੜ੍ਹ ਲਿਓ। ਇਹਨਾਂ ਦੀਆਂ ਐਬਰੀਵੇਸ਼ਨਾਂ ਵੀ ਪੁੱਛ ਲੈਂਦਾ। PNG ਦੀ ਬਹੁਤ ਵਾਰੀ ਪੁੱਛਿਆ, ਪੋਰਟੇਬਲ ਨੈਟਵਰਕ ਗ੍ਰਾਫਿਕਸ, ਇਹਦੇ ਵਿੱਚੋਂ ਐਬਰੀਵੇਸ਼ਨਾਂ ਮਿਲ ਜਾਣਗੀਆਂ। ਜਿਵੇਂ BMP ਹੈ ਬੈਟਰ ਪੋਰਟੇਬਲ, ਮੈਨੂੰ ਲੱਗਦਾ ਸ਼ਾਇਦ ਹਾਂ ਇਹ ਅਲੱਗ ਹੈ ਯਾਰ। ਇੱਕ ਬਿਟਮੈਪ ਇਮੇਜ ਹੁੰਦਾ, ਇੱਕ ਬੈਟਰ ਪੋਰਟੇਬਲ ਗ੍ਰਾਫਿਕਸ ਹੁੰਦਾ, ਠੀਕ ਆ। ਸੋ ਇਹਦਾ ਫਿਰ ਆਪਾਂ ਨੂੰ ਪੁੱਛਿਆ D ਆਨਸਰ ਹੈ। JPG, ਗਿਫ ਤੇ BMP, ਇਹਨਾਂ 'ਚ ਹੋਣਗੇ ਸਾਰੇ, ਯਾਦ ਦੇਖ ਲਿਓ ਤੁਸੀਂ, ਕਲੀਅਰ। ਅਗਲਾ ਕੁਐਸਚਨ ਹੈ, ਕਹਿੰਦਾ ਦਾ ਸਪੀਡ ਆਫ ਮਾਡਰਨ ਪ੍ਰਿੰਟਰ ਇਜ਼ ਜਨਰਲੀ ਮੈਜ਼ਰਡ ਇਨ। ਮਾਡਰਨ ਪ੍ਰਿੰਟਰ ਦੀ ਸਪੀਡ ਕਹਿੰਦਾ ਕਾਹਦੇ 'ਚ ਮੈਜ਼ਰ ਕਰਦੇ ਆ? ਦੇਖੋ ਇਹ ਕੁਐਸਚਨ ਉਹਨੇ ਥੋੜਾ ਜਿਹਾ ਟੇਢਾ ਪੁੱਛ ਲਿਆ। ਵੈਸੇ ਮੈਂ ਤੁਹਾਨੂੰ ਸਪੀਡ ਦੱਸ ਦੇਣਾ ਪਹਿਲਾਂ। CPU ਦੀ ਸਪੀਡ ਹਰਟਸ ਦੇ ਵਿੱਚ ਹੁੰਦੀ ਹੈ। ਇਟ ਕੈਨ ਬੀ ਕਿਲੋ ਹਰਟਸ, ਹਰਟਸ ਛੋਟਾ ਜਿਹਾ ਯੂਨਿਟ ਹੈ, ਕਿਲੋ ਹਰਟਸ ਹੋ ਸਕਦਾ, ਮੈਗਾ ਹਰਟਸ ਹੋ ਸਕਦਾ, ਗੀਗਾ ਹਰਟਸ ਹੋ ਸਕਦਾ, ਤੇ ਟੈਰਾ ਹਰਟਸ ਹੋ ਸਕਦਾ। ਇਸ ਤੋਂ ਬਾਅਦ ਪੈਜੀ ਆ ਜਾਂਦਾ ਆਪਾਂ ਨੂੰ, ਉਹ ਵੀ ਮੈਂ ਤੁਹਾਨੂੰ ਕਰਾਇਆ ਹੋਇਆ ਪੈਜੀ, ਪੈਟਾ, ਐਗਜ਼ਾ, ਜੈਟਾ ਤੇ ਯੋਟਾ। ਲਾਰਜੈਸਟ ਯੂਨਿਟ ਮੈਮਰੀ ਦਾ ਯੋਟਾ ਹੈ, ਇਸ ਤੋਂ ਵੱਡਾ ਵੀ ਹੋ ਸਕਦਾ ਅਵੇਲੇਬਲ ਹੋਵੇ, ਪਰ ਹਜੇ ਇਹੀ ਹੈ ਆਪਣੇ ਕੋਲੇ। ਕੰਪਿਊਟਰ ਦੀ ਸਪੀਡ ਫਲੋਪਸ ਦੇ ਵਿੱਚ, ਫਲੋਪਸ ਦੀ ਐਬਰੀਵੇਸ਼ਨ ਬਹੁਤ ਵਾਰੀ ਪੁੱਛੀ ਹੈ, ਫਲੋਟਿੰਗ ਪੁਆਇੰਟ ਆਪਰੇਸ਼ਨ ਪਰ ਸੈਕਿੰਡ। ਇਹਦੇ ਨਾਲ ਲੱਗਦਾ ਇੱਕ ਹੋਰ ਪੁੱਛਦਾ ਹੁੰਦਾ MIPS ਦੀ ਐਬਰੀਵੇਸ਼ਨ, MIPS, MIPS ਹੁੰਦਾ
ਮਿਲੀਅਨਸ ਆਫ ਇੰਸਟਰਕਸ਼ਨ ਪਰ ਸੈਕਿੰਡ। ਜਿਹੜੇ ਸੁਪਰ ਕੰਪਿਊਟਰ ਨੇ ਉਹ ਬਹੁਤ ਸਾਰੀਆਂ ਮਿਲੀਅਨਸ ਆਪਾਂ ਹੁਣੀ ਕਰਕੇ ਗਏ 10 ਦੀ ਪਾਵਰ 6 ਕਿੰਨਾ ਹੁੰਦਾ ਮਿਲੀਅਨ, ਤੇ 10 ਦੀ ਪਾਵਰ 9 ਕਿਹਦੇ ਬਰਾਬਰ ਹੁੰਦਾ ਬਿਲੀਅਨ ਦੇ। ਤਾਂ ਮਿਲੀਅਨਸ ਆਫ ਇੰਸਟਰਕਸ਼ਨ ਪਰ ਸੈਕਿੰਡ ਦੇ ਵਿੱਚ ਐਗਜ਼ੀਕਿਊਟ ਕਰਦਾ ਸੁਪਰ ਕੰਪਿਊਟਰ। ਤਾਂ ਆਹ ਉਹਦੀ ਸਪੀਡ ਹੁੰਦੀ ਹੈ ਫਲੋਟਿੰਗ ਪੁਆਇੰਟ ਆਪਰੇਸ਼ਨ ਪਰ ਸੈਕਿੰਡ, ਠੀਕ ਹੈ। ਇੰਟਰਨੈਟ ਦੀ ਸਪੀਡ ਬਿਟਸ ਪਰ ਸੈਕਿੰਡ, ਤਾਂ ਇਹ ਇਟ ਕੈਨ ਬੀ ਕਿਲੋ ਬਿਟਸ ਪਰ ਸੈਕਿੰਡ, ਇਟ ਕੈਨ ਬੀ ਮੈਗਾ ਬਿਟਸ ਪਰ ਸੈਕਿੰਡ, ਇਟ ਕੈਨ ਬੀ ਗਿਗਾ ਬਿਟਸ ਪਰ ਸੈਕਿੰਡ, ਇਟ ਕੈਨ ਬੀ ਟੈਰਾ ਬਿਟਸ ਪਰ ਸੈਕਿੰਡ। ਉਸ ਤੋਂ ਬਾਅਦ ਉਹੀ ਪੈ ਜੀ ਪੈਟਾ ਐਗਜ਼ਾ ਜੈਟਾ ਜੋਟਾ ਹੈ ਨਾ, ਜ਼ਿਆਦਾਤਰ ਆਹੀ ਪਾਇਆ ਹੁੰਦਾ ਆਪਸ਼ਨ ਦੇ ਵਿੱਚ ਗਿਗਾ ਬਿਟਸ ਪਰ ਸੈਕਿੰਡ ਦਾ। ਧਿਆਨ ਰੱਖਣਾ ਹੈ ਜੇ ਇੰਟਰਨੈਟ ਦੀ ਸਪੀਡ ਪੁੱਛ ਲਿਆ ਤਾਂ ਫਿਰ ਤਾਂ ਗਿਗਾ ਬਿਟਸ ਪਰ ਸੈਕਿੰਡ ਹੋਊ, ਤੇ ਜੇ CPU ਦੀ ਸਪੀਡ ਪੁੱਛ ਲਿਆ ਫਿਰ ਗਿਗਾ ਹਰਟਸ ਹੋਊਗੀ। ਇੱਥੇ ਮੋਸਟਲੀ ਸਟੂਡੈਂਟ ਕਨਫਿਊਜ਼ ਹੁੰਦੇ ਹੀ ਹੁੰਦੇ ਆ, ਪਰ ਤੁਸੀਂ ਨਹੀਂ ਹੋਣਾ, ਠੀਕ ਹੈ, ਕਿਉਂਕਿ ਤੁਸੀਂ ਧਿਆਨ ਨਾਲ ਕਰਨੀਆਂ ਚੀਜ਼ਾਂ। ਤਾਂ ਹੁਣ ਅੱਗੇ ਆ ਗਿਆ ਸਪੀਡ ਆਫ ਪ੍ਰਿੰਟਰ। ਪ੍ਰਿੰਟਰ ਦੀ ਸਪੀਡ, ਤਿੰਨ ਤਰ੍ਹਾਂ ਦੇ ਪ੍ਰਿੰਟਰ ਹੁੰਦੇ ਨੇ। ਮੈਂ ਪ੍ਰਿੰਟਰ ਵਾਲੇ ਚੈਪਟਰ ਦੇ ਵਿੱਚ ਸ਼ਾਇਦ ਪਤਾ ਨਹੀਂ ਮੈਰਾਥਨ 'ਚ ਕਰਾਇਆ ਹੋਇਆ, ਤੀਜੀ ਮੈਰਾਥਨ ਜਿਹੜੀ ਕਲੈਰੀਕਲ ਦੀ ਉਹਦੇ 'ਚ ਦੇਖਿਓ ਜਾ ਕੇ। ਸੀ ਮੈਂ ਹਮੇਸ਼ਾ ਹੀ ਭੁੱਲ ਜਾਣਾ। ਕਰੈਕਟਰ ਪ੍ਰਿੰਟਰ, ਲਾਈਨ ਪ੍ਰਿੰਟਰ ਤੇ ਪੇਜ ਪ੍ਰਿੰਟਰ। ਕਰੈਕਟਰ ਪ੍ਰਿੰਟਰ ਦੀ ਸਪੀਡ ਕਰੈਕਟਰ ਪਰ ਮਿੰਟ, ਲਾਈਨ ਪ੍ਰਿੰਟਰ ਦੀ ਸਪੀਡ ਲਾਈਨ ਪਰ ਮਿੰਟ, ਪੇਜ ਪ੍ਰਿੰਟਰ ਦੀ ਸਪੀਡ ਪੇਜ ਪਰ ਮਿੰਟ। ਕਈ ਵਾਰੀ ਜਿਵੇਂ ਇਸ ਪੇਪਰ ਦੇ ਵਿੱਚ ਉਹਨੇ PPM ਨਹੀਂ ਦਿੱਤਾ, ਉਹਨੇ PPS ਦੇਤਾ, ਪੇਜ ਪਰ ਸੈਕਿੰਡ, ਤਾਂ ਸਾਨੂੰ ਫਿਰ ਲਾਉਣਾ ਹੀ ਪਊਗਾ। ਹਾਲਾਂਕਿ ਐ ਸੱਚ ਹੁੰਦਾ ਨਹੀਂ PPS, ਪਰ ਉਹਨੇ ਦੇਤਾ। ਤਾਂ ਕਈ ਵਾਰੀ ਟਾਈਮ ਖਰਾਬ ਕਰਨ ਨੂੰ ਹੁੰਦੀਆਂ ਨੇ ਚੀਜ਼ਾਂ, ਬੰਦਾ ਇਹਦੇ ਬੈਠਾ ਸੋਚੀ ਜਾਂਦਾ ਵੀ ਯਾਰ ਗਲਤ ਹੋਊ ਕੁਐਸਚਨ, ਆਏ ਹੋਊ, ਸਮਾਂ ਖਰਾਬ ਕਰਨ ਨੂੰ ਵੀ ਕਈ ਵਾਰੀ ਚੀਜ਼ਾਂ ਪਾ ਦਿੱਤੀਆਂ ਜਾਂਦੀਆਂ। ਸੀ ਆਨਸਰ ਹੈ, ਠੀਕ ਹੈ। ਅਗਲਾ ਕੁਐਸਚਨ ਕਹਿੰਦਾ ਡੀਕ੍ਰਿਪਸ਼ਨ ਐਂਡ ਇਨਕ੍ਰਿਪਸ਼ਨ ਆਫ ਦੀ ਡੇਟਾ ਆਰ ਰਿਸਪੌਂਸਿਬਿਲਿਟੀ ਆਫ ਵਿਚ ਆਫ ਦੀ ਫੋਲੋਇੰਗ ਈਅਰਸ। ਦੇਖੋ ਬਹੁਤ ਵਧੀਆ ਕੁਐਸਚਨ ਹੈ, ਇਹ ਪਹਿਲਾਂ ਵੀ ਪੁੱਛਿਆ ਜਾ ਚੁੱਕਿਆ, ਪੰਜਾਬ ਪੁਲਿਸ ਦੇ ਵਿੱਚ ਵੀ ਇਹ ਪੁੱਛਿਆ ਸੀਗਾ। ਕਹਿੰਦਾ ਡੀਕ੍ਰਿਪਸ਼ਨ ਤੇ ਇਨਕ੍ਰਿਪਸ਼ਨ ਹੁੰਦੀਆਂ ਜਿਹੜੀਆਂ, ਇਹ ਕਿਹੜੀ ਲੇਅਰ ਦੀ ਰਿਸਪੌਂਸਿਬਿਲਿਟੀ ਹੈ। ਹੁਣੀ ਆਪਾਂ ਪੜ੍ਹੀਆਂ ਨੇ ਨਾ, ਲੇਅਰ ਹੁੰਦੀਆਂ ਨੇ ਆਹ OSI ਦੀਆਂ 7 ਨੇ ਤੇ TCP/IP ਦੀਆਂ 4 ਨੇ। ਇਹ ਗੱਲ ਵੀ ਯਾਦ ਰੱਖਿਓ, ਮੈਂ ਵਾਰੀ-ਵਾਰੀ ਦੱਸ ਰਿਹਾ। ਰੰਗ ਜਿਹਾ ਬਦਲ ਗਿਆ, ਲਾਲ ਜਿਹਾ ਰੰਗ ਕਰ ਲਈਏ ਨਾ, ਦਿਖਦਾ ਨਹੀਂ। OSI ਦੀਆਂ ਆਪਣੇ ਕੋਲੇ 7 ਲੇਅਰਸ ਨੇ ਤੇ TCP/IP ਦੀਆਂ 4 ਲੇਅਰ ਨੇ, ਯਾਦ ਰੱਖਣਾ। ਹੁਣ ਆਪਾਂ ਲੇਅਰ ਦੇ ਫੰਕਸ਼ਨ ਦੇਖ ਲੈਂਦੇ ਆ, ਯੂਜ਼ ਕੀ ਨੇ, ਫੰਕਸ਼ਨ ਕੀ ਨੇ। ਪਹਿਲੀ ਲੇਅਰ ਹੈ ਜਿਹੜੀ ਐਪਲੀਕੇਸ਼ਨ, ਵੈਸੇ 7ਵੀਂ ਹੈ ਪਰ ਪਹਿਲੀ ਬੋਲਾਂਗੇ ਆਪਾਂ, ਪ੍ਰੋਵਾਈਡ ਸਰਵਿਸ ਟੂ ਐਂਡ ਯੂਜ਼ਰ। ਤਾਂ ਐਂਡ ਯੂਜ਼ਰ ਦੇ ਸਭ ਤੋਂ ਨੇੜੇ ਐਂਡ ਯੂਜ਼ਰ ਨੂੰ ਇਹ ਸਰਵਿਸ ਪ੍ਰੋਵਾਈਡ ਕਰਦਾ। ਜਿਵੇਂ ਰਿਮੋਟ ਡੈਸਕਟਾਪ ਕਰਨਾ ਹੈ, ਈਮੇਲ ਭੇਜਣੀ ਹੈ, ਉਹ ਸਾਰਾ ਕੰਮ ਕਿੱਥੇ ਹੋਊਗਾ, ਐਪਲੀਕੇਸ਼ਨ ਲੇਅਰ ਤੇ। ਪ੍ਰੈਜੈਂਟੇਸ਼ਨ ਲੇਅਰ ਦਾ ਕੀ ਕੰਮ ਹੈ, ਡੇਟਾ ਦੀ ਟਰਾਂਸਲੇਸ਼ਨ ਕਰਨੀ, ਕੰਪਰੈਸ਼ਨ ਕਰਨੀ, ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ। ਤਾਂ ਇਹ ਬਹੁਤ ਇੰਪੋਰਟੈਂਟ ਹੈ, ਪੁਆਇੰਟ ਯਾਦ ਰੱਖਣਾ ਹੀ ਰੱਖਣਾ। ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ 6ਵੀਂ ਲੇਅਰ ਤੇ, ਯਾਨੀ ਕਿ ਪ੍ਰੈਜ਼ੈਂਟ ਕਰਨਾ, ਕਿਸ ਦੇ ਸਾਹਮਣੇ ਆਪਾਂ ਪੇਸ਼ਕਾਰੀ ਕਰਾਂਗੇ, ਉੱਥੇ ਆਪਾਂ ਟਰਾਂਸਲੇਟ ਕਰਾਂਗੇ, ਕੰਪਰੈਸ ਕਰਾਂਗੇ, ਸਾਈਜ਼ ਛੋਟਾ ਕਰਾਂਗੇ, ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਕਰਾਂਗੇ, ਠੀਕ ਹੈ। ਤੇ ਸੈਸ਼ਨ ਲੇਅਰ, ਇਹ ਸ਼ਾਇਦ ਤੁਹਾਨੂੰ ਯਾਦ ਹੋਵੇ, ਆਪਾਂ ਪੰਜਾਬ ਪੁਲਿਸ ਦਾ ਜਿਨ੍ਹਾਂ ਨੇ ਪੇਪਰ ਦਿੱਤਾ ਉੱਥੇ ਆਪਾਂ BOIP ਕਰਾਇਆ ਸੀ। ਇਹਦੀ ਐਬਰੀਵੇਸ਼ਨ ਪੁੱਛ ਸਕਦਾ ਹੈ, ਵੌਇਸ ਓਵਰ ਇੰਟਰਨੈਟ ਪ੍ਰੋਟੋਕਾਲ। BOIP ਦੇ ਵਿੱਚ ਆਪਾਂ ਦੱਸਿਆ ਸੀ ਨਾ ਸੈਸ਼ਨ ਇਨੀਸ਼ੀਏਸ਼ਨ ਪ੍ਰੋਟੋਕਾਲ, ਤੁਹਾਨੂੰ ਯਾਦ ਹੋਵੇ। ਸਿਪ ਤੇ ਕੁਐਸਚਨ ਵੀ ਪੁੱਛ ਲਿਆ ਸੀ, ਉਹਨੇ ਐਬਰੀਵੇਸ਼ਨ ਪੁੱਛੀ ਸੀ, ਸੈਸ਼ਨ ਇਨੀਸ਼ੀਏਸ਼ਨ ਪ੍ਰੋਟੋਕਾਲ। ਤਾਂ ਸੈਸ਼ਨ ਇਨੀਸ਼ੀਏਟ ਕਰਨਾ, ਜਿਵੇਂ ਤੁਸੀਂ ਕੋਈ ਬੰਦਾ ਮੈਨੂੰ ਫੋਨ ਕਾਲ ਕਰੇ, ਸਭ ਤੋਂ ਪਹਿਲਾਂ ਆਪਣਾ ਸੈਸ਼ਨ ਕ੍ਰੀਏਟ ਹੋਊਗਾ, ਜਿਹਨੂੰ ਲਿੰਕ ਸਟੈਬਲਿਸ਼ ਹੋ ਗਿਆ, ਫਿਰ ਆਪਾਂ ਗੱਲਬਾਤ ਕਰ ਸਕਦੇ ਹਾਂ। ਉਵੇਂ ਕੰਪਿਊਟਰ ਦੇ ਵਿੱਚ ਵੀ ਸੈਸ਼ਨ ਲੇਅਰ ਹੈ ਜਿਹੜੀ, ਇਹ ਸਟੈਬਲਿਸ਼, ਮੈਨੇਜ ਐਂਡ ਟਰਮੀਨੇਟ ਦੀ ਸੈਸ਼ਨ। ਗੱਲ ਕਲੀਅਰ ਹੋ ਗਈ। ਟਰਾਂਸਪੋਰਟ ਲੇਅਰ ਦਾ ਮਤਲਬ ਕੀ ਹੁੰਦਾ, ਟਰਾਂਸਪੋਰਟ ਲੇਅਰ ਰਿਲਾਈਬਲ ਮੈਸੇਜ ਡਿਲੀਵਰੀ ਫਰੋਮ ਪ੍ਰੋਸੈਸ ਟੂ ਪ੍ਰੋਸੈਸ। ਰਿਲਾਈਬਲ ਦਾ ਮਤਲਬ ਹੁੰਦਾ ਭਰੋਸੇਯੋਗਤਾ। ਤਾਂ ਟਰਾਂਸਪੋਰਟ ਲੇਅਰ ਹੈ ਜਿਹੜੀ, ਇਹ ਭਰੋਸੇਯੋਗਤਾ ਡਿਲੀਵਰੀ ਪ੍ਰੋਵਾਈਡ ਕਰਦੀ ਹੈ ਪ੍ਰੋਸੈਸ ਤੋਂ ਪ੍ਰੋਸੈਸ ਤੱਕ। ਤੇ ਨੈਟਵਰਕ ਲੇਅਰ ਹੈ ਜਿਹੜੀ ਮੂਵਿੰਗ ਪੈਕੇਟ ਫਰੋਮ ਸੋਰਸ ਟੂ ਡੈਸਟੀਨੇਸ਼ਨ। ਤਾਂ ਐਂ ਕਹਿ ਲਈਏ ਨਾ ਆਪਾਂ, ਮੈਂ ਇੱਥੇ ਕਰਕੇ ਦਿਖਾ ਦੇਣਾ, ਜਿਵੇਂ ਇਹ ਕੰਪਿਊਟਰ ਹੈ ਸੈਂਡਰ ਦਾ, ਮੰਨ ਲਓ ਮੇਰਾ ਨਾਮ ਹੀ, ਮੇਰੇ ਕੰਪਿਊਟਰ ਹੈ ਕੁਲਦੀਪ ਸਿੰਘ, ਤੇ ਦੂਜੇ ਪਾਸੇ ਕੋਈ ਬੰਦਾ ਯੂਜ਼ਰ ਬੌਬ ਲੈ ਲਈਏ ਆਪਾਂ, ਐਲਿਸ ਬੌਬ ਲੈਂਦੇ ਹਾਂ ਕੰਪਿਊਟਰ ਦੇ ਵਿੱਚ। ਤਾਂ ਜਿਹੜਾ ਆਹ ਮੇਰਾ ਹੋਸਟ ਹੈ, ਇਹਨੂੰ ਸੋਰਸ ਵੀ ਕਹਿ ਲਓ ਜਾਂ ਇਹਨੂੰ ਹੋਸਟ ਕਹਿ ਲਓ, ਆਹ ਡੈਸਟੀਨੇਸ਼ਨ ਹੈ। ਤੇ ਇੱਥੇ ਬਹੁਤ ਸਾਰੀਆਂ ਪ੍ਰੋਸੈਸ ਚੱਲ ਰਹੀਆਂ ਨੇ, P1 P2, ਇੱਧਰ ਵੀ P1 P2 ਤੇ P3, ਬਹੁਤ ਸਾਰੀਆਂ ਨੇ। ਸੋਰਸ ਤੋਂ ਲੈ ਕੇ ਡੈਸਟੀਨੇਸ਼ਨ ਤੱਕ ਜਿਹੜੀ ਡਿਲੀਵਰੀ ਕਰੂਗਾ ਬੰਦਾ, ਉੱਥੇ ਤਾਂ ਨੈਟਵਰਕ ਲੇਅਰ ਤੇ ਹੁੰਦਾ ਕੰਮ ਇਹ। ਜੇ ਪ੍ਰੋਸੈਸ, ਇੱਕ ਸੋਰਸ ਦੇ ਵਿੱਚ ਬਹੁਤ ਸਾਰੀਆਂ ਪ੍ਰੋਸੈਸ ਚੱਲ ਰਹੀਆਂ ਨੇ ਨਾ, ਪ੍ਰੋਸੈਸ ਤੋਂ ਪ੍ਰੋਸੈਸ ਤੱਕ ਕਿਹਦਾ ਕੰਮ ਹੈ, ਅਗਲੀ ਲੇਅਰ ਦਾ ਕੰਮ ਹੈ। P1 ਤੋਂ ਲੈ ਕੇ P1 ਤੱਕ ਜਿਹਦਾ ਕੰਮ ਹੈ, ਇੱਕ ਅੱਗੇ ਕਾਹਨੂੰ ਭੱਜਦਾ, ਉੱਡ ਗਿਆ ਨਾ ਸਾਰਾ ਹੁੰਦਾ। ਚੱਲ ਤੁਹਾਨੂੰ ਗੱਲ ਕਲੀਅਰ ਹੋ ਗਈ ਨਾ। ਪ੍ਰੋਸੈਸ ਤੋਂ ਪ੍ਰੋਸੈਸ ਤੱਕ ਕਿਹਦਾ ਕੰਮ ਹੈ, ਟਰਾਂਸਪੋਰਟ ਲੇਅਰ ਦਾ ਕੰਮ ਹੈ। ਟਰਾਂਸਪੋਰਟ ਲੇਅਰ ਨੇ, ਕਹਿ ਲਓ ਵੀ ਨੈਟਵਰਕ ਲੇਅਰ ਨੇ ਤਾਂ ਬਾਹਰ ਗੇਟ ਤੇ ਛੱਡਿਆ ਆਉਣਾ, ਅੱਗੇ ਜਿਹੜਾ ਪਹੁੰਚਾਉਣਾ ਕੰਮ ਕਿਹਨੇ ਜਾਣਾ। ਜਦੋਂ ਆ ਦੇਖ ਤਾਰਾਂ ਦੇ ਵਿੱਚ ਦੀ ਡਾਟਾ ਜਾਊਗਾ,
ਨੈਟਵਰਕ ਲੇਅਰ ਨੇ ਬਾਹਰ ਕੇ ਛੱਡ ਦੇਣਾ ਤੇ ਇਹ ਜਿਹੜਾ ਟਰਾਂਸਪੋਰਟ ਲੇਅਰ ਇਹ ਘਰੇ ਜਾਊ ਅੱਗੇ ਪ੍ਰੋਸੈਸ ਟੂ ਕਿਹੜੀ ਪ੍ਰੋਸੈਸ 'ਚ ਭੇਜਣਾ ਉਹ ਇਹਦਾ ਕੰਮ ਆ। ਸੋਰਸ ਟੂ ਡੈਸਟੀਨੇਸ਼ਨ ਯਾਦ ਰੱਖਿਓ, ਠੀਕ ਹੈ। ਡਾਟਾ ਲਿੰਕ ਲੇਅਰ ਦਾ ਕੀ ਕੰਮ ਹੈ, ਇਹ ਫਰੇਮ ਦੇ ਵਿੱਚ ਇੱਥੇ ਪੈਕਟ ਬਣ ਜਾਂਦੇ ਨੇ, ਇੱਥੇ ਫਰੇਮ, ਵੈਸੇ ਬਾਹਲਾ ਡੀਪ 'ਚ ਲੋਡ ਨਹੀਂ, ਤੇ ਇਹ ਫਿਜ਼ੀਕਲ ਮੀਡੀਅਮ ਪ੍ਰੋਵਾਈਡ ਕਰਦਾ ਜਿਹਦੇ ਵਿੱਚ ਦੀ ਤਾਰਾਂ ਜਿਵੇਂ UTP ਕੇਬਲ, ਫਾਈਬਰ ਆਪਟਿਕਸ ਤਾਰਾਂ ਵਿੱਚ ਦੀ ਆਪਾਂ ਡਾਟਾ ਭੇਜਦੇ ਹਾਂ ਉਹਦੇ ਨਾਲ ਸਾਰਾ ਡੀਲ ਕਰਦਾ। ਫਿਜ਼ੀਕਲ ਲੇਅਰ ਦੇ ਕੰਮ ਨੇ, ਦੇਖੋ ਸਾਰਿਆਂ ਨੇ ਫੰਕਸ਼ਨ ਡਿਵਾਈਡ ਕੀਤੇ ਹੋਏ ਨੇ, ਆਪੋ ਆਪਦੇ ਕੰਮ ਕਰਦੇ ਨੇ। ਗੱਲ ਕਲੀਅਰ ਹੋ ਗਈ। ਤਾਂ ਮੇਨ ਆਪਾਂ ਯਾਦ ਕੀ ਰੱਖਣਾ ਹੈ, ਯੂਜ਼ਰ ਦੇ ਨੇੜੇ ਆਹ ਵਾਲੀ ਹੁੰਦੀ ਹੈ, ਯਾਦ ਰੱਖ ਲਿਓ, ਆਹ ਯਾਦ ਰੱਖ ਲਿਓ ਤੇ ਆਹ ਯਾਦ ਰੱਖ ਲਿਓ, ਆਹ ਰਹਿੰਦੀਆਂ ਯਾਦ ਰੱਖ ਲਿਓ, ਨਹੀਂ ਛੱਡ ਸਕਦੇ ਹੋ, ਠੀਕ ਹੈ। ਸੋ ਸਕਰੀਨਸ਼ਾਟ ਲੈ ਸਕਦੇ ਹੋ, ਘੈਂਟ ਕੰਮ ਆ। ਤਾਂ ਜਦੋਂ ਆਪਾਂ ਨੂੰ ਪਤਾ ਹੀ ਲੱਗ ਗਿਆ ਵੀ ਕੀ ਪੁੱਛ ਲਿਆ, ਪ੍ਰੈਜੈਂਟੇਸ਼ਨ ਲੇਅਰ ਆ, ਕਿ ਮੈਂ ਦੱਸ ਗਿਆ ਨਾ ਤੁਹਾਨੂੰ ਪ੍ਰੈਜੈਂਟੇਸ਼ਨ ਲੇਅਰ ਕਰਦਾ ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ, ਕਲੀਅਰ ਹੋਈ ਗੱਲ। ਸੋ ਕੁਐਸਚਨ ਤਾਂ ਇਹੀ ਸੀਗਾ, ਬਟ ਇਹਦੇ ਨਾਲ ਲੱਗਦੀਆਂ ਹੋਰ ਚੀਜ਼ਾਂ ਪੁੱਛੀਆਂ ਜਾ ਸਕਦੀਆਂ, ਮੈਂ ਉਹ ਵੀ ਕਰਾ ਦੇਣਾ, ਤੁਸੀਂ ਦੇਖ ਲਿਓ, ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ। ਪ੍ਰੋਟੋਕੋਲਸ ਨੇ, ਆਪਾਂ ਹਮੇਸ਼ਾ ਹੀ ਪੜ੍ਹਦੇ ਹਾਂ ਵੀ ਬਹੁਤ ਸਾਰੀਆਂ ਪ੍ਰੋਟੋਕੋਲ ਆ, ਜਿਵੇਂ SMTP, HTTP ਹੈ, POP3 ਹੈ, IMAP ਹੈ ਨਾ, ਇਹ ਵੀ ਪੁੱਛਿਆ ਜਾ ਸਕਦਾ। ਵੈਸੇ ਹਜੇ ਤੱਕ ਪੁੱਛਿਆ ਨਹੀਂ ਹੈਗਾ, ਮੈਂ ਤੁਹਾਨੂੰ, ਤੁਸੀਂ ਛੱਡ ਵੀ ਸਕਦੇ ਹੋ ਵੀਡੀਓ ਜੇ ਤੁਹਾਨੂੰ ਲੱਗਦਾ ਵੀ ਬਹੁਤ ਆ ਚੱਲ। ਪਰ ਇੱਕ ਜਿਵੇਂ ਕਹਿੰਦੇ ਪੰਛੀ ਝਾਤ ਮਾਰਨੀ ਹੈ, ਮੋਟੇ ਜਿਹੇ ਤੌਰ ਤੇ ਦੇਖਣਾ ਹੈ, ਇੱਥੇ ਵੀ ਮੈਂ ਤੁਹਾਨੂੰ ਇਹਨਾਂ 'ਚ ਤੁਹਾਡੇ ਕੰਮ ਦੀ ਚੀਜ਼ ਦੱਸੂਗਾ, ਪਰ ਕਰਨਾ ਆਪਾਂ ਨੂੰ ਸਾਰਾ ਪਊਗਾ। ਜਿਵੇਂ ਆਹ ਵਾਲੀਆਂ ਪ੍ਰੋਟੋਕੋਲ ਨੇ SMTP, POP, IMAP, DNS, HTTP, HTTPS, FTP, TFTP, DHCP, boot p ਤੇ telnet। ਹੁਣ ਇਹ ਹੋ ਸਕਦਾ ਆਪਾਂ ਨੂੰ ਇਹ ਨਾ ਪੁੱਛੇ ਵੀ ਐਪਲੀਕੇਸ਼ਨ ਲੇਅਰ ਤੇ ਕਿਹੜੀ ਪ੍ਰੋਟੋਕੋਲ ਹੈ, ਬਟ ਇਹਨਾਂ ਦੀਆਂ ਐਬਰੀਵੇਸ਼ਨਾਂ ਜ਼ਰੂਰ ਪੁੱਛ ਸਕਦਾ ਹੈ। ਤਾਂ ਉਹਦੇ ਲਈ ਤੁਸੀਂ ਥੋੜਾ ਜਿਹਾ ਵੇਟ ਕਰੋ, ਮੈਂ ਸਾਰੀਆਂ ਐਬਰੀਵੇਸ਼ਨਾਂ ਵੀ ਕਰਾਉਂਗਾ। ਪ੍ਰੈਜੈਂਟੇਸ਼ਨ ਲੇਅਰ ਤੇ ਆਹ ਵਾਲੀਆਂ ਨੇ, ਟਰਾਂਸਪੋਰਟ ਲੇਅਰ, ਸਿਕਿਉਰਿਟੀ SSL, ਸਿਕਿਉਰ ਸੌਕਟ ਲੇਅਰ, JPG, MPEG ਸਟੈਂਡਰਡ ਨੇ, ਪ੍ਰੋਟੋਕੋਲ ਨੇ ਤੇ ਸਟੈਂਡਰਡ ਨੇ। PNG, MIME ਤੇ ਕੌਮ ਆਉਣਾ ਸੀ ਨਾ, MP3 ਤੇ MP4, ਇਹ ਸਾਰੇ ਕੀ ਨੇ, ਕੰਪਰੈਸ਼ਨ ਦੇ ਜਾਂ ਕਹ ਲਓ ਆਡੀਓ ਵੀਡੀਓ ਦੇ ਸਟੈਂਡਰਡ ਨੇ। ਫਿਰ ਰਿਮੋਟ ਪਤਾ ਨਹੀਂ ਕੀ ਹੁੰਦਾ, TPM ਭੁੱਲ ਗਿਆ, ਐਬਰੀਵੇਸ਼ਨ ਜੀ ਕਰਾਉਂਗਾ। ਰੀਅਲ ਟਾਈਮ ਟਰਾਂਸਪੋਰਟ ਰੀਅਲ ਟਾਈਮ ਟਰਾਂਸਪੋਰਟ ਪ੍ਰੋਟੋਕੋਲ, ਰੀਅਲ ਟਾਈਮ ਟਰਾਂਸਪੋਰਟ ਕੰਟਰੋਲ ਪ੍ਰੋਟੋਕੋਲ, PAP, PPTP ਵੀ ਕਰਾਉਂਗਾ ਸਾਰੀਆਂ। ਤੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਟਰਾਂਸਪੋਰਟ ਲੇਅਰ ਤੇ ਪੁੱਛਿਆ ਜਾ ਸਕਦਾ। ਇੱਕ ਤਾਂ ਆਹ ਯਾਦ ਰੱਖ ਲਿਓ, ਫਿਜ਼ੀਕਲ ਲੇਅਰ ਤੇ ਕਿਹੜੀਆਂ ਪ੍ਰੋਟੋਕੋਲ ਨੇ, ਇੱਕ ਟਰਾਂਸਪੋਰਟ ਲੇਅਰ ਵਾਲੀਆਂ ਜ਼ਰੂਰ ਯਾਦ ਰੱਖਣੀਆਂ, TCP ਤੇ UDP ਤੇ ਨੈਟਵਰਕ, ਇਹਦੇ ਤੇ ਵੀ ਯਾਦ ਰੱਖਣੀਆਂ ਨੇ। ਇਹਦੇ ਤੋਂ ਨੈਟਵਰਕ ਦੇ ਵਿੱਚੋਂ IP, ਆਹ ਜ਼ਰੂਰ ਯਾਦ ਰੱਖਿਓ, IP, ARP ਤੇ RARP। ਡਾਟਾ ਲਿੰਕ ਲੇਅਰ ਤੇ ਈਥਰਨੈਟ, PP ਪੁਆਇੰਟ ਟੂ ਪੁਆਇੰਟ ਪ੍ਰੋਟੋਕੋਲ, HTLC, ATM ਤੇ ਫਰੇਮ ਰਿਲੇ, X.25 ਫਰੇਮ ਰਿਲੇ ਇਹਦੇ ਤੇ ਵੀ ਹੁੰਦਾ, ਇਹਦੇ ਤੇ ਵੀ, ਦੋਨੋਂ ਲੇਅਰ ਤੇ। ਸੋ ਇਹ ਕੀ ਨੇ, ਪ੍ਰੋਟੋਕੋਲ ਨੇ, ਸਕਰੀਨਸ਼ਾਟ ਲੈ ਸਕਦੇ ਹੋ। ਹੁਣ ਮੈਂ ਇਹਨਾਂ ਦੀਆਂ ਤੁਹਾਨੂੰ ਐਬਰੀਵੇਸ਼ਨਾਂ ਕਰਾ ਦੇਣਾ। SMTP ਹੈ, ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ, ਐਪਲੀਕੇਸ਼ਨ ਦੀਆਂ ਨੇ, ਕੱਲੀਆਂ ਕਰਾ ਰਿਹਾ ਮੈਂ, ਸਕਰੀਨਸ਼ਾਟ ਲੈ ਲਿਓ। POP ਹੈ, ਪੋਸਟ ਆਫਿਸ ਪ੍ਰੋਟੋਕੋਲ। IMAP ਹੈਗਾ, ਇੰਟਰਨੈਟ ਮੇਲ ਜਾਂ ਮੈਸੇਜ, ਦੋਨੋਂ ਹੀ ਹੋ ਸਕਦੇ ਨੇ, ਮੈਸੇਜ ਐਕਸੈਸ ਪ੍ਰੋਟੋਕੋਲ। DNS ਹੈ, ਡੋਮੇਨ ਨੇਮ ਸਿਸਟਮ। HTTP ਹੈਗਾ, ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ। HTTPS ਬਸ ਇਹਦੇ ਸਿਕਿਉਰ ਲੱਗ ਜੂਗਾ, ਬਾਕੀ ਸਾਰਾ ਸੇਮ ਹੈ, ਸਿਕਿਉਰ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ। ਐਪਲੀਕੇਸ਼ਨ ਦੀਆਂ ਬਚ ਗਈਆਂ, ਫਾਈਲ ਟ੍ਰਾਂਸਫਰ ਪ੍ਰੋਟੋਕੋਲ, ਟ੍ਰਿਵਲ ਫਾਈਲ ਟ੍ਰਾਂਸਫਰ ਪ੍ਰੋਟੋਕੋਲ, DHCP, ਡਾਇਨਾਮਿਕ ਹੋਸਟ ਕਨਫਿਗਰੇਸ਼ਨ ਪ੍ਰੋਟੋਕੋਲ, ਬੂਟ p, ਬੂਟ ਸਟ੍ਰੈਪ ਪ੍ਰੋਟੋਕੋਲ। ਹਾਂ, ਇੱਕ ਕੁਐਸਚਨ ਹੋਰ ਬਹੁਤ ਵਧੀਆ ਪੁੱਛਿਆ ਜਾਂਦਾ, ਆਹ ਦੋ ਪ੍ਰੋਟੋਕੋਲ ਤੇ, ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ, ਪੁੱਛਿਆ ਜਾਂਦਾ ਹੁੰਦਾ ਕੁਐਸਚਨ ਕਈ ਵਾਰੀ। ਤਾਂ ਜਦੋਂ ਹੁਣ ਆਪਾਂ ਲਾਇਬ੍ਰੇਰੀ ਦੇ ਵਿੱਚ ਜਾਂ ਕਿਤੇ ਵੀ ਜਾ ਕੇ ਆਪਾਂ ਵਾਈਫਾਈ ਚਲਾਉਣੇ ਆ, ਹਨਾ, ਮੰਨ ਲਓ ਇਹ ਵਾਈਫਾਈ ਆ, ਇਹ ਵਾਈਫਾਈ ਰਾਊਟਰ ਹੈ, ਤੇ ਮੰਨ ਲਓ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ ਜਾਂਦੇ ਆ ਆਪਾਂ, ਉੱਥੇ ਇਹ ਆਪਣਾ ਕੰਪਿਊਟਰ, ਆਪਾਂ ਉੱਥੇ ਗਏ, ਵਾਈਫਾਈ ਔਨ ਕੀਤਾ। ਹੁਣ ਸਾਨੂੰ IP ਐਡਰੈਸ ਤਾਂ ਚਾਹੀਦਾ ਹੀ, ਆਪਾਂ ਪਿੱਛੇ ਪੜ੍ਹ ਕੇ ਆਏ ਆ। ਕੰਪਿਊਟਰ ਆਇਡੈਂਟੀਫਾਈ ਪੂਰੀ ਦੁਨੀਆ ਦੇ ਵਿੱਚ ਕਾਹਦੇ ਨਾਲ ਹੁੰਦਾ, IP ਐਡਰੈਸ ਦੇ ਨਾਲ। ਹੁਣ ਇਹ ਵਾਈਫਾਈ ਰਾਊਟਰ ਹੈ ਜਿਹੜਾ, ਇਹ IP ਦੇਊਗਾ ਸਾਡੇ ਕੰਪਿਊਟਰ ਨੂੰ, ਇਹਦੇ ਕੋਲ ਪਹਿਲੀਆਂ 'ਚ IP ਨਹੀਂ ਹੁੰਦਾ। ਜਦੋਂ ਇਹਦੇ ਨਾਲ ਜਿੰਨੇ ਵੀ ਬੰਦੇ 200-250 ਬੰਦਾ ਆ ਕੇ ਬਹਿੰਦਾ ਹੈ, ਉਹ ਹਰੇਕ ਨੂੰ IP ਦਿੰਦਾ ਹੈ। ਤੇ ਜਦੋਂ ਬੰਦਾ ਨੈਟ ਬੰਦ ਕਰਕੇ, ਆਪਦਾ ਲੈਪਟਾਪ ਬੰਦ ਕਰਕੇ ਵਗ ਜਾਂਦਾ ਹੈ, ਤਾਂ IP ਇਹ ਵਾਪਸ ਲੈ ਲੈਂਦਾ, ਫ੍ਰੀ ਪੂਲ 'ਚ ਪਾ ਦਿੰਦਾ ਹੈ। ਤੈਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਬੰਦੇ ਕਿਹੜਾ IP ਵਰਤ ਰਹੇ ਨੇ, ਠੀਕ ਆ। ਤਾਂ ਉੱਥੇ IP ਅਸਾਈਨ ਕਰਨ ਦੇ ਦੋ ਪ੍ਰੋਟੋਕੋਲ ਵਰਤੀਆਂ ਜਾਂਦੀਆਂ ਨੇ, DHCP ਤੇ ਬੂਟ p। ਬਹੁਤ ਜ਼ਿਆਦਾ ਇੰਪੋਰਟੈਂਟ ਆ ਚੀਜ਼, ਇਹ ਯਾਦ ਰੱਖਣੀ ਹੈ। ਕੁਐਸਚਨ ਪੁੱਛਿਆ ਵੀ ਗਿਆ ਕਈ ਵਾਰੀ, ਕਹਿੰਦਾ IP ਲੈਣ ਦੇ ਲਈ ਜਾਂ ਤਾਂ ਇਹਦੇ ਕੋਲੇ ਮੈਕ ਐਡਰੈਸ ਹੁੰਦਾ ਆਪਦਾ, ਇਹ ਮੈਕ ਐਡਰੈਸ ਭੇਜਦਾ, ਜਾਂ ਫਿਜ਼ੀਕਲ ਐਡਰੈਸ, ਕਹਿੰਦਾ ਮੇਰਾ ਫਿਜ਼ੀਕਲ ਐਡਰੈਸ ਹੈ, ਮੈਨੂੰ IP ਦੇ ਦਿਓ, ਹੈ ਨਾ। ਤਾਂ ਜਿਵੇਂ ਆਪਾਂ ਕਿਸੇ ਖਾੜੇ ਖੂੜੇ ਤੇ ਜਾਣਾ ਹੋਵੇ, ਆਪਾਂ ਪੈਸੇ ਦੇ ਦੇਣੇ, ਕਹਿੰਦੇ ਸਾਨੂੰ ਟਿਕਟ ਦੇ ਦਿਓ, ਤਾਂ ਕਰਕੇ ਟਿਕਟ ਉੱਥੇ ਸਾਡੀ ਆਇਡੈਂਟੀਫਿਕੇਸ਼ਨ ਹੋ ਜਾਏ ਨਾ ਵੀ ਇਹ ਜੈਨੂਇਨ ਬੰਦਾ, ਇਹਨੇ ਪੈਸੇ ਲਾਏ ਨੇ। ਉਵੇਂ ਹੀ ਇਹ ਕਹਿੰਦਾ, ਆ ਚੱਕੋ ਮੇਰਾ ਮੈਕ ਐਡਰੈਸ, ਮੈਨੂੰ IP ਦੇ ਦਿਓ। IP ਦੇਣ ਦੇ ਲਈ ਜਿਹੜੇ ਦੋ ਬੰਦੇ ਰੱਖੇ ਹੋਏ ਨੇ, ਇੱਕ ਤਾਂ ਹੈਗਾ DHCP, ਇੱਕ ਹੈਗਾ ਬੂਟ p। ਦੋਨਾਂ ਦੇ ਅਲੱਗ-ਅਲੱਗ ਫੰਕਸ਼ਨ ਹੁੰਦੇ ਨੇ, ਚਲੋ ਬਾਹਲੀ ਦਾ ਲੋੜ ਨਹੀਂ, ਪਰ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਇੱਥੇ।
ਬੂਟ ਪੀ ਰਿਪਲਾਈ ਕਰਦਾ। ਪਹਿਲਾਂ ਇਹ ਮੈਨੂੰ ਕਹਿੰਦਾ ਐਡਰੈਸ ਭੇਜੋ, ਤਾਂ ਆਹ ਰਾਊਟਰ ਹੈ ਜਿਹੜਾ ਮੈਕ ਦੇ ਨਾਲ IP ਨੂੰ ਇਹਦੀ ਕਰਕੇ ਆਹ ਗੇਟਵੇ ਹੁੰਦਾ ਉਹਨੂੰ ਕਰਕੇ ਵਾਪਸ ਭੇਜ ਦਿੰਦਾ। ਸੋ DHCP ਦਾ ਵੀ ਉਹੀ ਕੰਮ ਹੈ, ਡਾਇਨਾਮਿਕ ਹੋਸਟ ਕਨਫੀਗਰੇਸ਼ਨ ਪ੍ਰੋਟੋਕੋਲ। ਆਹ ਜ਼ਰੂਰ ਯਾਦ ਰੱਖ ਲਿਓ ਇਹਦੀ ਐਬਰੀਵੇਸ਼ਨ। DHCP ਹੁੰਦਾ ਹੈ ਡਾਇਨਾਮਿਕ ਹੋਸਟ ਕਨਫੀਗਰੇਸ਼ਨ ਪ੍ਰੋਟੋਕੋਲ ਤੇ ਬੂਟ ਪੀ ਹੁੰਦਾ ਬੂਟਸਟ੍ਰੈਪ ਪ੍ਰੋਟੋਕੋਲ। ਕਲੀਅਰ ਹੋਈ ਗੱਲ। ਪ੍ਰੈਜੈਂਟੇਸ਼ਨ ਤੇ ਟਰਾਂਸਪੋਰਟ ਲੇਅਰ, ਸਿਕਿਉਰਿਟੀ, ਸਿਕਿਉਰ ਸੌਕਟ ਲੇਅਰ, ਜੁਆਇੰਟ ਪਿਕਚਰ ਐਕਸਪਰਟ ਗਰੁੱਪ, ਮੂਵਿੰਗ ਪਿਕਚਰ ਐਕਸਪਰਟ ਗਰੁੱਪ, ਗਿਫ ਹੁੰਦਾ ਗ੍ਰਾਫਿਕ ਇੰਟਰਚੇਂਜ ਫਾਰਮੈਟ, ਟੈਗਡ ਮੇਜ਼ ਫਾਈਲ ਫਾਰਮੈਟ, ਪੋਰਟੇਬਲ ਨੈਟਵਰਕ ਗ੍ਰਾਫਿਕਸ, ਮਲਟੀਪਰਪਜ਼ ਇੰਟਰਨੈਟ ਮੇਲ ਐਕਸਟੈਂਸ਼ਨ। ਤਾਂ ਇਹ ਤਾਂ ਹੈਗਾ ਮਾਈਮ, ਤੇ ਅੱਜ ਕੱਲ੍ਹ ਐਸ ਮਾਈਮ ਵੀ ਹੈਗਾ। ਜਿਵੇਂ HTTP ਪੜ੍ਹਿਆ ਸੀ ਆਪਾਂ, ਇੱਕ HTTPS ਸੀ, ਸਿਕਿਉਰ ਲੱਗ ਗਿਆ ਸੀ, ਉਵੇਂ ਹੀ ਇਹਦੇ ਵਿੱਚ ਸਿਕਿਉਰ ਮਲਟੀਪਰਪਜ਼ ਇੰਟਰਨੈਟ ਮੇਲ ਐਕਸਟੈਂਸ਼ਨ। ਵੈਸੇ ਮੈਂ ਮੇਲ ਵਾਲੇ ਚੈਪਟਰ 'ਚ ਦੱਸ ਚੁੱਕਿਆ। ਪਹਿਲਾਂ ਈਮੇਲ ਦੇ ਵਿੱਚ ਆਪਾਂ ਸਿਰਫ ਟੈਕਸਟ ਭੇਜ ਸਕਦੇ ਸੀ, ਆਡੀਓ ਵੀਡੀਓ ਫਾਈਲਾਂ ਫੋਟੋਆਂ ਨਹੀਂ ਭੇਜ ਸਕਦੇ ਸੀ, ਬਟ ਮਾਈਮ ਦੀ ਹੈਲਪ ਦੇ ਨਾਲ, ਨਾਮ 'ਚ ਵੀ ਕਲੀਅਰ ਹੈ ਨਾ, ਮਲਟੀਪਰਪਜ਼ ਇੰਟਰਨੈਟ ਮੇਲ ਐਕਸਟੈਂਸ਼ਨ, ਇੱਕ ਤੋਂ ਜ਼ਿਆਦਾ ਚੀਜ਼ਾਂ ਆਪਾਂ ਪ੍ਰੋਗਰਾਮ, ਡੇਟਾ, ਫੋਟੋ ਸਾਰਾ ਕੁਝ ਭੇਜ ਸਕਦੇ ਹਾਂ, ਉਹ ਮਾਈਮ ਦੇ ਨਾਲ ਪੋਸੀਬਲ ਹੈ। MP3 ਹੈਗਾ ਉਹੀ ਵਰਜਨ ਤੀਸਰਾ, ਮੂਵਿੰਗ ਪਿਕਚਰ ਐਕਸਪਰਟ ਗਰੁੱਪ ਤੀਸਰਾ ਵਰਜਨ, ਇਹ ਹੁੰਦਾ ਆਡੀਓ ਦੇ ਲਈ, ਤੇ MP4 ਹੁੰਦਾ ਜਿਹੜਾ ਵੀਡੀਓ ਦੇ ਲਈ ਹੈ। ਸੈਸ਼ਨ ਲੇਅਰ ਦੇ ਵਿੱਚ RTP ਰੀਅਲ ਟਾਈਮ ਟਰਾਂਸਫਰ ਪ੍ਰੋਟੋਕੋਲ, ਬਸ ਇਹਦੇ 'ਚ ਕੰਟਰੋਲ ਲੱਗ ਜਾਂਦਾ ਹੈ। ਇਹ PPTP ਹੁੰਦਾ ਪੁਆਇੰਟ ਟੂ ਪੁਆਇੰਟ ਟਨਲਿੰਗ ਪ੍ਰੋਟੋਕੋਲ। ਪੈਪ ਹੁੰਦਾ ਪਾਸਵਰਡ ਅਥੈਂਟੀਕੇਸ਼ਨ ਪ੍ਰੋਟੋਕੋਲ। ਇਹਦੀਆਂ ਐਬਰੀਵੇਸ਼ਨਾਂ ਪੁੱਛੀਆਂ ਜਾ ਸਕਦੀਆਂ ਨੇ, ਤਾਂ ਹੀ ਮੈਂ ਤੁਹਾਨੂੰ ਕਰਾ ਰਿਹਾ, ਠੀਕ ਹੈ। ਟਰਾਂਸਪੋਰਟ ਲੇਅਰ ਤੇ ਦੋ ਇੰਪੋਰਟੈਂਟ ਨੇ, TCP ਤੇ UDP। ਇਹ ਬਹੁਤ ਵਾਰੀ ਪੁੱਛੀਆਂ ਗਈਆਂ ਨੇ, ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ ਤੇ ਯੂਜ਼ਰ ਡੇਟਾਗ੍ਰਾਮ ਪ੍ਰੋਟੋਕੋਲ। ਨੈਟਵਰਕ ਲੇਅਰ ਤੇ ਇੰਟਰਨੈਟ ਪ੍ਰੋਟੋਕੋਲ, ਐਡਰੈਸ ਰੈਜ਼ੋਲੂਸ਼ਨ ਪ੍ਰੋਟੋਕੋਲ, ਰਿਵਰਸ ਐਡਰੈਸ ਰੈਜ਼ੋਲੂਸ਼ਨ ਪ੍ਰੋਟੋਕੋਲ, ਇੰਟਰਨੈਟ ਕੰਟਰੋਲ ਮੈਸੇਜ ਪ੍ਰੋਟੋਕੋਲ। ਪਹਿਲੀਆਂ ਤਿੰਨ ਇੰਪੋਰਟੈਂਟ ਨੇ, ਪਹਿਲੀਆਂ ਤਿੰਨ ਦੇ ਵਿੱਚੋਂ ਵੀ ਪਹਿਲੀ ਬਹੁਤ ਜ਼ਿਆਦਾ ਇੰਪੋਰਟੈਂਟ ਆ, ਥੋੜ੍ਹੀਆਂ ਜਿਹੀਆਂ ਘੱਟ, ਤੇ ਚੌਥੀ ਛੱਡਣੀ ਛੱਡ ਸਕਦੇ ਹੋ। ਡਾਟਾ ਲਿੰਕ ਲੇਅਰ ਤੇ PPP, ਪੀਪਲ ਪਾਰਟੀ ਆਫ ਪੰਜਾਬ ਨਹੀਂ ਹੈਗਾ, ਇਹ ਪੁਆਇੰਟ ਟੂ ਪੁਆਇੰਟ ਪ੍ਰੋਟੋਕੋਲ। HDLC ਹਾਈ ਲੈਵਲ ਡੇਟਾ ਲਿੰਕ ਕੰਟਰੋਲ। ATM ਐਸਿੰਕਰੋਨਸ ਟਰਾਂਸਫਰ ਮੋਡ। ਦੇਖੋ ਯਾਰ, ਦੋ ਚੀਜ਼ਾਂ ਨੇ, ਇੱਕ ਤਾਂ ATM ਆਟੋਮੈਟਿਕ ਟੈਲਰ ਮਸ਼ੀਨ, ਜਿੱਥੋਂ ਆਪਾਂ ਪੈਸੇ ਕਢਾ ਕੇ ਲਿਆਉਂਦੇ ਹੁੰਦੇ ਆ, ਆਟੋਮੈਟਿਕ ਟੈਲਰ ਮਸ਼ੀਨ। ਇੱਕ ਪ੍ਰੋਟੋਕੋਲ ਵੀ ਹੈ ਕੰਪਿਊਟਰ ਦੇ ਵਿੱਚ, ਐਸਿੰਕਰੋਨਸ ਟਰਾਂਸਫਰ ਮੋਡ, ਠੀਕ ਹੈ। ਫਿਜ਼ੀਕਲ ਲੇਅਰ ਤੇ DSL ਹੁੰਦਾ, ਡਿਜੀਟਲ ਸਬਸਕ੍ਰਾਈਬਰ ਲਾਈਨ। ISDN ਹੁੰਦਾ, ਇੰਟੀਗ੍ਰੇਟਡ ਸਰਵਿਸ ਡਿਜੀਟਲ ਨੈਟਵਰਕ। ਸੋ ਹੁਣ ਇੱਕ ਚੀਜ਼ ਰਹਿ ਗਈ ਬਸ, ਕਿਹੜੇ ਡਿਵਾਈਸ, ਜਿਵੇਂ ਆਪਾਂ ਪੜ੍ਹੇ ਨੇ ਨੈਟਵਰਕ ਵਾਲੇ ਚੈਪਟਰ ਦੇ ਵਿੱਚ, ਹਜੇ ਬੇਸਿਕ ਦੇ ਵਿੱਚ ਜ਼ਿਆਦਾ ਨਹੀਂ ਡਿਵਾਈਸ ਪੁੱਛੇ। ਹਾਂ, ਜਿਹੜਾ ਹਾਰਡ ਲੈਵਲ 'ਚ ਆਪਾਂ ਕੁਐਸਚਨ ਕਰਾਊਂਗਾ ਨਾ ਮੈਂ, ਉੱਥੇ ਜ਼ਰੂਰ ਦੱਸਾਂਗੇ, ਤਾਂ ਸੌਖਾ ਜਿਹਾ ਵੀ ਨਾਲ ਲੱਗਦੇ ਹੱਥ ਕਾਹਨੂੰ ਛੱਡਣਾ। ਫਾਇਰਵਾਲ ਤੇ ਗੇਟਵੇ ਹੁੰਦੇ ਆ, ਜਿਹੜਾ ਐਪਲੀਕੇਸ਼ਨ ਲੇਅਰ ਤੇ ਹੁੰਦੇ ਨੇ, ਇੱਥੇ ਕੋਈ ਡਿਵਾਈਸ ਨਹੀਂ ਹੁੰਦਾ। ਫਾਇਰਵਾਲ ਟਰਾਂਸਪੋਰਟ ਲੇਅਰ ਤੇ ਵੀ ਹੋ ਸਕਦੀ ਹੈ, ਤੇ ਨੈਟਵਰਕ ਲੇਅਰ ਤੇ ਰਾਊਟਰ ਹੁੰਦਾ, ਡਾਟਾ ਲਿੰਕ ਲੇਅਰ ਤੇ ਸਵਿਚ ਤੇ ਬ੍ਰਿਜ। ਫਿਜ਼ੀਕਲ ਲੇਅਰ ਤੇ ਹੱਬ, ਰਿਪੀਟਰ ਤੇ ਟਰਾਂਸੀਵਰ। ਟਰਾਂਸੀਵਰ ਕੀ ਹੁੰਦਾ, ਟਰਾਂਸਮਿਟ ਵੀ ਕਰਦਾ, ਰਿਸੀਵ ਵੀ ਕਰਦਾ। ਸਕਰੀਨਸ਼ਾਟ ਲੈ ਸਕਦੇ ਹੋ, ਇਹ ਵੀ ਬਹੁਤ ਇੰਪੋਰਟੈਂਟ ਹੈ, ਪੁੱਛਿਆ ਜਾ ਸਕਦਾ। ਆਪਾਂ ਨੂੰ ਇਹ ਪੁੱਛੂਗਾ ਰਾਊਟਰ ਕਿਹੜੀ ਲੇਅਰ ਤੇ ਲਾਈ ਕਰਦਾ, ਰਾਊਟਰ ਨੈਟਵਰਕ ਲੇਅਰ ਤੇ ਜਾਂ ਇੰਟਰਨੈਟ ਲੇਅਰ ਤੇ, ਸਵਿਚ ਤੇ ਬ੍ਰਿਜ ਡਾਟਾ ਲਿੰਕ ਲੇਅਰ ਤੇ ਜਾਂ ਇਧਰੋਂ ਡਾਟਾ ਲੇਅਰ ਤੇ, ਤੇ ਫਿਜ਼ੀਕਲ ਲੇਅਰ ਤੇ ਹੱਬ, ਰਿਪੀਟਰ ਹੀ ਕਹਿੰਦਾ, ਹੱਬ, ਰਿਪੀਟਰ, ਟਰਾਂਸੀਵਰ। ਤੇ ਫਾਇਰਵਾਲ ਹੈ ਜਿਹੜੀ ਦੋ ਲੇਅਰ ਤੇ ਕੰਮ ਕਰਦੀ ਹੈ, ਐਪਲੀਕੇਸ਼ਨ ਲੇਅਰ ਫਾਇਰਵਾਲ ਵੀ ਹੁੰਦੀ ਹੈ ਤੇ ਟਰਾਂਸਪੋਰਟ ਲੇਅਰ ਫਾਇਰਵਾਲ ਵੀ ਹੁੰਦੀ ਹੈ। ਫਾਇਰਵਾਲ ਦਾ ਕੰਮ ਕੀ ਹੁੰਦਾ, ਮੇਨ ਟ੍ਰੈਫਿਕ ਨੂੰ ਐਨਾਲਿਸਿਸ ਕਰਨਾ, ਟ੍ਰੈਫਿਕ ਨੂੰ ਲੰਘਣ ਤੋਂ ਰੋਕਣਾ ਜਾਂ ਅਥੈਂਟਿਸਿਟੀ ਪ੍ਰੋਵਾਈਡ ਕਰਨਾ, ਗਲਤ ਕੰਮਾਂ ਨੂੰ ਰੋਕਣਾ। ਰੂਲ ਪਾ ਸਕਦੇ ਆਪਾਂ, ਰੋਕ ਸਕਦੇ, ਠੀਕ ਹੈ। ਸੋ ਇਹ ਸੀਗਾ, ਮੈਨੂੰ ਲੱਗਦਾ ਹੈ ਕਿ ਕੁਐਸਚਨ ਸਾਰੇ ਕਵਰ ਹੋ ਗਏ। ਇਹ PPP ਕਲਰਕ ਦੇ ਪੁਰਾਣੇ ਕੁਐਸਚਨ ਡਿਸਕਸ ਕਰ ਰਹੇ ਸੀ, ਉਹਦਾ ਪਾਰਟ 4 ਸੀ, ਠੀਕ ਹੈ। ਸੋ ਇਹ ਜਿਹੜੀ ਆਪਣੀ, ਜਿਹਦੇ ਵਿੱਚ ਆਪਾਂ 22 ਅਕਤੂਬਰ 2022 ਦੇ ਕਲੈਰੀਕਲ ਦੇ ਕਲਰਕ IT ਦੇ ਆਪਾਂ ਕੁਐਸਚਨ ਡਿਸਕਸ ਕੀਤੇ ਨੇ। ਸੋ ਬਹੁਤ ਵਧੀਆ ਕੁਐਸਚਨ ਸੀ। ਆਈ ਹੋਪ ਕਿ ਤੁਹਾਨੂੰ ਵੀ ਚੀਜ਼ਾਂ ਵਧੀਆ ਲੱਗੀਆਂ ਹੋਣਗੀਆਂ, ਤੇ ਮਿਹਨਤ ਕਰਦੇ ਰਹੋ, ਤੇ ਹੌਲੀ ਹੌਲੀ ਚੀਜ਼ਾਂ ਜੁੜਦੀਆਂ ਹੁੰਦੀਆਂ ਨੇ। ਕੇਰਾਂ ਜਿਵੇਂ ਆਪਾਂ ਕਹਿ ਲਓ ਵੀ ਪੇਪਰ ਤੁਹਾਡਾ ਲੇਟ ਹੈ, ਤਾਂ ਰੋਜ਼ ਜ਼ਰੂਰ ਇੱਕ ਵੀਡੀਓ ਦੇਖੋ, ਤਾਂ ਚੀਜ਼ਾਂ ਜੁੜਦੀਆਂ ਜੋੜਦੇ ਪਤਾ ਵੀ ਨਹੀਂ ਲੱਗਦਾ ਸਾਨੂੰ ਕਿਵੇਂ ਚੀਜ਼ਾਂ ਸਮਝ ਆਉਣ ਲੱਗ ਜਾਂਦੀਆਂ ਨੇ। ਤੇ ਬਾਕੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿਵੇਂ ਲੱਗੀ, ਠੀਕ ਹੈ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ। ਥੈਂਕ ਯੂ।